ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਤੇ ਮੇਰੇ ਕੋ-ਹੋਸਟ ਨੇ ਗਿਆਨੀ ਧਰਮ ਸਿੰਘ ਜੀ। ਸਾਡੇ ਪ੍ਰੋਗਰਾਮ ਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼। We're thankful to Voice of Manavta TV and Sudha Meghraj Singh for this opportunity to discuss our views during this program. Please note that views expressed during this program are strictly individuals, not the Voice of Manavta. So welcome to participants. ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ, ਸਤਿ ਸ੍ਰੀ ਅਕਾਲ, ਜੈ ਸਤਨਾਮ ਐਂਡ ਰਾਮ ਰਾਮ ਸਲਾਮ, ਜੋ ਵੀ ਆਪਦਾ ਪਿਛੋਕੜ ਹੋਵੇ ਪ੍ਰਵਾਨ ਕਰਨਾ। Please subscribe to our program if you're not already doing it, and also any kind of constructive criticism is most welcome, as well as financial help. So last time we discussed about impact of mint, and before we do anything else, I want to recall the important events during the month of October. ਦੇਖੋ, ਪਹਿਲਾਂ ਤਾਂ ਸਾਡੇ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਦਿਨ ਸੀਗਾ ਅਕਤੂਬਰ 9 ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਹੋਇਆ। ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਹੈਗਾ ਮੇਜਰ ਇਵੈਂਟ ਜਿਹੜਾ ਹੈ ਉਹ ਹੈ ਸਵਰੈਨਿਟੀ ਆਫ ਗੁਰੂ ਗ੍ਰੰਥ ਸਾਹਿਬ। ਅਕਤੂਬਰ 20 ਨੂੰ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਪੰਜਾਂ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਦਮਦਮੀ ਬੀੜ ਜਿਹੜੀ ਸੀ, ਸੈਕੰਡ ਐਡੀਸ਼ਨ ਜਿਹੜੀ ਉਹਨਾਂ ਨੇ ਆਪ ਤਿਆਰ ਕਰਵਾਈ ਸੀ, ਉਸ ਨੂੰ ਗੁਰਗੱਦੀ ਮਹਾਰਾਜ ਨੇ ਕਿਹਾ ਮੇਰਾ ਆਤਮਿਕ ਸਰੂਪ ਜਿਹੜਾ ਹੈ ਉਹ ਗ੍ਰੰਥ ਦੇ ਵਿੱਚ ਤੇ ਮੇਰੀ ਜਿਹੜੀ ਹੈਗੀ ਬਾਡੀ ਉਹ ਪੰਥ ਦੇ ਵਿੱਚ। ਤੇ ਸੋ ਇਹ ਸਾਡੇ ਲਈ ਬੜਾ ਵੱਡਾ ਡਾਕਟਰ ਹੈ ਗ੍ਰੰਥ ਤੇ ਪੰਥ ਦੀ ਸਾਂਝ ਜਿਹੜੀ ਹੈ, ਇਹਨੂੰ ਸਾਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ। ਸਿੱਖਾਂ ਦੇ ਵਿੱਚ ਗੁਰੂ ਸ਼ਬਦ ਦੀ ਜਿਹੜੀ ਹੈਗੀ ਆ ਵਡਿਆਈ ਹੈ, ਤੇ ਗੁਰੂ ਸ਼ਬਦ ਤੋਂ ਹੀ ਸਭ ਕੁਝ ਸਾਨੂੰ ਪ੍ਰਾਪਤ ਹੁੰਦਾ। ਇਸ ਬਾਬਤ ਅਸੀਂ ਨੈਕਸਟ ਵੀਕ ਦੇ ਵਿੱਚ ਨੈਕਸਟ ਵੈਨਸਡੇ ਡਿਸਕਸ਼ਨ ਮੋਰ ਡਿਟੇਲ ਦੇ ਵਿੱਚ ਕਰਾਂਗੇ। ਬਾਕੀ ਦੇ ਜਿਹੜੇ ਇਵੈਂਟਸ ਨੇ, ਜੋਤੀ ਜੋਤ ਸਮਾਏ 10ਵੇਂ ਪਾਤਸ਼ਾਹ ਨੇ 20 ਅਕਤੂਬਰ ਨੂੰ, ਤੇ ਗੁਰੂ ਹਰਰਾਏ ਜੀ ਨੇ ਵੀ ਇਸੇ ਉਹਨਾਂ ਨੇ ਵੀ ਜੋਤੀ ਜੋਤ ਸਮਾਏ ਅਕਤੂਬਰ 20 ਨੂੰ ਤੇ ਗੁਰਗੱਦੀ ਦੇ ਕੇ ਦਿੱਤੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੇਮ ਡੇ। ਹੋਰ ਜੇ ਮੇਰੇ ਕੋਲ ਭੁੱਲ ਗਿਆ ਉਹਦੀ ਮੁਆਫੀ ਮੰਗਦਾ ਜੇ ਕੋਈ ਇਵੈਂਟ ਭੁੱਲ ਗਿਆ, ਪਰ those are the ones I can recall. So ਅੱਜ ਦੇ ਦਿਨ we are going to discuss today the formation of Singh Sabha, what were the reasons for it, and what lessons we can learn from it. If I recall right, in 1870, as a reaction to from the Christian missionaries and Muslim conversions taking place in the Sikh community after the fall of the Khalsa Empire, that was a major disturbing factor and decline in the moral of the community. As a result of that, other people were making prey of our simple people. So ਉਸ ਨੂੰ ਦੇਖਦੇ ਹੋਏ ਸਾਡੇ ਜਿਹੜੇ ਉਸ ਵਕਤ ਦੇ ਲੀਡਰ ਸੀ, ਉਹਨਾਂ ਨੇ ਸੋਚਿਆ ਕਿ ਵੀ ਸਾਨੂੰ ਕੋਈ ਨਾ ਕੋਈ ਕਦਮ ਉਠਾਉਣ ਦੀ ਲੋੜ ਹੈ ਉਹਦੇ ਲਈ, ਤਾਂ ਕਿ ਰਿਲੀਜੀਅਸ ਲਿਟਰੇਚਰ ਪੈਦਾ ਕੀਤਾ ਜਾਵੇ, ਹਿਸਟੋਰੀਕਲ ਬੁੱਕਸ ਗੁਰਮੁਖੀ ਪੋਪੂਲਰਾਈਜ਼ ਕੀਤੀ ਜਾਵੇ, ਤੇ ਨਾਲੇ ਸਾਡੇ ਜਿਹੜੇ ਹੈਗੇ ਨੇ ਸਿੱਖੀਜ਼ਮ ਦਾ ਜਿਹੜਾ ਮੈਸੇਜ ਆ ਉਹ ਇਸ ਰੂਪ ਦੇ ਵਿੱਚ ਦਿੱਤਾ ਜਾਵੇ ਲੋਕਾਂ ਨੂੰ, ਤਾਂ ਕਿ ਉਹ ਵਾਪਸ ਉਹਨਾਂ ਦਾ ਸ਼ੌਕ ਬਣੇ ਸਿੱਖ ਧਰਮ ਦੇ ਵਿੱਚ ਵਾਪਸ ਆਉਣ ਦਾ। ਦੈਟ ਵਾਜ਼ ਅ ਮੇਜਰ ਥਿੰਗ। ਤੇ ਉਸੇ ਵਕਤ ਹੀ ਤਕਰੀਬਨ 1853 ਦੇ ਵਿੱਚ ਦਲੀਪ ਸਿੰਘ, ਮਹਾਰਾਜ ਦਲੀਪ ਸਿੰਘ ਨੂੰ ਕ੍ਰਿਸਚੀਅਨ ਕਨਵਰਟ ਕਰ ਲਿਆ ਗਿਆ ਸੀਗਾ, ਤੇ ਆਰੀਆ ਸਮਾਜ ਨੇ ਸ਼ੁੱਧੀ ਮੂਵਮੈਂਟ ਸ਼ੁਰੂ ਕੀਤੀ। ਇਸੇ ਤਰ੍ਹਾਂ ਸਿੱਖਾਂ ਨੂੰ ਹੋਰ ਹਿੰਦੂਆਂ ਵਿੱਚ ਰਲਾਉਣ ਦੇ ਲਈ ਉਸ ਵਕਤ ਦਿਆਨੰਦ ਸਰਸਵਤੀ 77 ਗੁਜਰਾਤੀ to put pressure on the Sikhs, and even ਉਹਨਾਂ ਦੇ ਗਰੁੱਪ ਦੇ ਵਿੱਚ 18 ਚ ਗੁਰੂ ਨਾਨਕ ਸਾਹਿਬ ਦੇ ਵਿਰੁੱਧ। So all these disturbing things, they led into the ideas of that we need some
new way of dealing with the situation. Briefly, having said that, we will ask for more detailed information over here from our learned people, ਜਿਹਦੇ ਵਿੱਚ ਸਾਡੇ ਗਿਆਨੀ ਧਰਮ ਸਿੰਘ ਜੀ ਸ਼ਾਮਲ ਨੇ, ਫਾਰਮਰ ਪ੍ਰਿੰਸੀਪਲ ਗੁਰਮਤਿ ਕਾਲਜ ਦੇ ਭਾਈ ਮਨਦੀਪ ਸਿੰਘ ਨੇ, ਦੇ ਕੰਮ ਕਰ ਰਹੇ ਨੇ, ਨਰਿੰਦਰ ਸਿੰਘ ਨੇ ਸ਼ਾਮਲ, ਪ੍ਰੋਫੈਸਰ ਭਾਈ ਵਿਜੇਂਦਰ ਸਿੰਘ ਜੀ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਨੇ, ਤੇ ਆਈ ਹੋਪ ਕਿ ਸਾਡੇ ਡਾਕਟਰ ਵਾਸੂ ਵੀ ਨਾਲ ਸਾਡੇ ਨਾਲ ਜਾਣਗੇ ਛੇਤੀ। ਸੋ ਹੈਵਿੰਗ ਸੈਡ ਦੈਟ, ਥੋੜਾ ਜਿਹਾ ਇਸ ਬਾਬਤ ਸਾਨੂੰ ਗਿਆਨ ਦਿਓ। ਡਾਕਟਰ ਨਰਿੰਦਰ ਸਿੰਘ ਤੋਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਅੱਜ। ਸਾਨੂੰ ਦੱਸੋ ਜਰਾ ਕਿਸ ਤਰ੍ਹਾਂ ਸਿੰਘ ਸਭਾ ਮੂਵਮੈਂਟ ਦੀ ਹੋਂਦ ਚ ਆਈ, ਇਹਦੀ ਕੀ ਬੈਕਗਰਾਉਂਡ ਹੈ? ਜਿਵੇਂ ਤੁਸੀਂ ਡਾਕਟਰ ਕਿਰਪਾਲ ਸਿੰਘ ਜੀ ਹੁਣੇ ਗੱਲ ਕੀਤੀ ਹੈ ਕਿ ਉਸ ਵੇਲੇ ਹਾਲਾਤ ਇਹ ਸਨ ਕਿ ਧਰਮ ਦੀ ਜਿਹੜੀ ਐਗਜ਼ਿਸਟੈਂਸ ਹੈ ਉਹੀ ਖਤਰੇ ਵਿੱਚ ਸੀ। ਲਾਈਕ ਉਹਦੀ ਇੱਕ ਵਜ੍ਹਾ ਇਹ ਸੀ ਕਿ ਅਸੀਂ ਜੰਗ ਤਾਂ ਹਾਰ ਹੀ ਗਏ ਸਾਂ ਅੰਗਰੇਜ਼ਾਂ ਕੋਲੋਂ। ਅੰਗਰੇਜ਼ਾਂ ਨੇ ਈਸਾਈ ਮਿਸ਼ਨਰੀਆਂ ਨੂੰ ਲਿਆ ਕੇ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਉਹ ਸ਼ੁਰੂ ਕੀਤਾ। ਉਹਨਾਂ ਨੂੰ ਇਹ ਪ੍ਰਚਾਰ ਪੰਜਾਬ ਵਿੱਚ ਕਰਨ ਦੀ ਹੋਰ ਵੀ ਆਸਾਨੀ ਸੀ, ਕਿਉਂਕਿ ਡੀਮੋਰਲਾਈਜ਼ ਹੋਏ ਉਸ ਵੇਲੇ ਦੇ ਬੰਦੇ ਜਿਹੜੇ ਆਰਥਿਕ ਤੰਗੀ ਨਾਲ ਵੀ ਜੂਝ ਰਹੇ ਸਨ, ਔਰ ਜਿਨ੍ਹਾਂ ਕੋਲ ਧਰਮ ਦੇ ਬਾਰੇ ਕੋਈ ਧਾਰਨਾ ਸਪਸ਼ਟ ਨਹੀਂ ਸੀ, ਔਰ ਜਿਨ੍ਹਾਂ ਨੂੰ ਉੱਚੀਆਂ ਜਾਤੀਆਂ ਦੇ ਲੋਕ ਜਿਹੜੇ ਨੇ ਉਹ ਬੜਾ ਤੰਗ ਕਰ ਰਹੇ ਸਨ, ਉਹਨਾਂ ਵਾਸਤੇ ਇਹ ਬੜਾ ਆਸਾਨ ਸੀ ਕਿ ਇੱਕ ਐਸੇ ਧਰਮ ਵਿੱਚ ਆ ਜਾਈਏ ਜਿਹੜਾ ਇਸ ਵੇਲੇ ਰਾਜ ਸੱਤਾ ਵਿੱਚ ਹੈ, ਜਿਹੜਾ ਸਾਨੂੰ ਘੱਟੋ ਘੱਟ ਇਸ ਨੀਵੀਂ ਜਾਤ ਦੇ ਹੋਣ ਦੀ ਜਿਹੜੀ ਜੂਲ ਹੈ ਇਹਦੇ ਤੋਂ ਬਾਹਰ ਕੱਢ ਸਕਦਾ ਹੈ, ਤੇ ਸਾਨੂੰ ਕਿਸੇ ਤਰੀਕੇ ਨਾਲ ਆਰਥਿਕ ਖੁਸ਼ਹਾਲੀ ਵੀ ਦੇ ਸਕਦਾ ਹੈ। ਇਹ ਜਿਹੜੀ ਕਨਵਰਸ਼ਨ ਹੋ ਰਹੀ ਸੀ, ਇਹ ਹੋ ਰਹੀ ਸੀ ਸਿੱਖਾਂ ਵਿੱਚ ਵੀ, ਹਿੰਦੂਆਂ ਵਿੱਚ ਵੀ, ਔਰ ਮੁਸਲਮਾਨਾਂ ਵਿੱਚ ਵੀ। ਔਰ ਇਸ ਕਨਵਰਸ਼ਨ ਦਾ ਹੀ ਇਹ ਨਤੀਜਾ ਨਿਕਲਿਆ ਕਿ ਸਾਰੇ ਧਰਮਾਂ ਨੇ ਆਪਣੇ ਧਰਮ ਦੀ, ਆਪਣੀ ਸੰਪਰਦਾਇ ਦੀ, ਮੈਂ ਕਹਾਂਗਾ ਜਿਹੜੀ ਰੱਖਿਆ ਜਾਂ ਉਹਦੀ ਪੁਨਰ ਸਥਾਪਨਾ ਬਾਰੇ ਸੋਚਿਆ। ਉਹਦੀ ਸਥਾਪਨਾ ਤਾਂ ਹੋ ਚੁੱਕੀ ਸੀ, ਪਰ ਉਹਦੀ ਪੁਨਰ ਸਥਾਪਨਾ ਦੀ ਲੋੜ ਸੀ, ਉਹਨੂੰ ਰੀ ਐਸਟੈਬਲਿਸ਼ ਕਰਨ ਦੀ ਲੋੜ ਸੀ, ਕਿਉਂਕਿ ਇੱਕ ਲਚਕ ਵਿੱਚ, ਇੱਕ ਲਿਕੁਇਡ ਫਾਰਮ ਵਿੱਚ ਧਰਮ ਚੱਲ ਰਹੇ ਸਨ। ਕਦੀ ਕੋਈ ਕੀ ਬਣ ਜਾਂਦਾ, ਕਦੀ ਕੋਈ ਕੇਸ ਰੱਖ ਲੈਂਦਾ, ਕਦੀ ਕੋਈ ਨਾ ਰੱਖਦਾ, ਕਦੀ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲੈਂਦਾ, ਜੋ ਚਾਹੁੰਦਾ ਤੇ ਆਪਣੇ ਫੇਰੇ ਜਿਹੜੇ ਨੇ ਉਹ ਵੇਦੀ ਦੇ ਕਰਵਾਉਂਦਾ। ਇਸ ਤਰ੍ਹਾਂ ਦੀਆਂ ਬੜੀਆਂ ਜਿਹੜੀਆਂ ਫਾਰਮੇਸ਼ਨ ਸਨ, ਉਹਦੇ ਨਾਲ ਜਿਹੜਾ ਧਰਮ ਹੈ ਉਹ ਸਿੱਖ ਧਰਮ ਵਿੱਚ ਜਿਵੇਂ ਸਿੰਘ ਸਭਾ ਲਹਿਰ ਚੱਲੀ, ਉਸੇ ਤਰੀਕੇ ਨਾਲ ਆਰੀਆ ਸਮਾਜ ਲਹਿਰ ਚੱਲੀ, ਉਸੇ ਤਰੀਕੇ ਨਾਲ ਮੁਸਲਮਾਨਾਂ ਵਿੱਚ ਕਾਦੀਆਨੀ ਲਹਿਰ ਚੱਲੀ। ਇਹ ਲਹਿਰਾਂ ਜਿਹੜੀਆਂ ਚੱਲੀਆਂ, ਇਹ ਆਪਣੇ ਆਪਣੇ ਧਰਮ ਨੂੰ ਪੁਨਰ ਸਥਾਪਨਾ ਵੱਲ ਲਿਜਾਣ ਦੀ ਲੋੜ ਸੀ। ਉਹਦੇ ਵੱਲ ਆਕਰਸ਼ਿਤ ਹੋ ਕੇ ਇਹ ਲਹਿਰਾਂ ਜਿਹੜੀਆਂ ਨੇ ਪ੍ਰਾਰੰਭ ਹੋਈਆਂ। ਉਹਨਾਂ ਨੇ ਆਪਣੇ ਧਰਮਾਂ ਬਾਰੇ ਪੁਨਰ ਵਿਚਾਰ ਕੀਤਾ, ਦੁਬਾਰਾ ਸੋਚਿਆ, ਰੀਥਿੰਕ ਕੀਤਾ ਕਿ ਸਾਡੇ ਵਿੱਚ ਕੀ ਕਮੀਆਂ ਨੇ ਜਿਹੜੀਆਂ ਸਾਡੇ ਲੋਕ ਜਿਹੜੇ ਨੇ ਉਹ ਸਾਨੂੰ ਛੱਡ ਕੇ ਜਾ ਰਹੇ ਨੇ, ਸਾਡੇ ਧਰਮ ਵਿੱਚ ਕੀ ਕਮੀ ਹੈ। ਤਾਂ ਫਿਰ ਸਿੰਘ ਸਭਾ ਲਹਿਰ ਜਿਹੜੀ ਹੈ ਉਹਨੇ ਵੀ ਵਿਚਾਰ ਕੀਤੇ, ਉਹਨੇ ਸਿੱਖੀ ਦਾ ਸਰੂਪ ਜਿਹੜਾ ਉਹ ਨਿਸ਼ਚਿਤ ਕੀਤਾ, ਉਹਨੇ ਸਿੱਖੀ ਦੀਆਂ ਰੋਹ ਰੀਤਾਂ ਜਿਹੜੀਆਂ ਨੇ ਉਹਨਾਂ ਨੂੰ ਨਿਸ਼ਚਿਤ ਕੀਤਾ। ਉਹਨੇ ਨਿਸ਼ਚਿਤ ਕੀਤਾ ਕਿ ਗੁਰਬਾਣੀ ਜਿਹੜੀ ਹੈ ਉਹ ਸਾਡਾ ਆਧਾਰ ਬਣੇ। ਉਸਨੇ ਇਹ ਨਿਸ਼ਚਿਤ ਕੀਤਾ ਕਿ ਸਾਡਾ ਸਰੂਪ ਕਿਹਾ ਜਿਹਾ ਹੋਵੇ, ਕਿ ਅਸੀਂ ਜ਼ਿੰਦਗੀ ਕਿਹੋ ਜਿਹੀ ਜੀਵੀਏ, ਇਸ ਤਰ੍ਹਾਂ ਦੀਆਂ। ਔਰ ਉਸਨੇ ਆਪਣਾ ਜਿਹੜਾ ਗੌਰਵਮਈ ਪਾਸਟ ਸੀ, ਜਿਹੜਾ ਗੌਰਵਮਈ ਸਾਡਾ ਭੂਤਕਾਲ ਸੀ, ਜਿਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸੀ, ਜਿਹਦੇ ਚ ਲੜਿਆ ਜਾਂਦਾ ਸੀ, ਜਿਹਦੇ ਚ ਸਿੱਖ ਗੁਰੂਆਂ ਤੇ ਸਿੱਖਾਂ ਦੋਨਾਂ ਦੀਆਂ ਰੋਹ ਰੀਤਾਂ ਜਿਹੜੀਆਂ ਨੇ ਉਹ ਇੰਨੇ ਉੱਚੇ ਪੱਧਰ ਦੀਆਂ ਸੀ ਕਿ ਅਸੀਂ ਉਸਦੀ ਅਗਰ ਵਿਆਖਿਆ ਜਗ੍ਹਾ ਜਗ੍ਹਾ ਕਰੀਏ, ਆਪਣੇ ਧਰਮ ਸਥਾਨਾਂ ਤੇ ਕਰੀਏ, ਤਾਂ ਫਿਰ ਸਾਡੀ ਕੌਮ ਜਿਹੜੀ ਹੈ ਉਹ ਪੁਨਰ ਸੁਰਜੀਤ ਹੋ ਸਕਦੀ ਹੈ। ਇਹ ਲਹਿਰਾਂ ਜਿਹੜੀਆਂ ਸੀ ਉਹ ਬੇਸਿਕਲੀ ਆਪਣੇ ਲੋਕਾਂ ਨੂੰ ਪੁਨਰ ਸੁਰਜੀਤੀ ਵੱਲ ਲੈ ਕੇ ਜਾਣ ਦਾ ਤਰੀਕਾ ਸੀ, ਦੀ ਵਿਧੀ ਸੀ।
ਇਹਦੇ 'ਚ ਬੜੇ ਬੜੇ ਮਹਾਨ ਲੋਕ ਜਿਹੜੇ ਨੇ ਉਹ ਸ਼ਾਮਿਲ ਹੋਏ। ਇਹਦੇ 'ਚ ਲੋਕਾਂ ਨੇ ਟਰੈਕਟ ਜਿਹੜੇ ਨੇ ਕੱਢ ਕੇ ਆਪਣੇ ਧਰਮਾਂ ਦੇ ਪ੍ਰਚਾਰ ਕੀਤੇ, ਕਿਉਂਕਿ ਛਾਪਾਖਾਨਾ ਆ ਚੁੱਕਾ ਸੀ। ਬੜੀ ਮਿਹਨਤ ਨਾਲ ਇਹ ਟਰੈਕਟ ਛਪਦੇ ਔਰ ਇਹਨਾਂ ਨੂੰ ਵੰਡਿਆ ਜਾਂਦਾ ਔਰ ਲੋਕਾਂ ਨੂੰ ਇਹ ਦੱਸਿਆ ਜਾਂਦਾ। I will come back to you. ਤੁਸੀਂ ਥੋੜੀ ਬ੍ਰੇਕ ਲਵੋ ਕੰਮ ਮੈਂ ਤੁਹਾਨੂੰ I will back to you। ਗਿਆਨੀ ਧਰਮ ਸਿੰਘ ਜੀ, ਤੁਸੀਂ ਕੋਈ ਚੀਜ਼ ਐਡ ਕਰਨੀ ਹੋਵੇ ਇੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਜੀ ਬੜੇ ਸੋਹਣੇ ਲਫ਼ਜ਼ਾਂ 'ਚ ਦੱਸ ਰਹੇ ਸਨ। ਗੱਲ ਤੇ ਇਹੋ ਹੀ ਆ ਕਿ ਜਿਹੜਾ ਸਿੰਘ ਸਭਾ ਲਹਿਰ ਹੈ ਉਹਦੀ ਸ਼ੁਰੂਆਤ ਇਸੇ ਕਰਕੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਹੀ ਵੈਸੇ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਤੇ ਉਹਨਾਂ ਤੋਂ ਬਾਅਦ ਬਹੁਤ ਜ਼ਿਆਦਾ ਡਾਊਨਫਾਲ ਆਇਆ, ਜਿਹਦੇ ਕਰਕੇ ਜਿਹੜੀਆਂ ਅਨਮਤੀ ਰਸਮਾਂ ਰੀਤਾਂ ਜਿਵੇਂ ਜ਼ਿਕਰ ਕੀਤਾ ਗਿਆ ਵੇਦੀ ਦੇ ਦੁਆਲੇ ਹੁਣ ਫਿਰ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਮੂਰਤੀਆਂ ਰੱਖੀਆਂ ਗਈਆਂ ਸਨ, ਉਹਨਾਂ ਦੀ ਪੂਜਾ ਹੁੰਦੀ ਸੀਗੀ। ਥਾਂ ਥਾਂ ਤੇ ਜਿਹੜੇ ਗੁਰੂ ਅੰਸ਼ ਵਿੱਚੋਂ ਆਪਣੇ ਆਪ ਨੂੰ ਅਖਵਾ ਕੇ ਉਹਨਾਂ ਨੇ ਗੱਦੀਆਂ ਲਾਈਆਂ ਤੇ ਗੁਰੂਆਂ ਵਾਂਗੂ ਮੱਥੇ ਟਿਕਾਏ ਜਾਂਦੇ ਸੀਗੇ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਗੁਰਸਿੱਖਾਂ ਨੂੰ ਧੂਹ ਪਾਉਂਦੀਆਂ ਸੀਗੀਆਂ, ਜਿਨ੍ਹਾਂ ਦੇ ਅੰਦਰ ਸਿੱਖੀ ਦਾ ਦਰਦ ਤੇ ਸਿੱਖੀ ਜੀਵਨ ਸੀ ਜਿਨ੍ਹਾਂ ਦਾ। ਤੇ ਉਹਨਾਂ ਨੇ ਫਿਰ ਹੰਭਲਾ ਮਾਰਿਆ ਕਿ ਜਿਵੇਂ ਬਾਕੀ ਹੋਰ ਵੀ ਕਰ ਰਹੇ ਸੀਗੇ, ਜਿਵੇਂ ਆਰੀਆ ਸਮਾਜੀ ਮੁਸਲਮਾਨ ਵਗੈਰਾ ਸਾਰੇ ਉਦਾਂ ਹੀ ਸਿੰਘਾਂ ਸ਼ੁਰੂ। ਥੈਂਕ ਯੂ ਡਾਕਟਰ ਧਰਮ ਸਿੰਘ ਜੀ। ਲੈਟਸ ਸਟਾਰਟ ਸਾਡੇ ਐਡ ਕਰੋ ਕੋਈ ਚੀਜ਼ ਜਿਹੜੀ ਤੁਸੀਂ ਨਵੀਂ ਤੁਹਾਡੇ ਖਿਆਲ ਅਨੁਸਾਰ ਹੋਵੇ। ਜਿਹੜਾ ਆਲਰੇਡੀ ਮੈਸੇਜ ਮਿਲ ਗਿਆ ਸਾਨੂੰ, ਉਸ ਨੂੰ ਅਸੀਂ ਜੇ ਨਾ ਦੁਬਾਰਾ ਰਿਪੀਟ ਕਰੀਏ ਤਾਂ ਸਾਨੂੰ ਫਾਇਦਾ ਇਹ ਹੋਏਗਾ ਕਿ ਅਸੀਂ ਹੋਰ ਚੀਜ਼ਾਂ ਡਿਸਕਸ ਕਰ ਸਕਾਂਗੇ ਇਸ ਸਮੇਂ ਦੇ ਵਿੱਚ, ਕਿਉਂਕਿ ਲਿਮਟਿਡ ਸਮਾਂ ਸਾਡੇ ਕੋਲ 1 ਘੰਟੇ ਦਾ। ਸੋ ਭਾਈ ਮਨਦੀਪ ਸਿੰਘ, ਕੋਈ ਨਵੀਂ ਚੀਜ਼ ਇੱਥੇ ਤੁਸੀਂ ਐਡ ਕਰਨੀ ਹੋਵੇ ਜੋ ਆਲਰੇਡੀ, ਇਸ ਤੋਂ ਇਲਾਵਾ ਜੋ ਆਲਰੇਡੀ ਗਿਆਨੀ ਧਰਮ ਸਿੰਘ ਤੇ ਡਾਕਟਰ ਨਰਿੰਦਰ ਸਿੰਘ ਨੇ ਵਿਚਾਰ ਦਿੱਤੇ ਨੇ ਸਿੰਘ ਸਭਾ ਬਾਬਤ? ਤੇ ਕਿਉਂਕਿ ਇਹਦਾ ਜਿਹੜਾ ਇਤਿਹਾਸ ਜਿਹੜਾ ਹੈਗਾ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੀ ਹੈਗਾ ਵੀ 1907 ਤੋਂ ਤਕਰੀਬਨ 20 ਸਾਲ ਪਹਿਲਾਂ ਤਕਰੀਬਨ ਜਿਹੜੀ ਹੈਗੀ ਆ ਇਹਦੇ ਵਿੱਚ ਜਾਗ੍ਰਿਤੀ ਜਿਹੜੀ ਆਉਂਦੀ ਆ। ਇਹ ਵਿੱਚ ਡੇਟ ਅਸੀਂ ਇਹ ਐਡ ਕਰ ਸਕਦੇ ਹੈਗੇ ਕਿ ਤਕਰੀਬਨ 1870 ਤੋਂ 1880 ਦੇ ਵਿਚਕਾਰ ਜਿਹੜੀ ਹੈਗੀ ਆ ਇਹ ਜਿਹੜੀ ਸਾਡੇ, ਕਿਉਂਕਿ ਬਾਕੀ ਹਿੰਦੂ ਧਰਮ ਜਿਹੜਾ ਆਰੀਆ ਸਮਾਜ ਪਹਿਲਾਂ ਐਕਟਿਵ ਹੋ ਗਏ ਸੀਗੇ, ਈਸਾਈ ਮਿਸ਼ਨਰੀ ਜਿਹੜੇ ਸੀਗੇ ਉਹ ਵੀ ਸਿੱਖ ਰਾਜ ਦੇ ਜਾਣ ਤੋਂ ਬਾਅਦ ਵਿੱਚ ਐਕਟਿਵ ਉਦੋਂ ਹੀ ਹੋ ਗਏ ਸੀਗੇ। ਤੇ ਇਹ ਜਿਹੜੀ ਸਾਡੇ ਦੇ ਵਿੱਚ ਜਿਹੜੀ ਜਾਗ੍ਰਿਤੀ ਹੈ ਇਹਨਾਂ ਤੋਂ ਬਾਅਦ ਦੇ ਵਿੱਚ ਆਈ। ਤੇ ਫਿਰ ਗਿਆਨੀ ਗੁਰਮੁਖ ਸਿੰਘ, ਭਾਈ ਵੀਰ ਸਿੰਘ, ਇਹ ਜੇ ਹੋਰ ਵੀ ਜਿਹੜੇ ਉਸ ਵੇਲੇ ਦੇ ਬੜੇ ਨੌਲੇਜ ਵਾਲੇ ਗਿਆਨੀ ਦਿੱਤ ਸਿੰਘ, ਇਹ ਬੜੇ ਸਿੱਖ ਜਿਹੜੇ ਸੀਗੇ, ਇਹਨਾਂ ਨੇ ਜਿਹੜੀ ਹੈਗੀ ਆ ਇਹ ਲਹਿਰ ਜਿਹੜੀ ਹੈਗੀ ਆ ਅਦਾ ਕਰਨ ਦੇ ਵਿੱਚ ਜਿਹੜਾ ਬੜਾ ਮਹੱਤਵਪੂਰਨ ਯੋਗਦਾਨ ਦਿੱਤਾ। ਉਹਦੇ ਵਿੱਚ ਫਿਰ ਖਾਲਸਾ ਸਮਾਚਾਰ, ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ, ਤੇ ਖਾਲਸਾ ਟਰੈਕਟ ਜਿਹੜੀ ਹੈਗੀ ਇਹਦੀ ਸਥਾਪਨਾ ਕੀਤੀ ਗਈ। ਰਸਾਲੇ ਤਿਆਰ ਕਰਨੇ, ਵੱਡੇ ਵੱਡੇ ਜਿਹੜੇ ਸਕੋਲਰ ਉਸ ਟਾਈਮ ਦੇ ਸੀਗੇ, ਉਹਨਾਂ ਨੇ ਜਾਗਰਤੀ ਲਿਆਉਣ ਦੇ ਵਾਸਤੇ ਜਿਹੜਾ ਹੈਗਾ ਆ ਆਪਣਾ ਪ੍ਰਚਾਰ ਜਿਹੜਾ ਪਰਚੀਆਂ ਦੁਆਰਾ, ਰਸਾਲਿਆਂ ਦੁਆਰਾ, ਅਖਬਾਰਾਂ ਦੇ ਦੁਆਰਾ ਲਿਆ। ਇਹਦੇ ਦੌਰਾਨ ਚੀਫ ਖਾਲਸਾ ਦੀਵਾਨ ਉਹਦੀ ਵੀ ਸਥਾਪਤੀ ਹੁੰਦੀ ਹੈਗੀ ਆ। ਇਹਦੇ ਦੌਰਾਨ we'll come back to that ਭਾਈ ਮਨਦੀਪ ਸਿੰਘ ਜੀ। ਦੇਖੋ, ਜਿਹੜਾ ਸਿੰਘ ਸਭਾ ਲਹਿਰ ਦੇ ਮੌਕੇ 2 ਚੀਜ਼ਾਂ ਸ਼ੁਰੂ ਹੋਈਆਂ ਨੇ। ਇੱਕ ਤਾਂ ਇਹ ਕਿ ਬਈ ਜਦੋਂ ਉਹ ਜਿਹੜਾ ਅੰਮ੍ਰਿਤਸਰ ਦੀ ਸੀਗੀ ਸਿੰਘ ਸਭਾ, ਤੇ ਦੂਜੀ ਸੀਗੀ ਲਾਹੌਰ ਦੀ ਸਿੰਘ ਸਭਾ। ਅੰਮ੍ਰਿਤਸਰ ਦੀ ਸਿੰਘ ਦੇ ਵਿੱਚ ਜ਼ਿਆਦਾ ਸਨਾਤਨੀ ਪ੍ਰਭਾਵ ਸੀਗੇ। ਉਹਦਾ ਬਾਬਤ ਥੋੜਾ ਜਿਹਾ ਚਾਨਣ ਪਾਓ ਡਾਕਟਰ ਇੰਦਰਜੀਤ ਸਿੰਘ ਜੀ, ਬਈ ਉਹ ਕਿਸ ਤਰ੍ਹਾਂ ਸੀ ਸਨਾਤਨੀ ਸਭਾ ਜਿਹੜੀ ਅੰਮ੍ਰਿਤਸਰ ਦੀ ਸੀਗੀ, ਉਹਦਾ ਫਰਕ ਸੀ ਲਾਹੌਰ ਦੀ ਸਭਾ ਨਾਲੋਂ? ਇਸ ਤਰ੍ਹਾਂ ਜੀ ਬਈ ਜਿਹੜੀ ਸਿੰਘ ਸਭਾ ਲਹਿਰ ਦੀ ਜਿਹੜੀ ਫੌਰੀ ਸਥਾਪਨਾ ਸੀ, ਉਹਦਾ ਕਾਰਨ 1973 ਵਿੱਚ ਅੰਮ੍ਰਿਤਸਰ ਮਿਸ਼ਨ ਦੇ 4 ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਨੂੰ ਅਪਣਾਉਣ ਦੀ ਇੱਛਾ ਦਾ ਐਲਾਨ ਕਰਤਾ ਸੀ। ਸਿੱਖਾਂ ਦੇ ਧਾਰਮਿਕ ਜਜ਼ਬਾਤ ਹਲੂਣੇ ਗਏ ਤੇ ਸਿੱਖ ਅਨੁਭਵ ਕਰਨ ਲੱਗ ਪਏ ਕਿ ਉਹਨਾਂ ਦੀ ਹੋਂਦ ਤੇ ਹਸਤੀ ਹੁਣ ਖਤਰੇ 'ਚ ਹੈ। ਅੰਮ੍ਰਿਤਸਰ ਵਿੱਚ ਸਿੱਖ ਹਸਤੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਠਾਕਰ ਸਿੰਘ ਸੰਧਾਵਾਲੀਆ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਤੇ ਭਾਈ ਜਵਾਹਰ ਸਿੰਘ ਤੇ ਭਾਈ ਮਈਆ ਸਿੰਘ ਆਦਿ ਦੀ ਅਗਵਾਈ ਵਿੱਚ ਸਿੰਘ ਸਭਾ ਲਹਿਰ ਦੀ ਸਥਾਪਨਾ ਦਾ ਯਾਨੀ ਐਲਾਨ ਕੀਤਾ ਗਿਆ ਸੀ। ਇਸ ਲਹਿਰ ਦਾ ਮੁੱਖ ਉਦੇਸ਼ ਜਿਹੜਾ ਉਹ ਧਾਰਮਿਕ ਕਰਮ ਕਾਂਡ ਤੇ ਬੁੱਤ ਪੂਜਾ ਤੋਂ ਪਰੇ ਹਟਾਉਣਾ ਸੀ ਤੇ
ਸਿੱਖ ਆਤਮਾ ਨੂੰ ਆਪਣੇ ਗੌਰਵਸ਼ਾਲੀ ਵਿਰਸੇ ਨਾਲ ਜੋੜਨਾ ਸੀ। ਹਾਂਜੀ ਡਾਕਟਰ ਇੰਦਰਜੀਤ ਸਿੰਘ ਜੀ, ਇੱਕ ਮਿੰਟ ਜਰਾ ਰੁਕਿਓ। ਆਪਣੇ ਇਹਨਾਂ ਦਾ ਫਰਕ ਕੀ ਸੀਗਾ? ਜਿਹੜੀ ਅੰਮ੍ਰਿਤਸਰ ਦੀ ਜਿਹੜੀ ਸਿੰਘ ਸਭਾ ਸੀ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਸੀ, ਉਹਨਾਂ ਦਾ ਫਰਕ ਕੀ ਸੀ ਦੋਨਾਂ ਦਾ? ਕਿਉਂਕਿ ਅੰਮ੍ਰਿਤਸਰ ਦੀ ਸਿੱਖ ਜਿਹੜੀ ਸਭਾ ਸੀਗੀ ਉਹਦੇ ਵਿੱਚ ਸੀਗੇ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਅਵਤਾਰ ਮੰਨਦੇ ਆ ਅਸੀਂ ਵਿਸ਼ਨੂੰ ਜੀ ਦਾ, ਤੇ ਉਹ ਖੇਮ ਸਿੰਘ ਹੋਣੀ, ਖੇਮ ਸਿੰਘ ਬੇਦੀ ਉਹਨਾਂ ਦੇ ਪ੍ਰਧਾਨ ਵਗੈਰਾ ਸੀਗੇ, ਜਾਂ ਉਹਨਾਂ ਦੇ ਨਾਲ ਹੋਰ ਜਿਹੜੇ ਜਾਤ ਪਾਤ ਮੰਨਣ ਵਾਲੇ ਲੋਕ ਸੀਗੇ ਸਿੱਖਾਂ ਦੇ ਵਿੱਚ, ਉਹਨਾਂ ਦਾ ਗਰੁੱਪ ਸੀਗਾ ਉਹ। ਕੀ ਖਿਆਲ ਹੈ ਅੰਮ੍ਰਿਤਸਰ ਦੀ ਜਿਹੜੀ ਸਭਾ ਸੀਗੀ? ਤੇ ਉਹ ਕਹਿੰਦੇ ਸੀ ਅਸੀਂ ਹਿੰਦੂਆਂ ਦਾ ਹਿੱਸਾ, ਇਸੇ ਕਰਕੇ ਉਹਨਾਂ ਨੂੰ ਸਨਾਤਨੀ ਸਿੱਖ ਕਹਿੰਦੇ ਸੀ, ਇਜ਼ਨਟ ਇਟ? ਕੋਈ ਹੋਰ ਸੱਜਣ ਇਸ ਪਾਸੇ ਵਿਚਾਰ ਦੱਸਣਾ ਚਾਹਵੇ? ਕਿਉਂਕਿ ਸੇ ਇੰਪੋਰਟੈਂਟ ਡਿਫਰੈਂਸ ਕਿ ਵੀ ਦੋ ਸਭਾਵਾਂ ਜਿਹੜੀਆਂ ਨੇ ਵੱਖੋ ਵੱਖਰੀਆਂ ਸੀਗੀਆਂ, ਉਹਨਾਂ ਦਾ ਬੜਾ ਫਰਕ ਸੀ ਇੱਕ ਦੂਜੇ ਦੇ ਨਾਲੋਂ। ਹਾਂਜੀ, ਇਹਨਾਂ ਦੇ ਵਿੱਚ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਹੀ ਆ ਕਿ ਬਾਬਾ ਖੇਮ ਸਿੰਘ ਬੇਦੀ ਜਿਹੜੇ ਸੀਗੇ ਉਹ ਗੱਦੀ ਵੀ ਲਾਉਂਦੇ ਸੀਗੇ, ਤੇ ਇਹਨਾਂ ਦੇ ਵਿੱਚ ਤਾਰਾ ਸਿੰਘ ਨਰੋਤਮ ਵਰਗੇ ਬੰਦੇ ਵੀ ਸੀਗੇ ਜਿਹੜੇ ਇਹ ਮੰਨਦੇ ਸੀਗੇ ਕਿ ਸਿੱਖਾਂ ਦੇ ਵਿੱਚ ਅੰਮ੍ਰਿਤ ਇੱਕ ਵਾਰੀ ਅੰਮ੍ਰਿਤ ਛਕਿਆ ਇੱਕ ਥਾਂ ਤੇ ਬਾਟੇ ਦੇ ਵਿੱਚ ਤੇ ਉਹਨਾਂ ਦੀ ਜਾਤ ਪਾਤ ਖਤਮ ਨਹੀਂ ਹੁੰਦੀ। ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਸੀਗੀਆਂ ਅਵਤਾਰਵਾਦ ਨੂੰ ਮੰਨਣਾ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਹੀ ਹੈ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਜਿਹੜੇ ਵਿਦਵਾਨ ਸੀਗੇ, ਜਿਹੜੇ ਤਤ ਗੁਰਮਤ ਦਾ ਰੱਖਦੇ ਸੀਗੇ ਗਿਆਨ, ਤੇ ਉਹਨਾਂ ਨੂੰ ਇਹ ਨਹੀਂ ਸੀ ਠੀਕ ਲੱਗ ਰਿਹਾ। ਯੈਸ, ਤੇ ਫਿਰ ਉਹਨਾਂ ਨੇ ਮੰਨ ਲਿਓ ਉਹਨਾਂ ਚੀਜ਼ਾਂ ਦੀ ਵਿਰੋਧਤਾ ਕੀਤੀ। ਉਹਨਾਂ ਨੇ ਬਾਅਦ ਫਿਰ ਇਹ ਸਿੰਘ ਸਭਾ ਅੰਮ੍ਰਿਤਸਰ ਸੀ, ਤੇ ਬਾਅਦ ਚ ਫਿਰ ਉਹਨਾਂ ਨੇ ਲਾਹੌਰ ਦੇ ਵਿੱਚ ਸ਼ੁਰੂ ਕੀਤੀ, ਜਿਹਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਜੀ ਤੇ ਇਹਨਾਂ ਦੇ ਨਾਲ ਹੋਰ ਇਸੇ ਤਰ੍ਹਾਂ ਦੇ ਚੋਟੀ ਦੇ ਵਿਦਵਾਨ ਜਿਹੜੇ ਸੀਗੇ ਉਹ ਆਏ। ਤੇ ਇਹਨਾਂ ਦੇ ਵਿੱਚ ਕਿਉਂਕਿ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਅਖਬਾਰ ਵੀ ਸ਼ੁਰੂ ਕੀਤੀ, ਗਿਆਨੀ ਦਿੱਤ ਸਿੰਘ ਹੋਰਾਂ ਨੇ ਕਵਿਤਾਵਾਂ ਤੇ ਲੇਖ ਕੇ, ਤੇ ਉਹਨਾਂ ਚ ਵਿਦਵਾਨ ਵੀ ਬਹੁਤ ਸੀਗੇ, ਉਹਨਾਂ ਦੇ ਅੰਦਰ ਜਜ਼ਬਾ ਵੀ ਬਹੁਤ ਸੀਗਾ। ਫਿਰ ਉਹਨਾਂ ਦਾ ਜਿਹੜਾ ਪਲੜਾ ਸੀਗਾ ਇਸ ਅੰਮ੍ਰਿਤਸਰ ਵਾਲੀ ਸਿੰਘ ਸਭਾ ਨਾਲੋਂ ਕਿਤੇ ਵਧੇਰੇ ਹੋ ਗਿਆ, ਲੋਕਾਂ ਦੇ ਵਿੱਚ ਪ੍ਰਭਾਵ ਵੱਡੇ ਉਹਨਾਂ ਨੇ ਸਮਾਗਮ ਵੀ ਕੀਤੇ ਜਿਨ੍ਹਾਂ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਸੀ ਸਿੱਖ ਵਿਰੋਧੀਆਂ ਨੂੰ। ਸੋ ਤਤ ਖਾਲਸਾ ਜਿਹੜਾ ਸੀਗਾ ਪ੍ਰਿੰਸੀਪਲ, ਜਿਹੜੇ ਖਾਲਸਾ ਰਹਿਦੇ ਸੀਗੇ, ਉਹ ਇਹਨਾਂ ਨੇ ਪ੍ਰਮੋਟ ਕੀਤੇ ਲਾਹੌਰ ਸਿੰਘ ਸਭਾ ਨੇ। ਜਿਹੜੇ ਸੀਗੇ ਅੰਮ੍ਰਿਤਸਰ ਦੀ ਲਹਿਰ ਵਾਲੇ ਸਿੰਘ ਸਭਾ, ਉਹ ਸਾਰਾ ਕੁਝ ਉਹਨਾਂ ਦਾ ਮੰਬੋ ਜੰਬੋ ਸੀਗਾ ਕੰਮ, ਹਰ ਇੱਕ ਚੀਜ਼ ਪ੍ਰਬੰਧ ਸੀ ਉਹਨਾਂ ਦੇ ਵਿੱਚ, ਹਾਂਜੀ। ਹਾਂਜੀ, ਆਪਣੇ ਨਾਲ ਇੱਥੇ ਹੋਰ ਸੱਜਣ ਹੈ ਸਰਬਜੀਤ ਸਿੰਘ ਹੋਣੀ, ਤੁਸੀਂ ਆਪਣਾ ਕੋਈ ਵਿਚਾਰ ਪੇਸ਼ ਕਰੋ ਜੀ। ਵੈਲਕਮ ਸਰਦਾਰ ਸਰਬਜੀਤ ਸਿੰਘ। ਇਹਨਾਂ ਸਭਾਵਾਂ ਬਾਬਤ ਗੱਲ ਕਰ ਰਹੇ ਹਾਂ, ਅੰਮ੍ਰਿਤਸਰ ਦੀ ਸਿੰਘ ਸਭਾ ਤੇ ਲਾਹੌਰ ਦੀ ਸਿੰਘ ਸਭਾ ਦਾ ਵੀ ਫਰਕ ਕੀ ਸੀ ਉਹਨਾਂ ਦਾ? ਆਪਣਾ ਅੰਮ੍ਰਿਤਸਰ ਦੇ ਵਿੱਚ ਤਾਂ ਇੱਥੇ ਬਹੁਤ ਹੀ ਇੱਕ ਕਿਸਮ ਦਾ ਪਤਨ ਆ ਚੁੱਕਾ ਸੀ, ਤੇ ਅਖਬਾਰਾਂ ਵਿੱਚ ਖਬਰਾਂ ਛਪੀਆਂ ਕਿ ਜਿਹੜੀ ਇੱਕ ਦੁੱਖ ਭੰਜਨੀ ਬੇਰੀ ਏ, ਉਹਦੇ ਨੇੜੇ ਇੱਕ ਕਮਰਾ ਹੈ, ਉਹਦੇ ਵਿੱਚ ਇੱਕ ਦੇਵੀ ਏ, ਇੱਕ ਦੇਵੀ ਦੀ ਫੋਟੋ ਹੈ, 10-20 ਬਾਹਾਂ ਵਾਲਾ ਚਿੱਤਰ ਹੈ। ਯਾਨੀ ਦੁੱਖ ਭੰਜਨੀ ਦੇ ਨੇੜੇ ਇੱਕ ਕਮਰੇ 'ਚ ਦੇਵੀ ਦਾ ਚਿੱਤਰ ਹੈ, ਤੇ ਦੇਵੀ ਦੇ ਹੱਥ ਵਿੱਚ ਇੱਕ ਖੰਡਾ ਵੀ ਹੈਗਾ, ਤੇ ਉਹਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੰਗੇ ਪੈਰ ਖੜੇ ਹੋ ਕੇ ਉਸ ਤੋਂ ਸ਼ਕਤੀ ਦਾ ਵਰਦਾਨ ਮੰਗ ਰਹੇ ਨੇ। ਇਹ ਏਦਾਂ ਦੀ ਗੱਲ ਹੋ ਗਈ। ਤੇ ਇੱਕ ਵਾਰੀ ਜਿਹੜਾ ਤਰਨਤਾਰਨ ਦੀ ਖਬਰ ਆਈ ਕਿ ਗੁਰੂ ਅਰਜਨ ਦੇਵ ਜੀ ਦਾ ਉੱਥੇ ਸਰਾਧ ਮਨਾਇਆ ਗਿਆ, ਗੁਰਦੁਆਰਾ ਤਰਨਤਾਰਨ ਸਾਹਿਬ ਦੇ ਪਰਿਕਰਮਾ ਉੱਥੇ। ਇਸ ਤਰ੍ਹਾਂ ਇੱਕ ਰਿਪੋਰਟ ਹੋਰ ਆਈ ਸੀ ਕਿ ਇੱਕ ਤਰਨਤਾਰਨ ਦਾ ਬੁੰਗਾ, ਉੱਥੇ ਇੱਕ ਸਿੱਖ ਨੇ ਈਸਾਈ ਮਤ ਧਾਰਨ ਕਰਕੇ ਉਹ ਜਿਹੜਾ ਬੁੰਗਾ ਉਹਨੂੰ ਗਿਰਜੇ ਦਾ ਰੂਪ ਦੇ ਦਿੱਤਾ, ਤੇ ਪਿੰਡਾਂ ਵਿੱਚ ਧਰਮਸ਼ਾਲਾਵਾਂ ਗਾਇਬ ਹੋ ਗਈਆਂ, ਤੇ ਪਿੰਡਾਂ ਚ ਮਸਜਿਦ ਤੇ ਚਰਚ ਹੀ ਰਹਿ ਗਏ। ਇੰਨੀ ਪਤਨ ਸੀ ਕਿ ਇੱਕ ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ ਨੂੰ ਇੱਕ ਦੀਵਾਨ ਵਿੱਚੋਂ ਪ੍ਰਸ਼ਾਦ ਹੀ ਨਾ ਦਿੱਤਾ ਗਿਆ, ਤੇ ਉਹ ਖਾਲੀ ਪਰਤ ਗਿਆ, ਕਿਉਂਕਿ ਉਹ ਮਜ਼ਹਬੀ ਸਿੱਖ ਸੀ ਤੇ ਉਹਨੂੰ ਪ੍ਰਸ਼ਾਦ ਹੀ ਨਾ ਦਿੱਤਾ। ਇਸ ਤਰ੍ਹਾਂ ਦੇ ਹਾਲਾਤਾਂ ਦੇ ਅੰਦਰ ਇਹ ਅੰਗਰੇਜ਼ਾਂ ਵੱਲੋਂ
ईसाई मत के प्रचार के मिशन बहुत कायम किए गए, लुधियाना, तरन तारण, अमृतसर, अजनाला वगैरह। इस तरह छोटियां जमातां के लोग जिहड़े ने ईसाई बनने शुरू हो गए। और पहला ईसाई वो दौद सिंह बनिया, जो अमृतसर विच पुजारी वजों कानपुर तो आया ते अमृतसर मिशन विच स्वदेशी स्कूल खोलिया गया। इस तरह होर थावां ते स्कूल, हस्पताल ते यतीम खाने खोले गए। ते एक सुल्तानविंद दा ग्रंथी सी केसर सिंह, वो ईसाई बन गया सी। मुसलमान मौलवी इमाम दीन सी, वो हिंदू खत्री एक रुलिया राम सी, वो भी ईसाई बन गए। इस तरह 12 साल के समय विच सियालकोट विच 1200 भंगी जात नाल संबंधित व्यक्ति ईसाई बने। ते 1900 ईस्वी तक अद्धा सियालकोट ईसाई बन गया। 1853 महाराजा दलीप सिंह ईसाई बनाया गया। और कपूरथला दा राजा है, ओदा भतीजा भी ईसाई बनया। इस समय ईसाइयां का एक बुंगा जिहड़ा ईसाइयां ने की कीता, हरिमंदर साहब दे नेड़े एक बुंगा किराए ते ले लिया ते अपने मत दा प्रचार शुरू करता। इस तरह सिखां लई भयानक सिरदर्दी बन गई ईसाई मत दा जिहड़ा प्रचार है। Thank you ji for sharing that. That's very important. Mr. आपने सर्वजीत सिंह जी, सरदार सर्वजीत सिंह, अपने आप ਨੂੰ अनम्यूट करो। सरदार सर्वजीत सिंह, अपने आप ਨੂੰ अनम्यूट करो। अनम्यूट करो अपने आप ਨੂੰ। चलो कोई नहीं, फिर अपने आप ਨੂੰ अनम्यूट करो, फिर ही गल कर सकते तुसी। इसे क्वेश्चन दे विच ਜਿਹੜੀ ਗੱਲ ਕਰ ਰਹੇ ਨੇ ਡਾਕਟਰ ਇੰਦਰਜੀਤ ਸਿੰਘ, ਕੋਈ ਹੋਰ ਸੱਜਣ ਕੋਈ ਉਹਦੇ ਵਿੱਚ ਐਡ ਕਰਨਾ ਚਾਹਵੇ ਜਾਂ ਕੋਈ ਹੋਰ ਇਨਫੋਰਮੇਸ਼ਨ ਦੱਸਣੀ ਚਾਹਵੇ ਉਹਦੇ ਵਿੱਚ, ਪਲੀਜ਼। ਵਿਜੇਂਦਰਾ ਜੀ ਦਾ ਵਿਊ, ਵਿਜੇਂਦਰਾ ਜੀ ਦਾ ਵਿਜੇਂਦਰਾ ਜੀ ਦੇਖ ਲਓ ਕਿੰਨੀ ਮਤਲਬ ਗਿਰਾਵਟ ਆ ਗਈ ਸੀ ਸਿੱਖ ਰਾਜ ਜਾਣ ਤੋਂ ਬਾਅਦ ਦੇ ਵਿੱਚ। ਅੱਜ ਕੱਲ ਵੀ ਉਹੀ ਹਾਲਾਤ ਨੇ ਹੋਏ। हाँ, एक चीज मैं जरा थोड़ा सा कहना चाहूंगा। हाँ जी। ये ईसाइयों के ऊपर जो कन्वर्सन के आरोप लगाए जाते हैं, तो एक चीज हमको नहीं भूलनी चाहिए कि ईस्ट इंडिया कंपनी ने 1812 तक ईसाई मिशनरियों को घुसने नहीं दिया था। और एक मिशनरी जो सबसे जो फादर ऑफ मॉडर्न मिशन है जो आया, उसको लैंड करना पड़ा डेनिश सेटलमेंट में। उनको ये था कि ये कन्वर्जन का चक्कर चला देंगे। कारण ये था कि जो एजुकेशन और हेल्थ पर ईसाइयों का बड़ा जोर था, तो बड़े बड़े हॉस्पिटल वगैरह पंजाब में एक्टिविटी बढ़ी। तो मतलब ये महसूस हुआ लोगों को कि वो लोग जो गरीब वर्ग के हैं उनके साथ कोई ईसाई तो भेदभाव करते नहीं थे और उनको बराबर का दर्जा देते थे। तो आदमी के अंदर स्वाभिमान स्वाभाविक चीज है, तो बहुत सारे लोग कन्वर्ट होने लगे थे। ये बात सही है बिल्कुल। लेकिन इसमें बजाय आज की तारीख में भी सेल्फ एग्जामिनेशन करने के बजाय वो आर्य समाजियों ने भी ईसाइयों के पीछे पड़ गए, सिख लोग भी पीछे पड़ गए और दोनों मिल गए आपस में। अपनी कमियां नहीं उन्होंने देखी कि भाई आखिर क्या वजह है कि जो आदमी सिख हुआ है वो लौट करके ईसाई हो रहा है। तो मंदिर में कड़ा प्रसाद नहीं मिल रहा है, मंदिर में ब्राह्मण पुजारी बैठा हुआ है, गुरुद्वारे में वो मूर्तियां भी रख दी गई हैं। वो हर तरह के वो जो काम जो गुरु नानक साहब ने या पंथ में जो मना किए गए थे वो सब काम कोई उदासी बन के कर रहा है, कोई सीधे कर रहा है। तो ये जो कमियां थी ये सिख ये SGPC ने कहिए या ये जो अपने अमृतसर सिंह सभा ने, लाहौर के विद्यार्थियों ने, खालसा कॉलेज वालों ने, इन्होंने बचा लिया सिख धर्म को। वरना तो ये पढ़ा दिया था सिखों को कि आप तो हिंदुओं की रक्षा करने आए हैं, और वो हिंदू मुसलमान का और ईसाई मुसलमान का चक्कर चला दिया था। तो जो गलतियां जो भी हुई हैं आज कम से कम सबक लिया जा सकता है उनसे। थैंक यू जी, थैंक यू फॉर शेयरिंग योर ऑब्जर्वेशंस। ਇਸੇ ਦੇ ਕਨੈਕਸ਼ਨ ਦੇ ਵਿੱਚ ਗਿਆਨੀ ਧਰਮ ਸਿੰਘ ਜੀ ਕੋਈ ਹੋਰ ਚੀਜ਼ ਐਡ ਕਰਨਾ ਚਾਹੋ ਤੁਸੀਂ? ਮੈਂ ਇਹਨਾਂ ਦੇ ਨਾਲ ਸਹਿਮਤ ਹਾਂ, ਕਿਉਂਕਿ ਅੱਜ ਵੀ ਜੇ ਦੇਖੀਏ ਤੇ ਸਾਨੂੰ ਮੁੜ ਕੇ ਉਹੋ ਜੀ ਲਹਿਰ ਹੀ ਚਲਾਉਣ ਦੀ ਲੋੜ ਆ
ਉਹਦਾ ਕਾਰਨ ਇਹ ਆ ਕਿ ਜਿਹੜੀ ਸਭ ਤੋਂ ਵੱਡੀ ਮਾਨਵਤਾ ਵਾਸਤੇ ਜਿਹੜਾ ਕਲੰਕ ਤੇ ਦੁਖਦਾਈ ਪਹਿਲੂ ਆ ਉਹ ਇਹੋ ਹੀ ਆ ਵੀ ਜਦੋਂ ਕਿਸੇ ਮਨੁੱਖ ਨੂੰ ਮਨੁੱਖ ਨਾ ਸਮਝਿਆ ਜਾਏ ਤੇ ਜਾਤ ਪਾਤ ਦਾ ਜਿਹੜਾ ਕੋਹੜ ਆ ਇਹ ਸਭ ਤੋਂ ਵੱਡੀ ਬਿਮਾਰੀ ਆ, ਕਿਉਂਕਿ ਗੁਰੂ ਜੀ ਨੇ ਸਾਨੂੰ ਇੱਕ ਖੰਡੇ ਬਾਟੇ ਤੇ ਅੰਮ੍ਰਿਤ ਛਕਾ ਕੇ ਤੇ ਭਰਾ ਭਰਾ ਬਣਾਇਆ ਸੀਗਾ। ਹਰ ਸਿੱਖ ਨੂੰ ਇਹ ਕਿਹਾ ਜਾਂਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰਾ ਸਾਹਿਬ ਦੀ ਜਨਮ ਵੀ ਇੱਕੋ ਥਾਂ ਦਾ, ਕੇਸਗੜ੍ਹ ਸਾਹਿਬ ਦਾ, ਵਾਸੀ ਆਨੰਦਪੁਰ ਦੀ। ਪਰ ਅੱਜ ਵੀ ਇਹ ਜਿਹੜੇ ਵਿਤਕਰੇ ਆ ਇਹ ਨਹੀਂ ਦੂਰ ਹੋ ਰਹੇ। ਕੁਝ ਥਾਵਾਂ ਤੇ ਡੇਰਿਆਂ ਦੇ ਵਿੱਚ ਵੀ ਇਹੋ ਜਿਹੀਆਂ ਖਬਰਾਂ ਸੁਣੀ ਦੀਆਂ ਵੀ ਛੋਟੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼੍ਰੇਣੀਆਂ, ਹਾਲਾਂਕਿ ਸਭ ਬਰਾਬਰ ਆ, ਤੇ ਉਹਨਾਂ ਦੇ ਭਾਂਡੇ ਵੀ ਵੱਖਰੇ ਰੱਖੇ ਜਾਂਦੇ ਆ। ਇੱਕ ਬੜੀ, ਮੈਂ ਨਾਂ ਨਹੀਂ ਲੈਂਦਾ, ਬੜੀ ਪ੍ਰਸਿੱਧ ਸਾਡੀ ਸੰਸਥਾ ਆ, ਉਹਦੇ ਵਿੱਚ ਜਿਹੜੇ ਮਜ਼੍ਹਬੀ ਸਿੰਘ ਸੀਗੇ ਉਹਨਾਂ ਨੂੰ ਲੰਗਰ ਵਿੱਚ ਉਹ ਬਾਲਣ ਤੇ ਲਿਆ ਸਕਦੇ ਆ, ਪਰ ਉਹ ਨਾ ਵਰਤਾ ਸਕਦੇ ਤੇ ਨਾ ਬਣਾ ਸਕਦੇ। ਇਹੋ ਜਿਹੀਆਂ ਬੜੀਆਂ ਤੇ ਗੁਰਦੁਆਰਿਆਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਅਸੀਂ ਸਾਰੇ ਸਿੱਖ ਹਾਂ ਤੇ ਮਜ਼੍ਹਬੀਆਂ ਦਾ ਗੁਰਦੁਆਰਾ, ਬਾਲਮੀਕੀਆਂ ਦਾ ਗੁਰਦੁਆਰਾ, ਇਹ ਗੁਰਦੁਆਰਾ ਰਵਿਦਾਸੀਆਂ ਦਾ, ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਫਿਰ ਉਹ ਆਪਣੇ ਉਧਰ ਪ੍ਰੋਗਰਾਮ ਵੱਖਰੇ, ਉਧਰ ਵੱਖਰੇ, ਤੇ ਆਪਣੇ ਗੁਰਦੁਆਰਿਆਂ ਦੇ ਵਿੱਚ ਰੁਮਾਲਿਆਂ ਦੇ ਵਾਧੂ ਢੇਰ ਲੱਗੇ ਹੁੰਦੇ ਵਧੀਆ ਤੋਂ ਵਧੀਆ, ਤੇ ਉੱਥੇ ਚੌਰ ਸਾਹਿਬ ਵੀ, ਤੇ ਕਿਉਂਕਿ ਇਹਨਾਂ ਗੱਲਾਂ ਦਾ ਸੰਬੰਧ ਜਿਹੜਾ ਆਰਥਿਕ ਪੱਖ ਨਾਲ ਆ, ਤੇ ਇਹ ਚਾਹੀਦਾ ਕਿ ਸਾਰੇ ਗੁਰਪੁਰਬ ਸਾਂਝੇ ਮਨਾਏ ਜਾਣ, ਸਾਰੀਆਂ ਕਮੇਟੀਆਂ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਗੁਰਸਿੱਖ ਜਿਹੜੇ ਨੇ ਉਹ ਹੋਣ, ਤੇ ਤਾਂ ਕਰਕੇ ਅਸੀਂ ਅਕਸਰ ਤੇ ਗੁਰੂ ਨੂੰ ਜਵਾਬ ਦੇ ਆ। ਤਾਂ ਕਰਕੇ ਅੱਜ ਬੜੀ ਜ਼ਰੂਰਤ ਆ ਕਿ ਜਿਹੜਾ ਵੀ ਗੁਰਸਿੱਖ ਚਾਹੁੰਦਾ ਆ ਗੁਰੂ ਦੀ ਸਿੱਖੀ ਦਾ ਭਲਾ ਕਰਨਾ, ਉਹਦੇ ਅੰਦਰੋਂ ਇਹ ਗੱਲਾਂ ਜਿਹੜੀਆਂ ਅੰਦਰੋਂ ਨਿਕਲਣੀਆਂ ਚਾਹੀਦੀਆਂ। ਥੈਂਕ ਯੂ ਜੀ, ਥੈਂਕ ਯੂ ਫॉर ਸ਼ੇਅਰਿੰਗ दैट। ਦੀਪ ਸਿੰਘ ਜੀ, ਮਹਾਰਾਜ ਨੇ ਕਿਹਾ ਖਾਲਸੇ ਨੂੰ ਕਿਹਾ ਜਾਵੇ ਗਹਿ ਵਿਪਰਨ ਕੀ ਰੀਤ, ਤਬ ਨਾ ਕਰੂੰ ਇਨਕੀ ਪ੍ਰਤੀਤ, ਹੈ ਜੀ। ਇਸ ਤਰ੍ਹਾਂ ਹੈਗਾ, ਜਦ ਤੱਕ ਖਾਲਸਾ ਰਹੇ ਨਿਆਰਾ ਤੇ ਤਬ ਲਗ ਤੇ ਦਿਓ ਮੈਂ ਸਾਰਾ, ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਸਾਡੇ ਇਤਿਹਾਸ ਦੇ ਵਿੱਚ। ਤੇ ਬਾਵਜੂਦ ਇਹਨਾਂ ਚੀਜ਼ਾਂ ਨੂੰ ਪੜ੍ਹਨ ਦੇ ਤੇ ਹੋਣ ਕਰਨ ਦੇ ਕਿਉਂ ਹੈ ਇਹ ਸਾਡਾ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਕਿਉਂ ਨਹੀਂ ਦੇ ਰਹੇ ਇਸ ਚੀਜ਼ ਨੂੰ? ਇਹਦਾ ਕੀ ਕਾਰਨ ਹੈ? ਤੁਸੀਂ ਗੁਰਦੁਆਰੇ ਦੇ ਵਿੱਚ ਐਕਟਿਵ ਗ੍ਰੰਥੀ ਦੇ ਸੇਵਾ ਕਰ ਰਹੇ ਆ, ਸਾਰੀ ਦੁਨੀਆ ਵਿੱਚ ਘੁੰਮੇ ਆ ਤੁਸੀਂ ਇਹਨਾਂ ਦੇਖਣ ਦੇ ਲਈ। ਇਹ ਚੀਜ਼ਾਂ ਨੂੰ ਲਿਆਂਦਾ ਜਾ ਰਿਹਾ ਪ੍ਰੈਕਟੀਕਲ ਰੂਪ ਦੇ ਵਿੱਚ ਕਿ ਵੀ ਅਸੀਂ ਮਹਾਰਾਜ ਦੇ ਦੱਸੇ ਅਸੂਲਾਂ ਤੇ ਚੱਲ ਸਕੀਏ। ਇਹਦੇ ਬਾਰੇ ਵਿਚਾਰ ਦੱਸੋ ਆਪਣੇ। ਅਸਲ ਦੇ ਵਿੱਚ ਨਾ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਲੈਕ ਆਫ ਸਪਿਰਿਚੁਅਲ ਨੌਲੇਜ, ਇਹ ਬਹੁਤ ਵੱਡਾ ਵਿਸ਼ਾ ਹੈ। ਉੱਪਰੋਂ ਦੇਖਣ ਨੂੰ ਨਾ ਬਾਣੀ ਦੇ ਵਿੱਚ ਦੂਰੋਂ ਬੰਦਾ ਦੇਖਣ ਨੂੰ ਲੱਗਦਾ ਵੀ ਬੜਾ ਹਨਾ ਇਹਦਾ ਪ੍ਰਭਾਵ ਬਹੁਤ ਹੈ, ਇਹ ਪਤਾ ਨਹੀਂ ਕਿੰਨਾ ਕੁ ਵੱਡਾ ਸਿੱਖ ਹੋਊਗਾ, ਤੇ ਜਦੋਂ ਉਹਦੇ ਨਾਲ ਵਿਚਾਰ ਚਰਚਾ ਕਈ ਵਾਰੀ ਕੀਤੀ ਜਾਂਦੀ ਹੈ ਉਹਦੇ ਪੱਲੇ ਕੁਝ ਵੀ ਨਹੀਂ ਹੁੰਦਾ। ਕਈ ਵਾਰੀ ਏਦਾਂ ਦੇ ਤਕਰੀਬਨ 80% ਤੋਂ ਉੱਪਰ ਮਿਲ ਜਾਣਗੇ ਵੀ ਜਿਹੜੇ ਬਾਣੀ ਸਿੱਖ ਹੈਗੇ ਆ, ਮਗਰ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ। ਜੇ ਨੌਲੇਜ ਨਹੀਂ ਹੈ ਤਾਂ ਉਹਨੂੰ ਪ੍ਰੈਕਟੀਕਲ ਐਕਸਪੀਰੀਅੰਸ ਵਿੱਚ ਕਿੱਦਾਂ ਤਬਦੀਲ ਕਰੇਗਾ? ਕਹਿੰਦੇ ਉੱਪਰ ਵਾਲੀ ਨੌਲੇਜ ਉੱਪਰੋਂ ਯਾਨੀ ਕਿ ਕਹਿ ਲਓ ਵੀ ਸਿੱਖੀ ਦੇ ਵਿੱਚ ਹੈਗਾ, ਮਗਰ ਕਈ ਬੰਦੇ ਇਸ ਤਰ੍ਹਾਂ ਦੇ ਹੈਗੇ ਅਜੇ ਤੱਕ ਵੀ ਆਪਾਂ ਹੈਰਾਨ ਹੋ ਜਾਂਦੇ ਆ ਵੀ ਉਹ ਪੁੱਛਦੇ ਵੀ ਮੂਲ ਮੰਤਰ ਕਿੱਥੇ ਤੱਕ, ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਮੂਲ ਮੰਤਰ ਕਿੱਥੇ ਤੱਕ ਹੈਗਾ। ਇਹਦਾ ਇਲਾਜ ਕੀ ਹੈ ਜੀ? ਇਹਦਾ ਇਲਾਜ ਕੀ ਹੈ? ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਤੇ ਉਹਦੇ ਵਿੱਚ ਫਿਰ ਜੇ ਤੁਸੀਂ ਤੁਹਾਡੇ ਕੋਲ ਉਹਦੀ ਨੌਲੇਜ ਹੈਗੀ, ਪ੍ਰੈਕਟੀਕਲੀ ਨੌਲੇਜ ਜੇ ਤੁਹਾਡੇ ਕੋਲ ਅਜੇ ਤੱਕ ਜਿਹੜੀ ਤੁਹਾਡੀ ਥਿਓਰੀਟੀਕਲ ਨੌਲੇਜ ਨਹੀਂ, ਤਾਂ ਤੁਸੀਂ ਪ੍ਰੈਕਟੀਕਲ ਵੱਲ ਨੂੰ ਕਿੱਦਾਂ ਜਾਓਗੇ? ਗੱਲ ਤੇ ਇਹ ਹੈ ਵੀ ਤੁਸੀਂ ਸਿਸਟਮ ਨੂੰ ਜਦੋਂ ਸਮਝਣਾ ਆ, ਇੱਕ ਮਨ ਦੇ ਵਿੱਚ ਜਜ਼ਬਾ ਤੇ ਸ਼ਰਧਾ ਜਿਹੜਾ ਗਿਆਨ ਪੈਦਾ ਕਰਦਾ। ਕਿਉਂਕਿ ਬਾਬਾ ਕਬੀਰ ਜੀ ਨੇ ਕਿਹਾ ਨਾ, ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਜਿੰਨੀ ਦੇਰ ਤੱਕ ਤੁਹਾਡੇ ਤੋਂ ਨੌਲੇਜ ਨਹੀਂ ਹੈ ਤੇ ਉੱਥੇ ਧਰਮ ਪੈਦਾ ਹੋ ਹੀ ਨਹੀਂ ਸਕਦਾ। ਅਸੀਂ ਬਾਣੀ ਨੂੰ ਮੰਨ ਲਿਆ ਵੀ ਜਿਹੜਾ ਹੈਗਾ ਆ ਵੀ ਬਾਣਾ ਜੇ ਵਧੀਆ ਪੜਿਆ, ਵਧੀਆ ਦਸਤਾਰਾ ਸਜਾ ਲਿਆ, ਜਾਂ ਅਸੀਂ ਕਹਿ ਲਈਏ ਜਿੱਦਾਂ ਉਹ ਪੰਡਤ ਜਿਹੜੇ ਆ, ਪੰਡਤ ਦੀ ਅਸੀਂ ਵਿਆਖਿਆ ਕਰਦੇ ਹਾਂ ਵੀ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ, ਜਦੋਂ ਉਹਦੀ ਗੱਲ ਕਰਦੇ ਆ ਤੇ ਇਹ ਚੀਜ਼ਾਂ ਆਪਣੇ ਤੇ ਵੀ ਆਉਂਦੀਆਂ ਵੀ ਵੱਡੇ ਵੱਡੇ ਗਾਤਰੇ ਪਾ ਕੇ, ਵੱਡੇ ਵੱਡੇ ਦਸਤਾਰੇ ਬੰਨ ਕੇ, ਮਗਰ ਉਹਦੇ ਅੰਦਰ ਕੀ ਆ? ਅੰਦਰ ਕੁਛ ਦੁਕਾਨ ਦੇ ਸਮਾਨ ਹੈ ਨਹੀਂ। ਦੁਕਾਨ ਉੱਪਰੋਂ ਵੱਡੀ ਦੇਖਣ ਨੂੰ, ਪਰ ਵਿੱਚ ਕੁਛ ਹੈ ਨਹੀਂ। ਇਹ ਚੀਜ਼ਾਂ ਜਿਹੜੀਆਂ ਹੋਗੀਆਂ, ਕਹਿਣ ਦਾ ਮਤਲਬ ਉੱਪਰੋਂ ਰੂਪ ਬਣਾਇਆ ਹੋਇਆ, ਮਗਰ ਉਹਨੂੰ ਪ੍ਰੈਕਟੀਕਲੀ ਕਿੱਦਾਂ ਲੈ ਕੇ ਆਉਣਾ, ਪਹਿਲਾਂ ਅੰਦਰ ਗਿਆਨ ਕਰਨਾ, ਉਹ ਉੱਥੋਂ ਹੀ ਧਰਮ ਸ਼ੁਰੂ ਹੁੰਦਾ। ਗਿਆਨ ਤੋਂ ਧਰਮ। ਸਵਾਲ ਮੇਰਾ ਇਹ ਹੈ ਜੀ, ਤੁਹਾਨੂੰ ਸਵਾਲ ਇਹ ਹੈ ਕਿ ਵੀ ਇਹਦਾ ਪ੍ਰੈਕਟੀਕਲ ਰੂਪ ਕਿਵੇਂ ਦਿੱਤਾ ਜਾਵੇ? ਇਹ ਤਾਂ ਗੱਲ ਠੀਕ ਹੈ ਤੁਹਾਡੀ ਜਿਹੜੀ ਤੁਸੀਂ ਕਹਿ ਰਹੇ ਆ, ਸਾਰੇ ਆਪਾਂ ਇਸ ਚੀਜ਼ ਸਹਿਮਤ ਹਾਂ ਕਿ ਸਾਡੇ ਗਿਆਨ ਨਹੀਂ,
ਪਰ ਸਾਨੂੰ ਇਹ ਸੋਚਣ ਦੀ ਲੋੜ ਆ ਕਿ ਵੀ ਇਸ ਨੂੰ ਅਸੀਂ ਗਿਆਨ ਨੂੰ ਕਿਵੇਂ, ਕਿਸ ਤਰੀਕੇ ਨਾਲ ਇਸ ਨੂੰ ਪਹੁੰਚਾਇਆ ਜਾਵੇ, ਬਾਵਜੂਦ ਇਹਦੇ ਕਿ ਵੀ ਸਾਡੀਆਂ ਕਮੇਟੀਆਂ ਜਿਹੜੀਆਂ ਗੁਰਦੁਆਰਿਆਂ ਦੀਆਂ ਉਹ ਵੀ ਇਹਦੇ ਵਿਰੁੱਧ ਨੇ ਬਈ ਨਹੀਂ ਕਰਨਾ। ਤੇ ਪਰ ਫਿਰ ਵੀ ਸਾਡਾ ਜਿਹੜੇ ਸ਼ੁਭ ਚਿੰਤਕ ਨੇ ਇਸ ਪਾਸੇ ਵੱਲ ਧਿਆਨ ਦਿੰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਸੋਚਣਾ ਪੈਣਾ ਢੰਗ। ਜਿਵੇਂ ਡਾਕਟਰ ਆ, ਕੋਈ ਕੌੜੀ ਦਵਾਈ ਹੁੰਦੀ ਹੈ ਦੇਣੀ ਤੇ ਉਹਨੂੰ ਸ਼ੂਗਰ ਕੋਟ ਕਰਕੇ ਦੇ ਦਿੰਦੇ ਨੇ ਤਾਂ ਕਿ ਉਹ ਬੱਚਾ ਲੈ ਲਵੇ ਦਵਾਈ। ਇਸੇ ਤਰ੍ਹਾਂ ਕੋਈ ਹੋਰ ਢੰਗ ਵਰਤੇ ਜਾਂਦੇ ਨੇ। ਸਾਨੂੰ ਕੀ ਕਰਨਾ ਚਾਹੀਦਾ ਇਸ ਚੀਜ਼ ਨੂੰ, ਇਹਨਾਂ ਦਾ ਇਲਾਜ ਕਰਨ ਦੇ ਲਈ? ਅਸਲ ਦੇ ਵਿੱਚ ਜਿਹੜਾ ਹੈ ਨਾ ਧਾਰਮਿਕ ਸ਼੍ਰੇਣੀ, ਜਿੱਦਾਂ ਸਾਡੀ ਪ੍ਰਚਾਰਕ ਸ਼੍ਰੇਣੀ ਨਾ, ਉਹਨੂੰ ਧਰਮ ਦੇ ਉਪਦੇਸ਼ ਬੜੇ ਸਰਲ ਤਰੀਕੇ ਦੇ ਨਾਲ, ਬੜੀ ਸਰਲਤਾ ਦੇ ਨਾਲ, ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਸਟਾਰਟ ਕਰਨਾ ਨਾ ਅਸੀਂ, ਤੇ ਉਹਦੇ ਚ ਬੜੀ ਸਰਲਤਾ ਦੇ ਨਾਲ, ਬੜੀ ਸਹਿਜਤਾ ਦੇ ਨਾਲ ਵੀ ਉਹਦੇ ਦਿਮਾਗ ਦੇ ਵਿੱਚ ਜਿਹੜੇ ਹੈਗੇ ਧਰਮ ਦੇ ਕਾਨੂੰਨ ਜਿਹੜੇ ਪੂਰੀ ਤਰ੍ਹਾਂ ਹੋਵੇ, ਉਹਨੂੰ ਅਸੀਂ ਕੰਪਲਿਕੇਟਡ ਨਾ ਕਰੀਏ। ਪਹਿਲੀ ਇਹ ਅਸੀਂ ਸਾਡੇ ਵਿੱਚ ਪ੍ਰਚਾਰ ਨਹੀਂ ਜੀ, ਹੱਥ ਧੋ ਕੇ ਆਓ ਜੀ, ਕੇਸ਼ੀ ਇਸ਼ਨਾਨ ਕਰਕੇ ਆਓ ਜੀ, ਆ ਟੂਟੀ ਨੂੰ ਹੱਥ ਲਾ ਲਿਆ ਤੂੰ ਟੂਟੀ ਪੂੰਝੋ ਜੀ, ਜੇ ਕਰੋ ਜੀ ਉਹ ਕਰੋ, ਇਹ ਚੀਜ਼ਾਂ ਆ ਗਈਆਂ। ਲੋਕ ਕਹਿੰਦੇ ਵੀ ਜੇ ਇੰਨੇ ਸਾਨੂੰ ਪ੍ਰਪੰਚ ਕਰਨੇ ਪੈਣਗੇ ਤੇ ਅਸੀਂ ਧਾਰਮਿਕ ਕਿੱਦਾਂ ਬਣਾਂਗੇ, ਜੇ ਧਾਰਮਿਕ ਬਣ ਹੀ ਨਹੀਂ ਸਕਦੇ। ਕਹਿਣ ਦਾ ਮਤਲਬ ਹੈ ਕਿ ਇਹਨਾਂ ਚੀਜ਼ਾਂ ਵਿੱਚ ਆਪਾਂ ਸਰਲਤਾ ਜੇ ਲੈ ਕੇ ਆਉਂਦੇ ਇਹ ਚੀਜ਼ਾਂ, ਕਿਉਂਕਿ ਗੁਰਬਾਣੀ ਤਾਂ ਇਹ ਚੀਜ਼ ਦਾ ਜਿਹੜਾ ਉਪਦੇਸ਼ ਆ ਉਹ ਤਾਂ ਇਹਨਾਂ ਚੀਜ਼ਾਂ ਦਾ ਖੰਡਨ ਕਰਦੀ ਹੈਗੀ ਹੈ। ਤੇ ਅਸੀਂ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਮਲ ਕੇ ਨਹਾ ਲਓ, ਆਹ ਕਰ ਲਓ, ਉਹ ਕਰ ਲਓ, ਉਹਦੇ ਵਿੱਚ ਹੀ ਅਸੀਂ ਫਿਰ ਦੁਬਾਰਾ ਪੈ ਗਏ ਤੀਰਥ ਇਸ਼ਨਾਨਾਂ ਦੇ ਵਿੱਚ ਜੀ, ਫਲਾਣੇ ਸਥਾਨ ਤੇ 5 ਵਾਰੀ ਜਾਓ। ਸਾਡੇ ਉਹ ਘਰ ਦੇ ਵਿੱਚ ਕਈ ਵਾਰੀ ਸੁਣੀਦਾ, ਕਹਿੰਦੇ ਜੀ ਉਹ ਬੀਬੀ ਦੀ ਮਨ ਕਾਮਨਾ ਪੂਰਨ ਨਹੀਂ ਹੋਈ ਤਾਂ ਉਹ 10 ਵਾਰੀ ਦਰਬਾਰ ਸਾਹਿਬ ਦਰਸ਼ਨ ਕਰਨ ਗਈ, ਉਹ ਫਿਰ ਮੰਦਰ ਵਾਲਾ ਸਾਹਿਬ ਹੋ ਗਿਆ। ਕਹਿਣ ਦਾ ਮਤਲਬ ਇਹ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਅਸੀਂ ਇਸ ਤਰੀਕੇ ਨਾਲ ਕਰਨਾ ਵੀ ਉਹ ਜਿਹੜੀ ਚੀਜ਼ਾਂ ਨੂੰ ਨਾ ਧਾਰਮਿਕ ਤੌਰ ਤੇ ਅਸੀਂ ਉਹਨੂੰ ਸਰਲ ਕਰੀਏ। ਜਿੰਨਾ ਅਸੀਂ ਸਰਲਤਾ ਦੇ ਨਾਲ ਪ੍ਰਚਾਰ ਕਰ ਸਕੀਏ, ਲੋਕਾਂ ਦੇ ਦਿਮਾਗ ਵਿੱਚ ਆਵੇ, ਤਾਂ ਫਿਰ ਉਹ ਪ੍ਰੈਕਟੀਕਲੀ ਇਹ ਚੀਜ਼ ਨੂੰ ਇੰਪਲੀਮੈਂਟ ਕਰਨਗੇ। ਮੇਰਾ ਇਹਦਾ ਮਤਲਬ ਇਹ ਹੈ ਵੀ ਇਹੀ ਇੱਕ ਆਸਾਨ ਤਰੀਕਾ ਵੀ ਧਰਮ ਦੇ ਪ੍ਰਚਾਰਕ ਇਹ ਚੀਜ਼ ਨੂੰ ਸਮਝਣ, ਲੋਕਾਂ ਦੇ ਵਿੱਚ ਗੁਰਬਾਣੀ ਦੀ ਸਹਿਜਤਾ ਤੇ ਸਰਲਤਾ ਦੇ ਨਾਲ ਜਿਹੜੇ ਧਰਮ ਦੇ ਜਿਹੜੇ ਨੂੰ ਸਮਝਾਇਆ ਜਾਵੇ, ਤੇ ਤਾਂ ਜੋ ਇਹਨਾਂ ਲੋਕਾਂ ਦੇ ਪੱਲੇ ਪੈ ਸਕੇ ਤੇ ਉਹ ਜਿਹੜੀ ਸਰਲਤਾ ਜਿਹੜੀ ਉਹ ਆਪਣੇ ਜੀਵਨ 'ਚ ਇੰਪਲੀਮੈਂਟ ਕਰ ਸਕਣ। ਥੈਂਕ ਯੂ। ਹਾਂਜੀ ਸਰਬਜੀਤ ਸਿੰਘ ਜੀ, ਤੁਸੀਂ ਹੁਣ ਅਨਮਿਊਟ ਹੋ ਗਏ ਆ, ਤੁਸੀਂ ਆਪਣੇ ਵਿਚਾਰ ਕੋਈ ਸਾਂਝੇ ਕਰਨੇ ਹੋਣ। ਤੁਸੀਂ ਸਭ ਕੁਝ ਸੁਣ ਲਿਆ ਅਸੀਂ ਕੀ ਗੱਲਬਾਤ ਚੱਲ ਰਹੀ ਹੈ। ਪਲੀਜ਼ ਵਿਦਆਊਟ ਰਿਪੀਟਿੰਗ ਜਿਹੜਾ ਆਲਰੇਡੀ ਕਹਿ ਚੁੱਕੇ ਆ, ਤੁਸੀਂ ਆਪਣੇ ਐਡ ਕਰੋ ਖਿਆਲ। ਵੀਰ ਜੀ ਸਾਡੇ ਉਸਤਾਦ ਜੀ ਬੈਠੇ, ਮੈਂ ਤਾਂ ਸੁਣਨ ਵਾਲਾ ਹੀ ਅੱਜ ਮੈਨੂੰ ਮਾਫ ਕਰਿਓ, ਮੈਂ ਸਾਡੇ ਉਸਤਾਦ ਜੀ ਪ੍ਰਿੰਸੀਪਲ ਧਰਮ ਸਿੰਘ ਜੀ ਬੈਠੇ ਨੇ, ਇਹਨਾਂ ਦੇ ਅਸੀਂ ਸਿੱਖਿਆ ਆ, ਇਹਨਾਂ ਦੀ ਸੁਣੇ ਨਹੀਂ ਮੈਂ ਅੱਜ ਸੁਣਨ ਵਾਸਤੇ ਬੈਠਾ, ਮੈਂ ਸੁਣਾਂਗਾ ਬਸ ਅਗਲੀ ਵਾਰੀ ਮੈਂ। ਚਲੋ ਕੋਈ ਨਹੀਂ, ਜੀ ਆਇਆਂ ਨੂੰ, ਜੀ ਆਇਆਂ ਨੂੰ। ਇਹਨਾਂ ਦੇ ਵਿਚਾਰ ਸੁਣ। ਹਾਂਜੀ ਡਾਕਟਰ ਇੰਦਰਜੀਤ ਸਿੰਘ, ਤੁਸੀਂ ਕੀ ਐਡ ਕਰਨਾ ਚਾਹੁੰਦੇ ਆ ਇਹਦੇ ਵਿੱਚ? ਕਿਸ ਅਜੋਕਾ ਯੁੱਗ ਜਿਹੜਾ ਹੈ ਉਹ ਲੋਕਤੰਤਰ ਹੈ ਤੇ ਵੋਟਾਂ ਦਾ ਯੁੱਗ ਹੈ, ਤੇ ਵੋਟਾਂ ਦੀ ਪ੍ਰਾਪਤੀ ਲਈ ਅੱਜ ਸਿੱਖ ਧਰਮ ਦੇ ਜਿਹੜੇ ਵੱਡੇ ਵੱਡੇ ਨੇਤਾ ਨੇ ਉਹ ਇੱਕ ਜਥੇ ਬਣਾ ਕੇ ਤੇ ਮੰਦਰਾਂ ਵਿੱਚ ਜਾ ਰਹੇ ਨੇ, ਚਿੰਤਪੁਰਨੀ ਜਾ ਰਹੇ ਨੇ। ਜੇ ਹੁਣ ਉਦੋਂ ਸਿੰਘ ਸਭਾ ਲਹਿਰ ਜਦੋਂ ਪੈਦਾ ਨਹੀਂ ਸੀ ਹੋਈ, ਉਦੋਂ ਦੇਵੀ, ਮੈਂ ਹੁਣੇ ਵੀ ਜ਼ਿਕਰ ਕਰ ਚੁੱਕਾ ਕਿ ਅੰਮ੍ਰਿਤਸਰ ਦੀ ਪਰਿਕਰਮਾ 'ਚ ਇੱਕ ਕਮਰਾ ਸੀ ਦੁੱਖ ਭੰਜਨੀ ਬੇਰੀ ਦੇ ਨੇੜੇ, ਉੱਥੇ ਇੱਕ ਦੇਵੀ ਦੇ ਅੱਗੇ ਹਾਂਜੀ ਗੱਲ ਕਰ ਲਈ ਡਾਕਟਰ ਸਾਹਿਬ, ਤੁਸੀਂ ਉਹ ਦੱਸਦੇ ਸਾਨੂੰ। ਅੱਜ ਵੀ ਤੇ ਅਜੋਕੇ ਯੁੱਗ ਵਿੱਚ ਵੀ ਸਾਰੇ ਸਿੱਖ ਨੇਤਾ ਜਿਹੜੇ ਨੇ ਉਹ ਮੰਦਿਰਾਂ ਵਿੱਚ ਚਿੰਤਪੁਰਨੀ ਜਾ ਰਹੇ ਨੇ, ਹਰ ਸ਼ਹਿਰ ਦੇ ਮੰਦਿਰ ਵਿੱਚ ਜਾ ਰਹੇ ਨੇ। ਡਾਕਟਰ ਸਾਹਿਬ ਉਹਨਾਂ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਡਾਕਟਰ ਸਾਹਿਬ ਉਹਨਾਂ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਪਰ ਸਾਡੇ ਹੱਥ 'ਚ ਕੀ ਆ ਜਿਹੜਾ ਅਸੀਂ ਵਰਤ ਸਕਦੇ ਹਾਂ ਇਸ ਸੁਧਾਰ ਦੇ ਲਈ? ਉਹ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਅਸੀਂ ਜੋ ਮਰਜ਼ੀ ਕਹੀ ਜਾਈਏ, ਉਹਨਾਂ ਦਾ ਉਹੀ ਕਰਨਾ ਜੋ ਉਹਨਾਂ ਦਾ ਦਿਲ ਕਰਦਾ। ਸਵਾਲ ਇਹ ਆ ਕਿ ਵੀ ਸਾਨੂੰ ਜੋ ਗੁਰੂ ਨਾਨਕ ਸਾਹਿਬ ਦੀ ਕਿੰਨੀ ਵਿਰੋਧਤਾ ਕਰਨ ਵਾਲੀ ਦੁਨੀਆ ਸੀ, ਕੱਲੇ ਗੁਰੂ ਨਾਨਕ ਸਾਹਿਬ ਨੇ ਆਪਣੇ ਯਾਤਰਾ ਸ਼ੁਰੂ ਕਰਤੀ ਸਮਾਜ ਸੁਧਾਰ ਦੇ ਲਈ, ਤੇ ਉਹਨਾਂ ਦੇ ਕਿਹੜਾ ਲੋਕ ਜਿਹੜੇ ਸੀਗੇ ਆਖੇ ਲੱਗਣ ਲੱਗੇ ਸੀਗੇ ਜਾਂ ਉਹਨਾਂ ਸ਼ਲਾਘਾ ਕਰਦੇ ਸੀਗੇ ਤੁਸੀਂ ਪ੍ਰਚਾਰ ਕਰਨ ਲਈ ਜਾ ਰਹੇ ਆ। ਆਮ ਸਿੱਖ ਦਾ ਜਿਹੜਾ ਜੀਵਨ ਹੈ, ਹਾਂਜੀ, ਉਹ ਜੀਵਨ ਹੀ ਇੱਕ ਲੈਕਚਰ ਬਣ ਸਕਦਾ ਜੀ, ਉਹਦੀ ਜੀਵਨ ਇੱਕ ਮਾਡਲ ਬਣ ਸਕਦਾ ਹੈ। ਸਿੱਖ ਜਿਹੜੇ ਨੇ, ਸਿੱਖੀ ਦਾ ਬੋਲਬਾਲਾ ਹੋਣਾ ਹੀ ਉਦੋਂ ਹੈ ਜਦੋਂ ਸਿੱਖ ਦੇ ਜੀਵਨ ਨੇ ਲੋਕਾਂ ਦੇ ਸਾਹਮਣੇ ਪੇਸ਼ ਹੋਣਾ। ਸਿੱਖ ਕਿਰਦਾਰ ਜਿਹੜਾ, ਜਦੋਂ ਸਿੱਖ ਕਿਰਦਾਰ ਪੇਸ਼ ਹੋਏਗਾ, ਸਿੱਖ ਦਾ ਜੀਵਨ ਹੀ ਲੈਕਚਰ ਬਣ ਜਾਏਗਾ, ਉਦੋਂ ਗੱਲ ਬਣੇਗੀ। ਤੇ ਸਾਨੂੰ ਉੱਚੇ ਜੀਵਨ ਵਾਲੇ, ਕਰਨੀ ਵਾਲੇ ਜਿਹੜੇ ਸਿੱਖ ਨੇ ਉਹ ਪੈਦਾ ਕਰਨ ਦੀ ਲੋੜ ਹੈ, ਜਿਹੜੇ ਕਿ ਅੰਦਰੋਂ ਬਾਹਰੋਂ ਇੱਕ ਹੋਣ। ਥੈਂਕ ਯੂ ਜੀ।
ਭਾਟੀਆ ਸਾਹਿਬ ਤੁਹਾਡਾ ਕੀ ਵਿਚਾਰ ਹੈ? ਜਰਾ ਆਪਣੇ ਆਪ ਨੂੰ ਅਨਮਿਊਟ ਕਰੋ ਤੇ ਤੁਸੀਂ ਸ਼ੇਅਰ ਕਰੋ ਆਪਦੇ ਆਈਡੀਆਜ਼। ਤੁਸੀਂ ਕਿਸ ਤਰ੍ਹਾਂ ਕੀਤਾ ਜਾਵੇ? ਤੁਸੀਂ ਮੈਂ ਇੱਕਦਮ ਹੁਣੇ ਜੁਆਇਨ ਕੀਤਾ ਹੈ ਤੇ ਮੈਨੂੰ ਕਲੀਅਰ ਨਹੀਂ ਹੈ ਕਿ ਕੀ ਸਬਜੈਕਟ ਤੇ ਗੱਲ ਕਰ ਰਹੇ ਹਾਂ। ਸਬਜੈਕਟ ਇਹ ਹੈ ਜੀ ਵੀ ਦੇਖੋ ਸਿੰਘ ਸਭਾ ਜਿਹੜੀ ਲਹਿਰ ਆਈ ਕਿਉਂਕਿ ਲੋਕ ਕ੍ਰਿਸਚੀਅਨ ਬਣ ਰਹੇ ਸੀ ਜਾਂ ਮੁੜ ਕੇ ਹਿੰਦੂਆਂ ਦੇ ਵਿੱਚ ਜਾ ਰਹੇ ਸੀ। ਸਿੱਖਾਂ ਦੇ ਵਿੱਚ ਆਪ ਕਲੈਰਿਟੀ ਨਹੀਂ ਸੀ। ਅੱਧੇ ਇਹ ਕਹਿ ਰਹੇ ਸੀਗੇ ਅਸੀਂ ਹਿੰਦੂਆਂ ਦਾ ਹੀ ਹਿੱਸਾ, ਦੂਜੇ ਕਹਿੰਦੇ ਸੀ ਨਹੀਂ ਅਸੀਂ ਤਾਂ ਅਲੱਗ ਹੈ, ਸਾਡਾ ਤੱਤ ਖਾਲਸਾ, ਸਾਡਾ ਜਿਹੜਾ ਸਿਧਾਂਤ ਹੀ ਸਾਡੇ ਵੱਖਰੇ ਨੇ। ਤੇ ਇਸ ਤਰ੍ਹਾਂ ਮਤਲਬ ਜਦੋਂ ਜਹਿਦ ਹੋ ਰਹੀ ਸੀ ਉਸ ਵਕਤ, ਪਰ ਉਹਦੇ ਵਿੱਚੋਂ ਫਿਰ ਅਖੀਰ ਤੇ ਜਿਹੜਾ ਇਹ ਤੱਤ ਖਾਲਸੇ ਵਾਲੇ ਉਹ ਅੱਗੇ ਆਏ ਤੇ ਉਹਨਾਂ ਨੇ ਚੇਂਜਸ ਲਿਆਂਦੀਆਂ ਫॉर द ਬੈਟਰ। ਸੋ ਉਹਨਾਂ ਸਵਾਲ ਇਹ ਆ ਉਹੀ ਜਿਹੀਆਂ ਚੀਜ਼ਾਂ ਹੁਣ ਹੋ ਰਹੀਆਂ ਨੇ ਜੋ ਸਿੰਘ ਸਭਾ ਲਹਿਰ ਜਦੋਂ ਪੈਦਾ ਹੋਈ ਆ। ਅੱਜ ਕੱਲ੍ਹ ਵੀ ਪੰਜਾਬ ਦਾ ਉਹੀ ਹਾਲ ਹੀ ਹੈ। ਤੇ ਉਦੋਂ ਜੇ ਚੇਂਜ ਆ ਸਕਦੀ ਆ ਤੇ ਹੁਣ ਕਿਉਂ ਨਹੀਂ ਚੇਂਜ ਆ ਸਕਦੀ? ਕੀ ਕਰਨਾ ਚਾਹੀਦਾ ਸਾਨੂੰ ਉਹ ਉਸੇ ਤਰ੍ਹਾਂ ਚੇਂਜ ਲਿਆਉਣ ਦੇ ਲਈ? ਇਹਦੇ ਬਾਬਤ ਤੁਸੀਂ ਆਪਣੇ ਔਰ ਥਾਟਸ ਸ਼ੇਅਰ ਕਰਿਓ। ਜੇ ਹੁਣ ਨਹੀਂ ਤਾਂ 5 ਮਿੰਟ ਬਾਅਦ ਦੇ ਵਿੱਚ। ਇਨ ਦ ਮੀਨ ਟਾਈਮ ਉਹਦੇ ਚ ਗੱਲ ਇਸ ਤਰ੍ਹਾਂ ਹੈਗੀ ਕਿ ਸਾਨੂੰ ਸਭ ਤੋਂ ਵੱਡੀ ਗੱਲ ਹਾਲਾਤ ਨੂੰ ਕੰਪੇਅਰ ਕਰਨਾ ਪਏਗਾ। ਉਸ ਵੇਲੇ ਦੇ ਹਾਲਾਤ ਕੀ ਸਨ ਸੋਸਾਇਟੀ ਦੇ ਵਿੱਚ, ਪੋਲੀਟੀਕਲ ਹਾਲਾਤ ਕੀ ਸਨ। ਸੱਚੀ ਗੱਲ ਜੇ ਹੈ, ਦੇਖੋ ਜਿੱਦੇ ਜ਼ਿਆਦਾਤਰ ਜੋ ਸਿੱਖ ਬਣੇ ਨੇ ਜ਼ਿਆਦਾਤਰ ਉਹ ਸੋ ਕਾਲਡ ਹਿੰਦੂ ਸਮਾਜ ਚ ਸਨ, ਭਾਵੇਂ ਕਿਹੋ ਜਿਹਾ ਸਮਾਜ ਵੀ ਸੀ, ਕਿਹੋ ਜਿਹਾ ਉਹਨਾਂ ਦਾ ਧਾਰਮਿਕ ਸੀ, ਲੇਕਿਨ ਓਵਰਆਲ ਸਾਰਿਆਂ ਨੂੰ ਹਿੰਦੂ ਗਿਣਿਆ ਜਾਂਦਾ ਸੀ। ਤੋ ਜੋ ਉਹਨਾਂ ਨੇ ਜੋ ਜਿਹੜੇ ਬੰਦੇ ਗੁਰੂ ਨਾਨਕ ਸਾਹਿਬ ਦੇ ਹੇਠ ਆਏ, ਜਿਹੜੇ ਉਹਨਾਂ ਨੂੰ ਅੱਛਾ ਲੱਗਿਆ, ਉਹ ਗੁਰੂ ਸਾਹਿਬਾਂ ਦੇ ਚੇਲੇ ਬਣ ਗਏ। ਇਹ ਹਿੰਦੁਸਤਾਨ ਦੇ ਵਿੱਚ ਇੱਕ ਚੱਲੀ ਆ ਰਹੀ ਹੈ ਟ੍ਰੈਡੀਸ਼ਨ, ਜਿੱਥੇ ਵੀ ਕੋਈ ਸਾਧ ਸੰਤ ਬੈਠਾ ਹੁੰਦਾ ਲੋਕ ਮਗਰ ਆ ਜਾਂਦੇ। ਹੁਣ ਜਿਸ ਤਰ੍ਹਾਂ ਮੰਨ ਲਓ ਹਿੰਦੁਸਤਾਨ ਦੇ ਵਿੱਚ ਉਹ ਕਈ ਕਿਸਮ ਦੇ ਸਵਾਮੀ ਨੇ, ਉਹ ਸਵਾਮੀ ਦੇ ਪਿੱਛੇ ਲੱਗ ਪੈਂਦੇ ਨੇ। ਕੋਈ ਆਪਣਾ ਇਹ ਜਿਹੜੇ ਹੋਏ ਨੇ ਤੁਹਾਡੇ ਨਾ ਭੁੱਲ ਜਾਣਾ ਹੁੰਦਾ, ਜਿਹੜੇ ਉਹ ਵਿਭੂਤੀ ਕੱਢਦੇ ਸੀ ਆਪਣੇ ਬਾਡੀ ਚੋਂ, ਹਾਂਜੀ, ਉਹ ਉਹਨਾਂ ਦੇ ਚੇਲੇ ਬਣ ਜਾਂਦੇ ਨੇ। ਸੋ ਜਿਹੜਾ ਵੀ ਕੋਈ ਸੰਤ ਸਾਧੂ ਜਾਂ ਵੱਡਾ ਕੋਈ ਐਸਾ ਇਨਸਾਨ ਜਿਹੜਾ ਕਿ ਐਸੀ ਗੱਲ ਕਰੇ ਜੀ ਲੋਕਾਂ ਨੂੰ ਅਪੀਲ ਕਰਦੀ, ਲੋਕ ਪਿੱਛੇ ਲੱਗ ਜਾਂਦੇ ਨੇ। ਉਹ ਇਹ ਨਹੀਂ ਸਮਝਦੇ ਕਿ ਸਾਡਾ ਧਰਮ ਚੇਂਜ ਹੋ ਗਿਆ। ਉਹ ਇਹ ਸਮਝਦੇ ਜੀ ਇਹ ਮਹਾਰਾਜ ਜੀ ਨੇ ਆਪਣੇ ਅੱਛੀ ਗੱਲ ਕਰਦੇ ਨੇ ਤੇ ਇਸ ਵਾਸਤੇ ਅਸੀਂ ਇਹਨਾਂ ਦੇ ਚੇਲੇ ਬਣ ਜਾਂਦੇ ਹਾਂ, ਇਹਨਾਂ ਦੀ ਗੱਲ ਸੁਣਦੇ ਹਾਂ। ਸੋ ਫਾਰਮਲ ਕਨਵਰਸ਼ਨ ਕੋਈ ਐਸਾ देयर वाज नो सच थॉट ਕਿ ਅਸੀਂ ਫਾਰਮਲੀ ਕਨਵਰਟ ਹੋ ਗਏ। ਸੋ ਇਸ ਵਾਸਤੇ ਉਹ ਜਿਹੜਾ ਸੋ ਕਾਲਡ ਹਿੰਦੂ ਥਾਟ ਸੀ ਇਟ ਆਲਵੇਜ਼ ਕੰਟੀਨਿਊਡ। ਤੇ ਜਿਹੜੇ ਮੁਸਲਮਾਨ ਬਣਦੇ ਸੀ, ਫॉर एग्जांपल ਕਈ ਮੁਸਲਮਾਨ ਵੀ ਤਾਂ ਹੈ ਜਿਹੜੇ ਸਿੱਖ ਬਣ ਗਏ ਸੀ। ਗੁਰੂ ਜਾ ਕੇ ਗੁਰੂ ਨਾਨਕ ਦੇ ਸਾਹਮਣੇ ਜਾ ਕੇ ਉਹਨਾਂ ਦੇ ਕਰਦੇ ਹੋ। ਪਾਕਿਸਤਾਨ ਵਿੱਚ ਕਿੰਨੇ ਐਸੇ ਮੁਸਲਮਾਨ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ ਜਾਂ ਉਹਨਾਂ ਦੀ ਮਤਲਬ ਬੜੀ ਸ਼ਰਧਾ ਰੱਖਦੇ ਨੇ। ਉਹ ਇਹ ਨਹੀਂ ਕਿ ਉਹ ਧਰਮ ਚੇਂਜ ਕਰ ਲਿਆ ਉਹਨਾਂ ਨੇ। ਸੋ ਇਸੇ ਤਰ੍ਹਾਂ ਦਾ ਇਹ ਸਾਡਾ ਦਲੇ ਮਲੇ ਸਾਰਾ ਮਿਕਸ ਰਿਹਾ ਹੈਗਾ। ਔਰ ਚੂੰਕਿ ਉਹ ਲੜਾਈ ਦਾ ਜ਼ਮਾਨਾ ਸੀ ਔਰ ਹੌਲੀ ਹੌਲੀ ਸਾਨੂੰ ਜ਼ਿਆਦਾ ਸਮਾਂ ਸਾਡਾ ਜੂਝਣ ਚ ਲੱਗ ਗਿਆ ਸੀ, ਇਸ ਵਜ੍ਹਾ ਕੋਈ ਧਾਰਮਿਕ ਕਲੈਰਿਟੀ ਨਹੀਂ ਸੀ ਕਿਸੇ ਨੂੰ। ਸੋ ਉਸ ਨੂੰ ਅਸੀਂ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ। ਤੇ ਦੈਟਸ ਨਾਟ ਦੀ ਮੇਨ ਇੰਪੋਰਟੈਂਟ ਥਿੰਗ। ਐਥਨਿਕਲੀ ਕਿੱਥੋਂ ਆਏ, we know that after all we are part of Indian population. ਕੁਛ ਮੁਸਲਮਾਨ, ਜ਼ਿਆਦਾਤਰ ਹਿੰਦੂ ਔਰ ਸੋ ਕਾਲਡ ਹਿੰਦੂ। ਸੋ it's a ethnic background. और जो as long as the धार्मिक philosophy is concerned, yes, we are very unique. साडा बिल्कुल सीधा रास्ता है, वो कोई बखरा वो नहीं है, चीज को मिक्स नहीं हैगा। सो ये धारा लैके चलता है। हुण बाकी आजकल जो चल रहा है, जिस डॉक्टर साहब कह रहे थे कि भी साडे जे लीडर ने वो मंदा वल जा रहे ने, बीजेपी के लोग गुरुद्वारे में जा रहे ने। ये पॉलिटिक्स है, सानू इहदे च दूर रहना चाहिए। ये पॉलिटिक्स है सारी। ਤੇ ਸਾਨੂੰ ਕਰਨਾ ਕੀ ਚਾਹੀਦਾ ਹੈ ਕਿ ਸਾਨੂੰ ਆਪਣਾ ਰਸਤਾ ਹੁਣ ਕਲੀਅਰ ਹੋਣਾ ਚਾਹੀਦਾ ਸਾਡੇ ਵਾਸਤੇ। ਸਾਡਾ ਫਿਊਚਰ ਕੀ ਹੈ, ਸਾਡਾ ਨਿਸ਼ਾਨਾ ਕੀ ਹੈ, ਸਾਡਾ ਗੋਲ ਕੀ ਹੈ। ਗੋਲ ਇਹ ਹੈ ਕਿ we have to have very specific philosophy and we have to follow it as one united community. ਇਹ ਮੇਰਾ ਵਿਚਾਰ ਹੈ। ਥੈਂਕ ਯੂ ਜੀ। ਡਾਕਟਰ ਨਰਿੰਦਰ ਸਿੰਘ, ਬੈਕ ਟੂ ਯੂ। ਤੁਸੀਂ ਦੱਸੋ, ਸਾਰਾ ਸੁਣਿਆ ਤੁਸੀਂ ਹੁਣ। ਦੇਖੋ ਧਰਮ ਦਾ ਇਹ ਹੈ ਕਿ ਧਰਮ ਹਮੇਸ਼ਾ ਜਿਹੜੇ ਉਸਦੇ ਸਿਰਜਕ ਹੁੰਦੇ ਨੇ ਜਾਂ ਜਿਨ੍ਹਾਂ ਤੋਂ ਉਹ ਸ਼ੁਰੂ ਹੁੰਦਾ ਹੈ, ਉਹਨਾਂ ਦੀ ਸਕ੍ਰਿਪਟ ਨਾਲ ਜੁੜਿਆ ਹੁੰਦਾ ਹੈ। ਜੇ ਹਿੰਦੂ ਧਰਮ ਨੂੰ ਵੀ ਦੇਖੀਏ ਤੇ ਉਹ ਵੇਦਾਂ ਸ਼ਾਸਤਰਾਂ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਹੀ ਇਸਲਾਮ ਜਿਹੜਾ ਹੈ ਉਹ ਕੁਰਾਨ ਨਾਲ ਜੁੜਿਆ ਹੋਇਆ ਹੈ, ਔਰ ਸਿੱਖ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ।
ਹੁੰਦਾ ਇਹ ਹੈ ਕਿ ਅਸੀਂ ਧਰਮ ਨੂੰ ਜ਼ਿੰਦਗੀ ਨਾਲ ਡਾਇਰੈਕਟ ਜੋੜ ਲੈਂਦੇ ਆ। ਲਾਈਕ ਸਾਡੇ ਕੰਮ ਕਿਸ ਤਰ੍ਹਾਂ ਹੋਣਗੇ, ਅਸੀਂ ਉਹ ਬਈ ਤੁਸੀਂ ਅਗਰ 5 ਵਾਰੀ ਗੁਰਦੁਆਰੇ ਜਾਓਗੇ, ਜਾਂ ਮੈਂ ਅਗਰ ਪੂਰਾ ਸਾਲ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾਂਗਾ, ਇਹ ਜਿਹੜੇ ਸਾਰੇ ਜਦੋਂ ਜ਼ਿੰਦਗੀ ਦੇ ਕੰਮ ਜਿਹੜੇ ਨੇ ਉਹ ਸਪਿਰਿਚੁਅਲ ਸਕ੍ਰਿਪਟ ਦੇ ਨਾਲ ਜੋੜ ਦਿੱਤੇ ਜਾਂਦੇ ਨੇ ਜਾਂ ਧਰਮ ਦੀ ਅਸੈਂਸ ਨਾਲ ਜੋੜ ਦਿੱਤੇ ਜਾਂਦੇ ਨੇ, ਤਾਂ ਫਿਰ ਜਿਹੜਾ ਐਸਟੈਬਲਿਸ਼ਡ ਰਿਲੀਜਨ ਹੈ ਉਹ ਹਮੇਸ਼ਾ ਮਿਕਸਡ ਹੀ ਰਹਿੰਦਾ। ਹੁਣ ਤੁਸੀਂ ਦੇਖੋ ਇਹੀ ਗੱਲ ਕਿ ਜੇ ਸਾਨੂੰ ਅਸੀਂ ਫਿਕਰਮੰਦ ਹਾਂ ਕਿ ਸਾਡੇ ਸਿੱਖ ਜਿਹੜੇ ਨੇ ਉਹ ਆਪਣੇ ਸਿਖਰ ਤੋਂ ਥੱਲੇ ਉਤਰੀ ਜਾ ਰਹੇ ਨੇ ਔਰ ਉਹਨਾਂ ਵਿੱਚ ਰਲਗੱਡ ਹੋਈ ਜਾ ਰਹੀ ਹੈ, ਤਾਂ ਜੇ ਕੋਈ ਹਿੰਦੂ ਵੀ ਇਸ ਗੱਲ ਨੂੰ ਵਿਚਾਰੇਗਾ ਤਾਂ ਉਸਨੂੰ ਹੀ ਆਪਣੇ ਧਰਮ ਵਿੱਚ ਦਿਖੇਗਾ। ਜੇ ਕਿਸੇ ਮੁਸਲਮਾਨ ਨੂੰ ਵੀ ਤੁਸੀਂ ਦੇਖੋਗੇ ਤਾਂ ਉਹ ਵੀ ਦੇਖੇਗਾ ਕਿ ਜਿਹੜਾ ਆਮ ਮੁਸਲਮਾਨ ਹੈ ਉਹ ਮਸਜਿਦ ਤੋਂ ਦੂਰ ਹੁੰਦਾ ਜਾ ਰਿਹਾ। ਜਾਂ ਕ੍ਰਿਸਚੀਅਨਿਟੀ ਵੀ ਤੁਸੀਂ ਦੇਖਦੇ ਹੋ ਇਹਨਾਂ ਦੇਸ਼ਾਂ ਵਿੱਚ ਹੀ ਕਿ ਕ੍ਰਿਸਚੀਅਨ ਜਿਹੜੇ ਨੇ ਉਹ ਆਪਣੇ ਗਿਰਜੇ ਘਰਾਂ ਤੋਂ ਆਪਣੀ ਚਰਚਿਸ ਨਾਲ ਉਨੇ ਜ਼ਿਆਦਾ ਨਹੀਂ ਜੁੜੇ ਹੋਏ ਜਿੰਨੇ ਤੁਸੀਂ ਐਕਸਪੈਕਟ ਕਰਦੇ ਹੋ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਜ਼ਿੰਦਗੀ ਨੂੰ ਤੇ ਧਰਮ ਨੂੰ ਉਸ ਤਰੀਕੇ ਨਾਲ ਡਾਇਰੈਕਟ ਜੋੜ ਦਿੱਤਾ ਹੈ। ਜਦੋਂ ਵੀ ਇਹ ਹੋਏਗਾ ਉਹ ਧਰਮ ਦਾ ਅਸੈਂਸ ਜਿਹੜਾ ਹੈ ਉਹ ਖਤਰੇ ਵਿੱਚ ਹੋ ਜਾਏਗਾ। ਧਰਮ ਜ਼ਿੰਦਗੀ ਦੇ ਕਾਰ ਵਿਹਾਰ ਨਾਲ ਜੋੜ ਦਿੱਤਾ ਜਾਏਗਾ। ਕੋਈ ਕਵੇ ਕਿ ਕੀ ਅਸੀਂ ਜ਼ਿੰਦਗੀ ਵਿੱਚੋਂ ਧਰਮ ਨੂੰ ਬਾਹਰ ਕੱਢ ਦਈਏ? ਨਹੀਂ, ਧਰਮ ਨੂੰ ਜ਼ਿੰਦਗੀ ਚੋਂ ਬਾਹਰ ਨਹੀਂ ਕੱਢਣਾ, ਸਗੋਂ ਧਰਮ ਨੂੰ ਤਾਂ ਜ਼ਿੰਦਗੀ ਦੇ ਨਾਲ ਉਸ ਤਰੀਕੇ ਨਾਲ ਜੋੜਨਾ ਹੈ ਕਿ ਇਹ ਉਹਨੂੰ ਪੂਰਾ ਕਰਨ ਵਾਲਾ, ਇਹ ਉਸਨੂੰ ਰਾਸ ਆਉਣ ਵਾਲਾ ਕੰਮ ਨਾ ਰਹਿ ਜਾਏ ਕਿ ਧਰਮ ਜਿਹੜਾ ਉਹ ਤੁਹਾਡੇ ਜਿਹੜੇ ਧਾਰਮਿਕ ਕੰਮ ਨੇ ਜ਼ਿੰਦਗੀ ਦੇ ਉਹਦੇ ਨਾਲ ਜੋੜ ਦਿੱਤਾ ਜਾਏ ਉਹਨੂੰ। ਇਸ ਤਰ੍ਹਾਂ ਜਦੋਂ ਨਹੀਂ ਹੋਏਗਾ, ਗੁਰੂ ਨਾਨਕ ਕੀ ਕਹਿ ਰਹੇ ਸੀ? ਗੁਰੂ ਨਾਨਕ ਨੂੰ ਕੀ ਇਤਰਾਜ਼ ਸੀ ਜਨੇਊ ਪਾਉਣ ਤੋਂ? ਉਹਨੂੰ ਇਤਰਾਜ਼ ਇਹ ਸੀ ਕਿ ਬਈ ਭਾਈ ਗੱਲ ਇਹ ਹੈ ਕਿ ਇਸ ਜਨੇਊ ਨਾਲ ਗੱਲ ਬਣਨੀ ਨਹੀਂ। ਤੁਸੀਂ ਪਾਈ ਤਾਂ ਜਾ ਰਹੇ ਹੋ ਰਟਾਫਿਕੇਸ਼ਨ, ਇਹਦੇ ਨਾਲ ਗੱਲ ਬਣਨੀ ਨਹੀਂ। ਤੁਸੀਂ ਆਰਤੀ ਕਰੀ ਤਾਂ ਜਾ ਰਹੇ ਹੋ, ਘੁਮਾਈ ਜਾ ਰਹੇ ਹੋ ਥਾਲੀ, ਪਰ ਇਹਦੇ ਨਾਲ ਗੱਲ ਬਣਨੀ ਨਹੀਂ। ਠੀਕ ਹੈ ਨਾ? ਤੇ ਜੇ ਅਸੀਂ ਇਹ ਗੱਲ ਸਮਝਾ ਸਕੀਏ, ਅੱਜ ਵੀ ਅਸੀਂ ਤਾਂ ਇੱਕ ਛੋਟਾ ਜਿਹਾ ਮੱਝਾ ਵਾ, ਸਿੱਖ ਬਹੁਤ ਵੱਡੀ ਗਿਣਤੀ 'ਚ ਨਹੀਂ, ਅੱਜ ਵੀ ਅਸੀਂ ਉਹਨੂੰ ਸਮਝਾ ਸਕੀਏ ਕਿ ਭਾਈ ਪਾਠ ਆਪਣੀ ਜਗ੍ਹਾ ਹੈ ਔਰ ਪਾਠ ਨਾਲ ਕੰਮ-ਕੁਮ ਇਸ ਤਰ੍ਹਾਂ ਨਹੀਂ ਹੁੰਦੇ ਕਿ ਤੁਸੀਂ ਇੱਕ ਪਾਠ ਕਰੋਗੇ ਤਾਂ ਤੁਹਾਡੇ ਮੁੰਡੇ ਦਾ ਵਿਆਹ ਹੋ ਜਾਏਗਾ ਜਾਂ ਤੁਹਾਡੀ ਕੁੜੀ ਦਾ ਵਿਆਹ ਹੋ ਜਾਏਗਾ। ਇਸ ਤਰ੍ਹਾਂ ਦੇ ਸਿੱਧੇ ਸੰਬੰਧ ਨਾ ਜੋੜੋ। ਧਰਮ ਨੂੰ ਧਰਮ ਦੀ ਸ਼ੁੱਧਤਾ ਵਿੱਚ ਪਛਾਣੋ, ਔਰ ਇਸ ਤਰ੍ਹਾਂ ਦੀ ਪਹਿਚਾਣ ਕਰਨ ਵਾਲੇ ਅਗਰ ਬੰਦੇ ਹੋਣਗੇ ਕੁਝ ਵੀ ਥੋੜੇ ਜਿਹੇ ਵੀ, ਔਰ ਉਹ ਮਿਸਾਲ ਬਣਨਗੇ ਸਮਾਜ ਵਾਸਤੇ, ਤਾਂ ਫਿਰ ਤੁਸੀਂ ਦੇਖੋਗੇ ਧਰਮ ਜਿਹੜਾ ਉਹ ਆਪਣੇ ਆਪ ਸਿੱਧੇ ਰਾਹ ਤੇ ਤੁਰੇ। ਗੁਰੂ ਨਾਨਕ ਬਹੁਤ ਵੱਡੀ ਸ਼ਕਤੀ ਸਨ ਜੀ। ਉਹ ਤਾਂ ਦੇਖੋ ਜੋ ਕੱਲ ਸੂਰਜ ਨਿਕਲਿਆ ਸੀ, ਤਾਂ ਵੀ ਅਸੀਂ ਦੇਖਦੇ ਹਾਂ ਕਿ ਅੱਜ ਥੋੜੇ ਜਿਹੇ ਸਾਲਾਂ ਵਿੱਚ ਹੀ ਉਸਦੇ ਜਿਹੜੇ ਪੈਰੋਕਾਰ ਨੇ, ਸਾਨੂੰ ਉਹਨਾਂ ਦੀ ਫਿਕਰ ਹੋਣ ਲੱਗ ਪਈ ਹੈ ਕਿ ਉਹ ਕਿੱਥੇ ਦੇ ਕਿੱਥੇ ਜਾ ਰਹੇ ਨੇ, ਉਹ ਕਦੀ ਕਿੱਧਰ ਜਾਂਦੇ ਨੇ, ਉਹ ਭਟਕੀ ਜਾ ਰਹੇ ਨੇ, ਉਹਨਾਂ ਨੂੰ ਸਿੱਧਾ ਰਸਤਾ ਹੀ ਨਹੀਂ ਦਿਖਦਾ ਪਿਆ। ਆਈ ਮੀਨ ਜਿਹੜਾ ਇੰਨੀ ਵੱਡੀ ਸ਼ਕਤੀ ਨੂੰ ਨਾਲ ਵੀ ਡਿਫਾਈ ਕਰ ਦਿੰਦੀ ਹੈ ਜ਼ਿੰਦਗੀ ਦੇ ਕਾਰ ਵਿਹਾਰ ਜਾਂ ਜ਼ਿੰਦਗੀ ਦੇ ਲਾਲਚ ਜਾਂ ਜ਼ਿੰਦਗੀ ਦੇ ਲੋਭ, ਅਗਰ ਧਰਮ ਤੋਂ ਇਹ ਚੀਜ਼ਾਂ ਮੰਗਣ ਲੱਗ ਪੈਂਦੇ ਨੇ ਤਾਂ ਫਿਰ ਉਸ ਵੇਲੇ ਬੜੀ ਮੁਸ਼ਕਿਲ ਹੋ ਜਾਂਦੀ ਹੈ। ਸਾਨੂੰ ਉਹਦੇ ਤੋਂ ਪਰੇ ਹੋ ਕੇ ਧਰਮ ਨੂੰ ਸ਼ੁੱਧਤਾ ਵਿੱਚ ਪਛਾਣਨ ਦੀ ਲੋੜ ਹੈ। ਸਾਨੂੰ ਧਰਮ ਨੂੰ ਜ਼ਿੰਦਗੀ ਨਾਲ ਉਸ ਤਰ੍ਹਾਂ ਰਲ-ਗੱਡ ਕਰਨ ਦੀ ਲੋੜ ਨਹੀਂ। ਇਹ ਗੱਲ ਕਰਨੀ ਬਹੁਤ ਜ਼ਰੂਰੀ। ਜੇ ਪਹਿਲੇ ਦੋ ਤੁਸੀਂ ਕਹਿੰਦੇ ਹੋ ਨਾ, ਅੰਮ੍ਰਿਤਸਰ ਦੀ ਇੱਕ ਸੰਸਥਾ ਬਣ ਗਈ, ਇੱਕ ਲਾਹੌਰ ਦੀ ਬਣ ਗਈ, ਤਾਂ ਉਦੋਂ ਵੀ ਵਜ੍ਹਾ ਇਹੀ ਸੀ ਕਿ ਅਸੀਂ ਜਿਹੜੇ ਪਹਿਲੇ ਜੁੜੇ ਹੋਏ ਸਾਂ ਹਿੰਦੂਵਾਦ ਦੀ ਸਖਤੀ ਨਾਲ, ਉਹਨਾਂ ਨੂੰ ਰਾਸ ਨਹੀਂ ਸੀ ਆਉਂਦਾ ਕਿ ਅਸੀਂ ਇੱਕੋ ਦਮ ਸਭ ਛੋੜ ਕਿਸ ਤਰ੍ਹਾਂ ਦੇਈਏ। ਉਹਨੇ ਨਾ ਛੋੜ ਸਕੇ। ਠੀਕ, ਇਹ ਗੱਲਾਂ ਜਿਹੜੀਆਂ ਨੇ ਬਾਅਦ ਵਿੱਚ, ਕਿਉਂਕਿ ਇਹ ਬਿਖੜਾ ਪੈਂਦਾ, ਇਹ ਰਸਤਾ ਜਿਹੜਾ ਉਹ ਹੈ ਤਾਂ ਔਖਾ ਨਾ। ਇਹ ਤਾਂ ਨਹੀਂ ਨਾ ਬਈ ਇਹ ਰਸਤਾ ਐਸਾ ਹੋਵੇ ਕਿ ਤੁਸੀਂ ਇਹਦੇ ਤੇ ਚੱਲਦੇ ਜਾਓ ਔਰ ਇਹਦੇ 'ਚ ਕੋਈ ਦਿੱਕਤ ਹੀ ਨਾ ਆਵੇ। ਜ਼ਿੰਦਗੀ ਦੇ ਲਾਲਚ ਬਹੁਤ ਵੱਡੀ ਰੁਕਾਵਟ ਨੇ ਇਸ ਕੰਮ ਵਿੱਚ। ਉੱਠਣ ਵਾਸਤੇ ਗੁਰਬਾਣੀ ਕਹਿੰਦੀ ਹੈ। ਥੈਂਕ ਯੂ। ਅਗੇਨ ਧਰਮ ਸਿੰਘ, ਤੁਸੀਂ ਆਪਣੇ ਵਿਚਾਰ ਦੱਸੋ। ਇੱਕ ਸਿਚੁਏਸ਼ਨ ਜਿਹੜੀ ਹੈ ਡਾਕਟਰ ਨਰਿੰਦਰ ਸਿੰਘ ਨੇ ਕਹੀ ਹੈ, ਉਹਦੇ ਬਾਬਤ ਤੁਸੀਂ ਆਪਣੇ ਵਿਚਾਰ ਫੋਕਸ ਕਰਕੇ ਦੱਸੋ। ਇਹਨਾਂ ਨੇ ਠੀਕ ਕਿਹਾ ਆ ਵੀ ਇੱਕ ਤੇ ਜਿਹੜਾ ਸਿੱਖੀ ਕਿਰਦਾਰ ਆ, ਸਾਨੂੰ ਪਹਿਲੋਂ ਤੇ ਉਹ ਕਾਰਨ ਜਿਹੜੇ ਲੱਭਣੇ ਪੈਣੇ ਆ ਵੀ ਜਿਨ੍ਹਾਂ ਦੇ ਕਾਰਨ ਦੂਰ ਹੁੰਦਾ ਬੰਦੇ ਦੀਆਂ ਜਿਹੜੀਆਂ ਲੋੜਾਂ ਨੇ
ਉਹ ਬੜਾ ਮਾਨਾ ਰੱਖਦੀਆਂ ਨੇ ਭਈ ਜਿਸ ਤਰ੍ਹਾਂ ਹੁਣ ਮੈਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੀ ਗੱਲ ਸੁਣ ਰਿਹਾ ਸੀਗਾ ਵੀ ਉਹਨਾਂ ਦੀ ਕਿਸੇ ਈਸਾਈ ਪ੍ਰਚਾਰਕ ਨੇ ਦੇ ਨਾਲ ਗੱਲ ਹੋਈ ਤਾਂ ਉਹਨਾਂ ਪੁੱਛਿਆ ਵੀ ਕਾਰਨ ਕੀ ਆ ਵੀ ਤੁਹਾਡੇ ਜਿਹੜੇ ਸਿੱਖ ਨੇ ਵੀ ਜਿਹੜੇ ਸਿਰ ਖੋਪਰੀਆਂ ਲਵਾ ਲੈਂਦੇ ਰਹੇ, ਬੰਦ ਕਟਾਏ ਜਾਂਦੇ ਰਹੇ ਤੇ ਸਿੱਖੀ ਨਹੀਂ ਛੱਡਦੇ ਰਹੇ, ਤੇ ਅੱਜ ਕਿਉਂ ਵੀ ਉਹ ਸਿੱਖੀ ਛੱਡ ਰਹੇ। ਇਹ ਉਹਨਾਂ ਨੇ ਇੱਕ ਪਾਦਰੀ ਵੱਲੋਂ ਜਾਂ ਜਿਹੜਾ ਕੋਈ ਉਹਨਾਂ ਦਾ ਪ੍ਰਚਾਰਕ ਉਹਦੇ ਵੱਲੋਂ ਗੱਲ ਕੀਤੀ ਤੇ ਕਹਿੰਦੇ ਵੀ ਮੈਂ ਪੁੱਛਿਆ ਵੀ ਤੁਸੀਂ ਕੀ ਕਰਦੇ, ਕਹਿੰਦੇ ਵੀ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਉੱਥੇ ਵੇਖਦੇ ਆ ਵੀ ਕਿਹੜੇ ਕਿਹੜੇ ਲੋੜਵੰਦ ਲੋਕ ਨੇ, ਕਿਹੜੇ ਬਿਮਾਰ ਨੇ, ਤੇ ਉਹਨਾਂ ਦੇ ਨਾਲ ਅਸੀਂ ਰਾਬਤਾ ਕਰਦੇ ਆ। ਉਹਨਾਂ ਨੂੰ ਕਹਿੰਦੇ ਵੀ ਜੇ ਤੁਸੀਂ ਯੀਸ਼ੂ ਮਸੀਹ ਦਾ ਨਾਮ ਲਓਗੇ, ਉਹਦਾ ਤੁਸੀਂ ਉਹਨਾਂ ਦੇ ਨਾਲ ਆਪਣਾ ਨਾਤਾ ਜੋੜੋਗੇ ਤੇ ਅਸੀਂ ਤੁਹਾਡੇ ਜਿਹੜੇ ਆਰਥਿਕ ਕਮੀ ਉਹਨੂੰ ਵੀ ਦੂਰ ਕਰਾਂਗੇ ਤੇ ਇਹ ਵੀ ਕਰਾਂਗੇ ਉਹ ਵੀ ਕਰਾਂਗੇ। ਤੇ ਇਸ ਕਰਕੇ ਉਹ ਫਿਰ ਜਿੱਥੋਂ ਕਿਸੇ ਨੂੰ ਕੁਛ ਮਿਲਦਾ ਹੈ ਉਧਰ ਨੂੰ ਜਾਂਦਾ ਆ। ਮੈਂ ਇਸ ਕਰਕੇ ਮੈਂ ਇੱਥੇ ਇੱਕ ਛੋਟੀ ਜੀ ਗੱਲ ਕਹਿ ਦਿੰਦਾ, ਆਨੰਦਪੁਰ ਸਾਹਿਬ ਹੋਲਾ ਮਹੱਲਾ ਹੁੰਦਾ ਤੇ ਮੇਰੇ ਖਿਆਲ 'ਚ 200 ਕਿਲੋਮੀਟਰ ਤੱਕ ਲੰਗਰ ਲੱਗ ਜਾਂਦੇ ਨੇ ਸੜਕਾਂ ਦੇ ਉੱਪਰ, ਕਿਲੋਮੀਟਰ ਦੇ ਵਿੱਚ ਕਈਆਂ ਥਾਵਾਂ ਤੇ ਅੱਧੇ ਕਿਲੋਮੀਟਰ ਤੋਂ ਵੀ ਨੇੜੇ ਲੰਗਰ ਹੁੰਦੇ ਆਨੰਦਪੁਰ ਦੇ ਲਾਗੇ, ਤੇ ਲੰਗਰਾਂ ਦੇ ਨਾਲ ਲੰਗਰ ਜੁੜੇ ਹੁੰਦੇ ਨੇ। ਤੇ ਸਾਡੇ ਵਿਦਿਆਲਿਆ 'ਚ ਵੀ ਲੰਗਰ ਲਾਉਂਦੇ ਹੁੰਦੇ, ਇੱਕ ਸੰਸਥਾ ਆ ਕੇ ਇੱਧਰੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਤੇ ਉਹਨਾਂ ਨੂੰ ਇੱਕ ਵਾਰੀ ਮੈਂ ਕੋਈ 8-10 ਸਾਲ ਪਹਿਲੋਂ ਪੁੱਛਿਆ ਕਿੰਨਾ ਖਰਚ ਹੋਇਆ, ਕਹਿੰਦੇ 8 ਲੱਖ। ਤੇ ਉਦੋਂ ਦਾ 8 ਤੇ ਅੱਜ ਦਾ ਤੁਸੀਂ ਘੱਟੋ ਘੱਟ 16 ਲੱਖ ਲਾ ਲਓ। ਤੇ ਜੇ 5-7 ਹਜ਼ਾਰ ਨਹੀਂ, ਮੇਰੇ ਖਿਆਲ 'ਚ ਵੀ ਲੱਖਾਂ ਹੀ ਲੰਗਰਾਂ ਦੀ ਗਿਣਤੀ ਹੋ ਜਾਣੀ ਆ। ਤੇ ਉਹ ਪੈਸੇ ਜਿਹੜੇ ਜਿੰਨੇ ਲੋਕ ਆਪਣੇ ਸੁਸਾਈਡ ਕਰਦੇ ਨੇ ਕਰਜ਼ਿਆਂ ਦੇ ਥੱਲੇ ਦੱਬੇ ਹੋਣ ਕਰਕੇ, ਤੇ ਉਹਨਾਂ ਦਾ ਭਲਾ ਹੋ ਸਕਦਾ ਆ ਉਹਨਾਂ ਪੈਸਿਆਂ ਦੇ ਨਾਲ। ਵੀ ਜਿਹੜਾ ਸਾਡਾ ਪੈਸਾ ਤੇ ਆਪਣੀ ਕੌਮ ਕੋਲ ਕੋਈ ਘਾਟ ਨਹੀਂ ਆ। ਮੇਰੇ ਖਿਆਲ 'ਚ ਕੋਈ ਵੀ ਜਥੇਬੰਦੀ ਜੇ ਇਸ ਤਰ੍ਹਾਂ ਦਾ ਉਪਰਾਲਾ ਕਰੇ ਕਿ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਸਾਰ ਲਈ ਜਾਵੇ ਜਿਨ੍ਹਾਂ ਕੋਲ ਇਲਾਜ ਨਹੀਂ ਕਰਾਇਆ ਜਾ ਰਿਹਾ, ਜਿਨ੍ਹਾਂ ਦੇ ਕੋਲ ਘਰ ਨਹੀਂ ਆ, ਜਿਨ੍ਹਾਂ ਦੇ ਸਿਰਾਂ ਤੇ ਕਰਜ਼ਾ ਆ ਭਾਵੇਂ ਕਿਸੇ ਕਾਰਨ ਚੜਿਆ, ਉਹਨਾਂ ਲੋਕਾਂ ਦੀ ਸਾਰ ਲਈ ਜਾਏ ਤੇ ਦੱਸਿਆ ਜਾਏ ਕਿ ਸਿੱਖੀ ਦਾ ਮਾਰਗ ਜਿਹੜਾ ਆ ਇਸ ਬਹੁਤ ਸੌਖਾ ਆ। ਇਹਦੇ 'ਚ ਤੇ ਕੁਛ ਕਰਨ ਦੀ ਲੋੜ ਹੀ ਨਹੀਂ ਗੀ। ਆਪਣਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹਦੇ ਤੋਂ ਸਰਲ ਨੇਮ ਕੀ ਹੋ ਸਕਦੇ ਨੇ ਕਿ। ਤੇ ਇਸ ਕਰਕੇ ਇਹ ਜਿਹੜਾ ਸਾਨੂੰ ਪਿੰਡ ਲੈਵਲ ਤੇ ਜਿੱਥੇ ਕੋਈ ਜਿੰਨਾ ਹੈਗਾ ਉਦਮ, ਹੁਣ ਤੁਸੀਂ ਹੈਗੇ ਆ ਸਾਡੀ ਮੈਂ ਕਈ ਵਾਰ ਇਹ ਸੋਚਦਾ ਵੀ ਇਦਾਂ ਦਾ ਕੀਤਾ ਜਾਏ ਵੀ ਪਿੰਡ ਜਾ ਕੇ ਤੇ ਜਿਹੜੇ ਗੁਰਸਿੱਖ ਗਰੀਬ ਪਰਿਵਾਰਾਂ ਦੇ ਜਾਤ ਪਾਤ ਦਾ ਚੱਕਰ ਛੱਡ ਕੇ ਤੇ ਉਹਨਾਂ ਦੇ ਨਾਲ ਰਾਬਤੇ ਕਰਕੇ ਤੇ ਉਹਨਾਂ ਦੇ ਲਿਸਟਾਂ ਬਣਾ ਕੇ ਤੇ ਉਦਮ ਕੀਤਾ ਜਾਏ। ਤੇ ਮਜਬੂਰੀਆਂ ਸਾਡੀਆਂ ਵੀ ਅਸੀਂ ਇੱਥੇ ਬਾਹਰ ਬੈਠੇ ਆ, ਇੱਥੇ ਉਦਾਂ ਨਹੀਂ ਕੋਈ ਸੁਣਦਾ। ਤੁਹਾਨੂੰ ਪਤਾ ਹੀ ਆ ਜਿਹੜੀ ਗੁਰਦੁਆਰਿਆਂ 'ਚ ਰਾਜਨੀਤੀ ਆ, ਸਾਡਾ ਪਾ ਲਾ ਕੇ ਤੇ ਜਿਹੜੇ ਗੁਰਦੁਆਰੇ ਸਿੱਖੀ ਪ੍ਰਚਾਰ ਵਾਸਤੇ ਹੀ ਸੀਗੇ ਨਾ, ਪਰ ਇਸ ਕਰਕੇ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ ਕਿ ਜਥੇਬੰਦ ਹੋ ਕੇ ਜਿਹੜੇ ਗੁਰਸਿੱਖ ਆ ਫਿਰ ਕਾਫਲੇ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਭਾਈ ਮਨਦੀਪ ਸਿੰਘ, ਤੁਸੀਂ ਕੋਈ ਐਡ ਕਰਨੀ ਚਾਹੁੰਦੇ ਇਹਦੇ ਵਿੱਚ ਜਿਹੜੇ ਖਿਆਲਾਤ ਡਾਕਟਰ ਨਰਿੰਦਰ ਸਿੰਘ ਨੇ ਪੇਸ਼ ਕੀਤੇ ਨੇ ਉਹਨਾਂ ਬਾਬਤ? ਅਨਮਿਊਟ ਕਰੋ ਆਪਣੇ ਆਪ ਨੂੰ। ਮੈਨੂੰ ਬਾਅਦ ਪਤਾ ਲੱਗਿਆ ਇਹ, ਕਿਉਂਕਿ ਗੱਲ ਇਸ ਤੇ ਹੈ ਵੀ ਜਦੋਂ ਅਸੀਂ ਧਰਮ ਦੇ ਗੁਣ ਜਦੋਂ ਜੀਵਨ 'ਚ ਅਡਾਪਟ ਕਰਦੇ ਆ ਨਾ, ਬਾਣੀ ਪੜ੍ਹਨੀ, ਬਾਣੀ ਜਿੱਦਾਂ ਆਪਣੇ ਨਰਿੰਦਰ ਸਿੰਘ ਜੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ, ਬਾਣੀ ਪੜ੍ਹਨੀ ਜੇ ਜ਼ਰੂਰੀ ਹੈ। ਬਾਣੀ ਦੇ ਜਿਹੜੇ ਗੁਣ ਆ ਨਾ, ਜਿਹੜੇ ਬਾਣੀ ਤੋਂ ਗੁਣ ਮਿਲਦੇ ਹੈਗੇ ਆ, ਉਹ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ, ਉਹ ਗੁਣ ਜਿਹੜੇ ਆ ਲੋਕਾਂ ਦੇ ਸਾਹਮਣੇ ਡਿਸਕ੍ਰਾਈਬ ਹੋਣੇ ਚਾਹੀਦੇ। ਪ੍ਰਚਾਰਕ ਦੇ ਵਿੱਚ ਇੰਨਾ ਮਾਦਾ ਹੋਣਾ ਚਾਹੀਦਾ, ਉਹਦੀ ਪ੍ਰਚਾਰਕ ਦੀ ਕੁਆਲਿਟੀ, ਉਹਦੀ ਪ੍ਰਚਾਰ ਦੀ ਕੁਆਲਿਟੀ ਇਸੇ ਤਰ੍ਹਾਂ ਹੋਵੇ ਵੀ ਜਿਹੜੇ ਗੁਣ ਜਿਹੜੇ ਆ ਨਾ ਇੱਕਦਮ ਅਪੀਅਰ ਹੋਣ ਵਿੱਚੋਂ, ਵੀ ਉਹਦੇ ਵਿੱਚੋਂ ਜਿਹੜੀ ਹੈਗੀ ਆ ਆਮ ਲੋਕਾਂ ਨੂੰ ਜਿਹੜੀ ਹੈਗੀ ਆ ਸਰਲਤਾ, ਸਹਿਜਤਾ, ਟਿਕਾ, ਹਰ ਇੱਕ ਚੀਜ਼ ਜਿਹੜੀ ਨਜ਼ਰ ਆਵੇ। ਉਹ ਗੁਣ ਜਿਹੜੇ ਹੈਗੇ ਨਾ, ਜਦੋਂ ਇੱਕ ਤਾਂ ਕੁਆਂਟੀਟੀਜ਼ ਹੋ ਗਈ, ਕੁਆਂਟੀਟੀ ਦੇ ਸਿੱਖ ਨਹੀਂ, ਕੁਆਲਿਟੀ ਦੇ ਸਿੱਖ ਜਿਹੜੇ ਹੈਗੇ ਆ ਉਹ ਬਹੁਤ ਮੈਟਰ ਕਰਦੇ ਆ। ਜਿਸ ਤਰ੍ਹਾਂ ਗਿਆਨੀ ਧਰਮ ਸਿੰਘ ਜੀ ਨੇ ਗੱਲ ਕੀਤੀ ਹੈਗੀ ਆ ਵੀ ਸਮਾਜ ਭਲਾਈ ਦੀ ਗੱਲ, ਪਿੰਡਾਂ ਦੇ ਵਿੱਚ ਗਰੁੱਪ ਬਣ ਜਾਂਦੇ। ਹੁਣ ਅਸੀਂ ਵੀ ਨਗਰ ਦੇ ਵਿੱਚ ਆਪਣੇ ਦੇ ਵਿੱਚ ਜਿੰਨੇ ਮੁੰਡੇ ਅਸੀਂ ਬਾਹਰ ਸੀਗੇ, ਅਸੀਂ ਇੱਕ ਗਰੁੱਪ ਬਣਾਇਆ ਵੀ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਹੈਗਾ ਆ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਹੈਗਾ, ਉਹਦੇ ਅਸੀਂ ਉਹਦੇ ਤੱਕ ਅਸੀਂ ਪਹੁੰਚ ਕਰੀਏ।
ਆਪਣੇ ਬਜ਼ੁਰਗਾਂ ਜਿਹੜੇ ਸਾਡੇ ਮਾਪੇ ਬੈਠੇ ਹੈਗੇ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਈਦਾ ਵੀ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਆ ਇਹਨਾਂ ਚੀਜ਼ਾਂ ਦੀਆਂ ਲਿਸਟਾਂ ਬਣਾ ਕੇ ਸਾਨੂੰ ਦਿਓ ਵੀ ਅਸੀਂ ਕਿਸੇ ਬੰਦੇ ਨੂੰ ਪਿੰਡ ਦੇ ਵਿੱਚ ਕਿਸੇ ਇਸ ਤਰੀਕੇ ਨਾਲ ਨਹੀਂ ਦੇਖਣਾ ਚਾਹੁੰਦੇ ਕਿ ਸਾਡੇ ਪਿੰਡ 'ਚ ਕੋਈ ਖੁਦਕੁਸ਼ੀ ਕਰ ਗਿਆ ਕਿਸੇ ਗਲਤ ਕੰਮ ਕਰਕੇ, ਜਾਂ ਕਿਸੇ ਦੇ ਸਿਰ ਤੇ ਕਰਜ਼ਾ ਸੀ ਜਾਂ ਕੋਈ ਚੀਜ਼ ਸੀਗੀ ਆਰਥਿਕ ਤੌਰ ਤੇ ਕੋਈ ਸੀ, ਕੋਈ ਕਿਸ ਤਰੀਕੇ ਦੇ ਨਾਲ ਸੀ। ਇਹਦੇ ਨਾਲ ਭਾਵੇਂ ਧਰਮ ਦਾ ਕੋਈ ਸੰਬੰਧ ਨਹੀਂ, ਮਗਰ ਆਪਣੇ ਸਮਾਜ ਨੂੰ ਬਰਾਬਰ ਦੀ ਜਿਹੜੀ ਹੈਗੀ ਆ ਸੇਧ ਦੇਣੀ, ਉਹਨਾਂ ਨੂੰ ਆਪਣੇ ਬਰਾਬਰ ਜਿਹੜਾ ਲੈ ਕੇ ਆਉਣਾ ਵੀ ਬੜੇ ਜ਼ਰੂਰੀ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਧਰਮ ਦੇ ਗੁਣ ਹੀ ਦੱਸਦੇ ਆ। ਜੇ ਅਸੀਂ ਆਪ ਅਪਲਾਈ ਕਰਾਂਗੇ ਆਪਣੇ ਆਪ ਤੇ ਦੂਸਰੇ ਜਿਹੜੇ ਹੈਗੇ ਉਹ ਸਾਡੇ ਵੱਲ ਦੇਖ ਕੇ ਹੋਰ ਅਪਲਾਈ ਕਰਨਗੇ। ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। let me ask you a direct question ਇੱਥੇ ਤੇ ਉਹ ਗੁਰਦੁਆਰਿਆਂ 'ਚ ਇੰਨੇ ਰਮਾਲੇ ਹੁੰਦੇ ਆ, ਉਹ ਜਿਹੜੇ ਰਮਾਲੇ ਹੁੰਦੇ ਨੇ ਉਹਨਾਂ ਨੂੰ ਬਜਾਏ ਸਾੜਨ ਦੇ ਜਾਂ ਉਹਨਾਂ ਨੂੰ ਸਿੱਟਣ ਦੇ ਜਾਂ ਬੇਅਦਬੀ ਕਰਨ ਦੇ, ਉਹਨਾਂ ਨੂੰ ਕਿਉਂ ਨਹੀਂ ਕਿਸੇ ਗਰੀਬ ਬੱਚੇ ਨੂੰ ਦੇ ਕੇ ਉਹਨੂੰ ਕੋਈ ਬਸਤਰ ਬਣਾ ਲਵੇ? ਨਹੀਂ, ਉਹ ਇੱਥੇ ਹੁਣ ਜਿੱਦਾਂ ਅਸੀਂ ਜਿਹੜੇ ਹੁਣ ਜਿੱਦਾਂ ਰਹਿੰਦੇ ਆ ਉੱਥੇ ਤਾਂ ਅਸੀਂ ਕਰਦੇ ਸੀਗੇ ਜਦੋਂ ਇੰਡੀਆ ਦੇ ਵਿੱਚ ਸੀਗੇ ਨਾ, ਉਦੋਂ ਅਸੀਂ ਜਿਹੜੇ ਇਹਨਾਂ ਨੂੰ ਜਿਹੜਾ ਰੀਸਾਈਕਲ ਕਿਸੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਹੋ ਸਕੇ। ਇੱਥੇ ਉਹਦਾ ਡਾਕਟਰ ਸਾਹਿਬ ਸਾਨੂੰ ਹਨਾ ਵਿਦੇਸ਼ਾਂ ਵਿੱਚ ਬੜੀ ਪ੍ਰੋਬਲਮ ਹੁੰਦੀ ਹੈ ਚੀਜ਼, ਇੱਥੇ ਬੜੀ ਪੈਦਾ ਹੁੰਦੀ ਆ। ਗੁਰਦੁਆਰੇ ਸਾਡੇ ਵੀ ਹੁਣ ਜਿੱਦਾਂ 20 ਸਾਲ ਹੋ ਗਿਆ ਬਣੇ ਨੂੰ, ਇੱਥੇ ਹੁਣ ਸਟੋਰ ਹੋਈ ਜਾਂਦਾ ਤੇ ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਉਹ ਚੀਜ਼ ਨੂੰ ਰੀਸਾਈਕਲ ਕਿਸ ਤਰੀਕੇ ਨਾਲ ਕੀਤਾ ਜਾਵੇ। ਬੜੀ ਕਈ ਵਾਰੀ ਇਹ ਮੁਸ਼ਕਲ ਬਣ ਜਾਂਦੀ ਆ ਕਿਉਂਕਿ ਇੱਥੋਂ ਨਾ ਤਾਂ ਅਸੀਂ ਗੋਇੰਦਵਾਲ ਸਾਹਿਬ ਪਹੁੰਚਾ ਸਕਦੇ ਹਾਂ ਜਾਂ ਕੋਈ ਏਦਾਂ ਦੀ ਚੀਜ਼ ਨਹੀਂ ਕਰ ਸਕਦੇ। ਇਹ ਵੀ ਕਈ ਵਾਰੀ ਬੜੀ ਇੱਥੇ ਮੁਸ਼ਕਲ ਆਉਂਦੀ। ਉੱਥੇ ਤਾਂ ਕਾਰ ਸੇਵਾ ਵਾਲੇ ਬਾਬੇ ਆ ਜਾਂਦੇ ਸੀਗੇ, ਉਹ ਆਪਣੇ ਯੂਟਿਲਾਈਜ਼ ਕਰ ਲੈਂਦੇ ਸੀਗੇ ਲੰਗਰ ਦੇ ਵਿੱਚ ਰੁਮਾਲਿਆਂ ਨੂੰ ਵੀ, ਜਿਹੜੇ ਰਾਤ ਨੂੰ ਜਿਹੜੇ ਕੱਪੜੇ ਸੀਗੇ ਪੁਰਾਣੇ ਕੱਪੜੇ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਦੇ ਦੇਣੇ। ਮੈਂ ਆਪਣੇ ਕਈ ਵਾਰੀ ਆਪਣੇ ਵਸਤਰ ਉਹਨਾਂ ਨੇ ਬੜੀ ਖੁਸ਼ੀ ਲੈ ਜਾਣੇ, ਉਹਨੇ ਕਹਿਣਾ ਬਾਬਾ ਜੀ ਜਿੰਨੇ ਮਰਜ਼ੀ ਦੇ ਦਿਓ ਅਸੀਂ ਸਾਰੇ ਯੂਜ਼ ਕਰ ਲੈਣੇ। ਉੱਥੇ ਰੀਸਾਈਕਲ ਕਰਨਾ ਬੜਾ ਸੌਖਾ ਸੀਗਾ, ਮਗਰ ਇੱਥੇ ਵੀ ਤਾਂ ਰੀਸਾਈਕਲ ਹੋ ਸਕਦੇ ਨੇ। ਇੱਥੇ ਆ ਜਿਹੜੀਆਂ ਜਗ੍ਹਾ ਇੱਥੇ ਬਥੇਰੀਆਂ ਚੈਰਿਟੀ ਸ਼ਾਪਸ ਨੇ ਇੱਥੇ ਇਹਨਾਂ ਦੇ ਵਿੱਚ ਰੀਸਾਈਕਲ ਹੋ ਸਕਦੇ ਨੇ। ਮਗਰ ਗੱਲ ਜਿੱਦਾਂ ਹੈ ਨਾ ਰੁਮਾਲਾ, ਜਿੱਦਾਂ ਤੁਸੀਂ ਰੁਮਾਲੀਆਂ ਦੀ ਗੱਲ ਕੀਤੀ ਨਾ, ਰੁਮਾਲੀਆਂ ਦੀ ਮੁਸ਼ਕਲ ਆਉਂਦੀ ਹੈ ਇੱਥੇ। ਆਮ ਚੀਜ਼ਾਂ ਜਿੱਦਾਂ ਬਲੈਂਕਟ ਵਗੈਰਾ ਹੈਗੇ ਜਾਂ ਕੱਪੜੇ ਹੈਗੇ ਉਹ ਚੀਜ਼ ਤਾਂ ਹੋ ਜਾਂਦੀ ਹੈ, ਮਗਰ ਉਹ ਬੜੀ ਇਹ ਚੀਜ਼ ਮੈਂ ਵੀ ਚਾਹੁੰਦਾ ਵੀ ਜੇ ਕੋਈ ਮੈਨੂੰ ਸੁਝਾਅ ਦੇ ਸਕੋ ਤੁਸੀਂ ਤੇ ਅਸੀਂ ਵੀ ਇੱਥੇ ਅਪਲਾਈ ਕਰ ਸਕੀਏ। ਸੌਰੀ ਮੈਂ ਵਿੱਚ ਨਾ ਇਹ ਤਾਂ ਕਰਕੇ ਮੁੜ ਕੇ ਗੱਲ ਨਾ ਭੁੱਲ ਜਾਏ, ਸਾਡੇ ਇੱਥੇ ਹੈਗੇ ਆ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਜਿੱਦਾਂ ਅਫਗਾਨਿਸਤਾਨ ਵਗੈਰਾ ਜਿੱਥੇ ਬਹੁਤ ਗਰੀਬੀ ਆ ਤੇ ਕੱਪੜੇ ਉਹ ਸਾਰੇ ਹੀ ਲੈ ਲੈਂਦੇ ਨੇ ਤੇ ਰੁਮਾਲੇ ਤੇ ਸਗੋਂ ਬੜੇ ਸਾਫ਼ ਸੁਥਰੇ ਕੱਪੜੇ ਹੁੰਦੇ ਆ, ਨਾ ਤਾਂ ਉਹਨਾਂ ਨੂੰ ਧੋਣ ਦੀ ਲੋੜ ਆ ਤੇ ਵਧੀਆ ਹੁੰਦੇ ਆ ਤੇ ਮੇਰੇ ਖਿਆਲ ਚ ਉਹ ਵੀ ਉੱਥੇ ਦਿੱਤੇ ਜਾ ਸਕਦੇ ਆ। ਇੱਥੇ ਦਿੱਕਤ ਇਹ ਆ ਜਿਹੜੇ ਭਰਮ ਪਾਏ ਹੋਏ ਆ ਨਾ ਸਾਡੇ ਕਿ ਗੁਰੂ ਸਾਹਿਬ ਜੀ ਦੇ ਲੱਗੇ ਹੋਏ ਰੁਮਾਲੇ ਆ ਤੇ ਕਿਸੇ ਬੰਦੇ ਨੂੰ ਨਹੀਂ ਪਾਣੇ, ਬੱਚੇ ਨੂੰ ਨਹੀਂ ਪਾਣੇ। ਮੈਂ ਇੱਕ ਵਾਰੀ ਪੌਂਟਾ ਸਾਹਿਬ ਸੀ ਤੇ ਇੱਕ ਪੂਰਾ ਕਮਰਾ ਸੈਲਫਾਂ ਨਾਲ ਭਰਿਆ, ਪੰਡਾ ਬੰਨ ਕੇ ਵਧੀਆ ਰੁਮਾਲੇ, ਤੇ ਮੈਂ ਮੈਨੇਜਰ ਸਾਹਿਬ ਨੂੰ ਕਿਹਾ, ਮੈਂ ਕਿਹਾ ਕਿ ਇਹ ਗਰੀਬ ਲੋਕਾਂ ਦੇ ਵਿੱਚ ਵੰਡ ਦਿਓ। ਕਹਿੰਦੇ ਵੀ ਮਹਾਰਾਜ ਦੇ ਕੱਪੜੇ ਜਿਹੜੇ ਆ ਵੀ ਰੁਮਾਲੇ ਕਿਵੇਂ ਗਰੀਬਾਂ ਨੂੰ ਦਿੱਤੇ ਜਾ ਸਕਦੇ। ਮੈਂ ਕਿਹਾ ਤੁਹਾਨੂੰ ਇਤਿਹਾਸ ਦਾ ਜੇ ਪਤਾ ਹੋਏ, ਬਾਬਾ ਗੁਰਦਿੱਤਾ ਜੀ ਦੇ ਵਿਆਹ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਜੇ ਛੋਟੇ ਸੀਗੇ ਤੇ ਉਹਨਾਂ ਦੇ ਜਿਹੜਾ ਜਾਮਾ ਬਣਾਇਆ ਸੀ ਉਹਨਾਂ ਨੇ ਇੱਕ ਗਰੀਬ ਬੱਚੇ ਨੂੰ ਲਾ ਕੇ ਦੇ ਦਿੱਤਾ ਸੀਗਾ। ਠੰਡ ਸੀਗੀ ਤੇ ਉਹ ਠੰਡ ਦੇ ਵਿੱਚ ਤੜਫ ਰਿਹਾ ਸੀ, ਕੰਬ ਰਿਹਾ ਸੀਗਾ ਤੇ ਗੁਰੂ ਸਾਹਿਬ ਜੀ ਨੇ ਉਹ ਰੁਮਾਲਾ ਜਿਹੜਾ ਜਿਹੜਾ ਜਾਮਾ ਸੀਗਾ ਜਿਹੜਾ ਉਹਨਾਂ ਲਈ ਬਸਤਰ ਸੀਗੇ ਉਹ ਬਹੁਤ ਕੀਮਤੀ ਬਣਾਏ ਹੋਏ ਸੀਗੇ ਤੇ ਉਹ ਲਾ ਕੇ ਦੇ ਦਿੱਤੇ ਸੀ। ਗੁਰੂ ਸਾਹਿਬ ਤੇ ਆਪਣੇ ਲਾ ਕੇ ਦੇ ਦਿੰਦੇ ਰਹੇ ਆ ਤੇ ਇਹ ਕਿਹੜੀ ਗੱਲ ਆ? ਗੁਰੂ ਖੁਸ਼ ਹੋਊਗਾ ਕਿ ਸਾੜਿਆਂ ਥੋੜਾ ਖੁਸ਼ ਹੋਣਾ, ਜਾਂ ਨਦੀਆਂ ਦਰਿਆਵਾਂ ਤੇ ਸੁੱਟਿਆਂ ਖੁਸ਼ ਹੋਣਗੇ? ਹਾਂਜੀ ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ। ਸਾੜਨਾ ਜਾਂ ਦਰਿਆਵਾਂ ਸੁੱਟਣਾ ਉਹ ਤਾਂ ਉੱਥੋਂ ਦੇ ਪਾਣੀ ਨੂੰ ਬਲੋਕੇਜ ਕਰੂਗੇ ਜਾਂ ਕੋਈ ਇਦਾਂ ਦੀ ਚੀਜ਼ ਹੋਏਗੀ, ਉਹਦੇ ਨਾਲ ਤਾਂ ਇਹ ਚੰਗਾ ਨਾ ਵੀ ਇਹਨੂੰ ਕਿਸੇ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਵੇ। ਇਹ ਜ਼ਿਆਦਾ ਦੇਖੋ ਜੇ ਇਜਾਜ਼ਤ ਹੋਵੇ ਤਾਂ ਮੈਂ ਕੁਝ ਕਹਾਂ। ਹਾਂਜੀ ਕਹੋ। ਇਹਦੇ ਵਿੱਚ ਦੇਖੋ ਹੁਣ ਜਿਵੇਂ ਇਹਨਾਂ ਕੰਟਰੀਜ਼ ਤੁਸੀਂ ਗੱਲ ਕਰਦੇ ਹੋ, ਇੱਥੇ ਸਾਰੀਆਂ ਹਰ ਗੁਰਦੁਆਰੇ ਵਿੱਚ ਆਪਣੀਆਂ ਕਮੇਟੀਆਂ ਬਣੀਆਂ ਹੋਈਆਂ ਨੇ। ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਭਾਈ ਸਾਹਿਬਾਨ ਨੇ ਜਿਸ ਆਪ ਜੀ ਹੋ, ਉਹਨਾਂ ਨਾਲ ਮਿਲ ਕੇ ਇਹ ਸਖਤੀ ਕੀਤੀ ਜਾਏ ਵੀ ਲੋਕਾਂ ਕੋਲ ਪਹਿਲੀ ਗੱਲ ਰੁਮਾਲੇ ਲੈ ਕੇ ਨਹੀਂ ਆਉਣੇ। ਰੁਮਾਲੇ ਮਤਲਬ ਕੀ ਹੈ? ਮਤਲਬ ਇਹ ਹੈ ਕਿ ਜੋ ਬੰਦੇ ਨਹੀਂ ਨਾ ਕੋਈ ਇਹ ਤੁਹਾਨੂੰ ਇੱਕ ਬੜਾ ਵਹਿਮ ਹੈ, ਤੁਹਾਨੂੰ ਇਹ ਬੜਾ ਵਹਿਮ ਜੀ ਲੋਕ ਮੰਨਦੇ ਨਹੀਂ ਹੈ। ਤੁਸੀਂ ਜਿਹੜਾ ਦੂਜਾ ਤਰੀਕਾ ਜਿਹੜਾ ਬੰਦਾ ਲੈ ਕੇ ਆਵੇ, ਤੁਸੀਂ ਮਹਾਰਾਜ ਦੇ ਉੱਪਰ ਉਹਨੂੰ ਜੋੜਾ ਦੇ ਕੇ ਉਹਨੂੰ ਵਾਪਸ ਕਰ ਦਿਓ, ਲਓ ਜੀ ਆਪਣਾ ਲੈ ਜਾਓ ਕਰ ਜੋ ਮਰਜ਼ੀ ਕਰੋ। ਹਰ ਇੱਕ ਬੰਦੇ ਨੂੰ ਆਪਣਾ ਜੋ ਲੈ ਕੇ ਆਵੇ ਪਹਿਲਾਂ ਮਨਾ ਕਰੋ, ਜਿਹੜੇ ਸਾਡੇ ਕੋਲ ਹੈਗੇ ਨੇ ਉਹਨਾਂ ਨੂੰ ਦੁਬਾਰਾ ਯੂਜ਼ ਕਰੋ, ਉਹ ਆਪਣੀ ਸੇਵਾ ਦੇ ਕੇ ਤੁਸੀਂ ਉੱਥੋਂ ਰੁਮਾਲਾ ਲਵੋ। ਕਈ ਉਸੇ ਪੈਕ ਦੇ ਪੈਕ ਪੈ ਰਹਿੰਦੇ ਨੇ ਰੁਮਾਲੇ, ਅਸੀਂ ਬੰਦ ਕਰ ਦਿੱਤਾ ਹੈਗਾ।
ਇੱਥੇ ਆਰਲੈਂਡੋ ਦੇ ਕੰਮ ਵਿੱਚ। ਤੇ ਇਸ I think ਵਾਸਤੇ that's ਅਸੀਂ ਅਲਾਉ good ਨਹੀਂ ਕਰਦੇ ਲੋਕਾਂ ਨੂੰ ਨਵੇਂ ਲਿਆਉਣ ਵਾਸਤੇ। ਇਹ good ਦੂਜੀ ਗੱਲ ਇਹ suggestion ਹੈ, ਸੁਣੋ ਸਪਾਈਸ, ਹਾਂਜੀ ਇਜਾਜ਼ਤ ਦਿਓ ਮੈਨੂੰ, ਜਿਹੜਾ ਅਗਰ ਜ਼ਿੱਦ ਕਰੇ ਵੀ ਮੈਂ ਲੈ ਕੇ ਆਉਣਾ, ਅੱਛਾ ਜੀ ਇਹ ਲਓ, ਇਹ ਮਾਲਾ ਇਹਦੇ ਉੱਪਰ ਰੁਮਾਲਾ ਪਾ ਦਿੱਤਾ, ਹੁਣ ਰੁਮਾਲ ਤੈਅ ਕਰਕੇ ਤੁਸੀਂ ਆਪਣੇ ਘਰ ਲੈ ਜਾਓ। ਹੁਣ ਦੇਖੋ ਅਸੀਂ ਜਦੋਂ ਸੀਗੇ ਛੋਟੇ, ਜਦ ਮੇਰੇ ਬੱਚੇ ਹੋਏ ਸੀਗੇ, ਮੈਂ ਪਹਿਲਾ ਰੁਮਾਲਾ ਗੁਰੂ ਸਾਹਿਬ ਕੋਲ ਲੈ ਕੇ, ਉਹ ਆਪਣੀ ਵੱਡੀ ਬੇਟੀ ਮੈਂ ਹਰਬੀਰ, ਉਹਦਾ ਪਹਿਲਾ ਚੋਲਾ ਸੀ ਉਹ ਰੁਮਾਲੇ ਤੋਂ ਬਣਾਇਆ ਸੀਗਾ। ਉਸੇ ਕੱਪੜੇ ਬਣੇ ਹੋਏ ਮੈਂ ਤਿੰਨੇ ਬੱਚਿਆਂ ਦੇ ਉੱਪਰ ਪਾਏ ਸੀ। ਹੁਣ ਅੱਜ ਕੱਲ੍ਹ ਜੋ ਬਣਾਉਂਦੇ ਨੇ ਰੁਮਾਲੇ, ਇਤਨੇ ਉਹਦੇ ਉੱਤੇ ਗੋਟਾ, ਇਤਨਾ ਉਹਦੇ ਉੱਤੇ ਐਮਬਰਾਇਡਰੀ, ਇਤਨਾ ਉਹ ਤੋਂ ਹੋ ਜਾਂਦਾ, ਉਹ ਯੂਜ਼ ਹੀ ਨਹੀਂ ਕੀਤੇ ਜਾ ਸਕਦੇ, ਉਹ ਚੁੱਭਦੇ ਨੇ ਸਰੀਰ ਨੂੰ, ਦੇ ਆਰ ਸੋ ਯੂਸਲੈਸ। ਸੋ ਇਹ ਸਾਰਾ ਇੰਡਸਟਰੀ ਬਣ ਗਈ ਹੈ। ਇਸ ਨੂੰ ਰੋਕਣ ਦਾ ਕੋਈ ਨਾ ਕੋਈ ਬੜਾ ਕਲੈਕਟਿਡ ਐਫਰਟ ਹੋਣਾ ਚਾਹੀਦਾ, ਇਕੱਲੇ ਦੁਕੱਲੇ ਦਾ ਕੰਮ ਨਹੀਂ ਹੈ ਇਹ। ਕੁਝ ਤੁਸੀਂ ਦੇਖੋ ਕਿ ਅਸੀਂ ਤਾਂ ਗੱਲ ਕਰ ਰਹੇ ਹਾਂ ਕਿ ਅਸੀਂ ਸਿੱਖੀ ਦੇ ਅਸੂਲਾਂ ਨੂੰ ਕਿਵੇਂ ਬਚਾਈਏ। ਅਸੀਂ ਇੱਕ ਛੋਟੀ ਜਿਹੀ ਸਮੱਸਿਆ ਜਿਹੜੀ ਰੁਮਾਲਿਆਂ ਦੀ ਹੈ, ਉਹ ਸਾਡੀ ਲੀਡਰਸ਼ਿਪ ਇਹਦੇ ਵੱਲ ਜਰਾ ਵੀ ਧਿਆਨ ਨਹੀਂ ਦੇ ਸਕ ਰਹੀ, ਇੱਕ ਸਮੱਸਿਆ ਬਣ ਗਈ। ਅੰਮ੍ਰਿਤਸਰ ਵਿੱਚ ਤੁਸੀਂ ਦੇਖੋ ਤਾਂ ਅੰਮ੍ਰਿਤਸਰ ਗੁਰਦੁਆਰੇ ਵਿੱਚ ਜਿਹੜਾ ਚੰਦੋਆ ਸਾਹਿਬ ਲਗਾਉਣ ਦੀ ਜਿਹੜੀ ਹੈ, ਤੁਹਾਡਾ ਨੰਬਰ ਨਹੀਂ ਆਉਂਦਾ। ਤੁਸੀਂ ਚਾਹੋ ਕਿ ਮੈਨੂੰ ਨੰਬਰ ਚਾਹੀਦਾ ਹੈ ਕਿ ਬਈ ਮੈਂ ਕਦੋਂ ਆਪਣਾ ਚੰਦੋਆ ਜਿਹੜਾ ਉੱਥੇ ਲਗਵਾ ਸਕਦਾ। ਤੁਸੀਂ ਔਰ ਉਹ ਲੱਖਾਂ ਰੁਪਏ ਲੱਗਦੇ ਨੇ ਉਹਦੇ ਤੇ, ਉਹ ਬਹੁਤ ਮਹਿੰਗੇ ਆਉਂਦੇ ਨੇ, ਔਰ ਪੂਰੀ ਇੰਡਸਟਰੀ ਬਣੀ ਹੋਈ ਹੈ। ਤੁਸੀਂ ਉਹ ਚਾਹੇਗੀ ਨਹੀਂ ਕਿ ਇਹਨੂੰ ਬੰਦ ਕੀਤਾ ਜਾਏ। ਸਾਡੀ ਲੀਡਰਸ਼ਿਪ ਤਾਂ ਉੱਕਾ ਹੀ ਇਹਦੇ ਵੱਲ ਕੋਈ ਯਤਨ ਨਹੀਂ ਕਰਦੀ ਨਜ਼ਰ ਆਉਂਦੀ। ਇਹ ਸਮੱਸਿਆ ਨਾਲ ਮੈਂ ਸਿੱਖਾਂ ਨੂੰ ਜੂਝਦੇ ਪਿਛਲੇ ਕਈ ਸਾਲਾਂ ਤੋਂ ਦੇਖ ਲਿਆ ਕਿ ਉਹ ਜੂਝ ਰਹੇ ਨੇ ਕਿ ਬਈ ਅਸੀਂ ਰੁਮਾਲਿਆਂ ਦਾ ਕੀ ਕਰੀਏ, ਪਰ ਅਜੇ ਤੱਕ ਵੀ ਕੋਈ ਕਾਰਗਰ ਕਾਰਜ ਇਹਦੇ ਵਾਸਤੇ ਨਹੀਂ ਕੀਤਾ ਗਿਆ ਕਿ ਇਹ ਕੰਮ ਰੁਕ ਸਕੇ। ਸ਼ਾਇਦ ਇਹਦੇ ਪਿੱਛੇ ਕੋਈ ਕਾਰਨ ਹੋਰ ਹੀ ਨਾ ਹੋਣ, ਮੈਨੂੰ ਕਿਤੇ ਲੱਗਦਾ ਹੈ। ਔਰ ਸਾਨੂੰ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਆਪਣੇ ਸਿੰਘਾਂ ਵਿੱਚ ਜਿਹੜੀ ਇਹ ਸੋਚ ਜਿਹੜੀ ਹੈ ਇਹ ਬਦਲੀਏ। ਔਰ ਜਿਹੜੀ ਇਹ ਸੋਚ ਹੈ ਕਿ ਗੁਰੂ ਸਾਹਿਬ ਦੇ ਅੰਗ ਲੱਗੇ ਹੋਏ ਨੇ, ਇਸ ਕਰਕੇ ਹੁਣ ਅਸੀਂ ਇਹਦਾ ਇਹ ਤੇ ਨਹੀਂ ਹੋ ਸਕਦਾ ਨਾ ਇਹ ਕਿਸੇ ਨੂੰ ਦੇ ਦਈਏ ਤੇ ਉਹਦੀ ਨਿੱਕਰ ਬਣਵਾ ਲੇ। ਸਰ ਗੱਲ ਇਹ ਹੈ ਕਿ ਇਹ ਜਿਹੜੀ ਸੋਚ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਸ਼ਬਦ ਨੂੰ ਅਸੀਂ ਆਪਣਾ ਗੁਰੂ ਮੰਨੀਏ, ਇਹ ਗੱਲ ਸੱਚ ਹੈ। ਪਰ ਅਸੀਂ ਦੇਖਦੇ ਹਾਂ ਕਿ ਅਸੀਂ ਅੱਗੇ ਵੱਧਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇੱਕ ਮੂਰਤੀ ਦੀ ਤੌਰ ਉੱਤੇ ਸਥਾਪਿਤ ਕਰ ਦਿੱਤਾ ਹੈ। ਅਸੀਂ ਕੋਈ ਲਿਮਿਟ ਲਗਾਈਏ ਕਿ ਹੇਅਰ ਆਫਟਰ ਦਿਸ ਸਟੈਚੂ ਬਣ ਜਾਏਗਾ, ਅਸੀਂ ਇਸ ਤਰ੍ਹਾਂ ਨਾ ਕਰੀਏ। ਠੀਕ ਹੈ, ਇਹ ਸੋਚ ਜਿਹੜੀ ਹੈ ਲੀਡਰਸ਼ਿਪ ਨੂੰ ਬੜੀ ਸਖਤੀ ਨਾਲ ਪ੍ਰੋਪਗੇਟ ਕਰਨੀ ਚਾਹੀਦੀ ਹੈ ਕਿ ਅਸੀਂ ਕਿਤੇ ਆਪਣੀ ਇਸ ਪਵਿੱਤਰ ਕਿਤਾਬ ਨੂੰ, ਆਪਣੇ ਇਸ ਪਵਿੱਤਰ ਸ਼ਬਦ ਨੂੰ, ਜਿਹੜਾ ਕਿ ਗੁਰਬਾਣੀ ਜਿਹੜੀ ਹੈ ਉਹ ਕਹਿੰਦੇ ਨੇ ਕਿ ਬਾਣੀ ਨਿਰੰਕਾਰ ਹੈ ਜੀ, ਫਿਰ ਅਸੀਂ ਕੀ ਕਰੀ ਜਾ ਰਹੇ ਹਾਂ? ਅਸੀਂ ਤਾਂ ਉਹਦਾ ਆਕਾਰ ਅਸੀਂ ਉਸਨੂੰ ਆਕਾਰ ਐਸਾ ਬਣਾ ਦਿੱਤਾ ਕਿ ਅਸੀਂ ਇਹਦੇ ਤੋਂ ਮੁਕਤ ਹੋਣਾ ਸਾਡੇ ਵਾਸਤੇ ਮੁਸ਼ਕਿਲ ਹੋ ਗਿਆ। ਇਹਦਾ ਪ੍ਰਚਾਰ ਬਹੁਤ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ I give you a personal example ਕਿ ਮੈਂ ਬਹੁਤ ਚਿਰ ਹੋ ਗਿਆ, ਕਿ ਕਿੰਨੇ ਹੀ ਸਾਲ ਹੋ ਗਏ ਨੇ, ਮੈਂ ਕਦੇ ਗੁਰਦੁਆਰੇ ਨਾ ਦਾ ਲੰਗਰ ਕਰਾਇਆ, ਨਾ ਮੈਂ ਕਦੇ ਗੁਰੂ ਗ੍ਰੰਥ ਸਾਹਿਬ ਦੇ ਲਈ ਰੁਮਾਲਾ ਚੜਾਇਆ। ਪਰ ਮੈਂ ਕੀ ਕਰਦਾ ਕਿ ਉਹੀ ਪੈਸੇ ਜਦੋਂ ਮੈਨੂੰ ਹੁੰਦਾ ਵੀ ਮੈਂ ਇਸ ਵੇਲੇ ਸੇਵਾ ਕਰਨੀ ਚਾਹੀਦੀ ਹੈ, ਤੇ ਮੈਂ ਇਹ ਦੇਖਦਾ ਕਿ ਵੀ ਉੱਥੇ ਲੋੜ ਕਿਸ ਚੀਜ਼ ਦੀ ਹੈ। ਜੇ ਹੁਣ ਬੱਚਿਆਂ ਦੇ ਕੈਂਪ ਦੇ ਲਈ ਲੋੜ ਨੇ ਨਾ, ਉਹੀ ਪੈਸੇ ਜਿਹੜੇ ਮੈਂ ਬੱਚਿਆਂ ਦੇ ਕੈਂਪ ਦੇ ਲਈ, ਕਿਤਾਬਾਂ ਲਈ ਜਾਂ ਕੋਈ ਹੋਰ ਸਪਲਾਈਜ਼ ਲਈ ਉਹਨਾਂ ਕਰ ਦੇਣਾ ਯੂਜ਼, ਜਾਂ ਉਹੀ ਜੇ ਬਾਥਰੂਮ ਦੇ ਵਿੱਚ ਕੋਈ ਸਪਲਾਈਜ਼ ਚਾਹੀਦੀਆਂ ਜਾਂ ਹੋਰ ਇਸ ਤਰ੍ਹਾਂ ਉਹਨਾਂ ਨੂੰ ਉਸ ਪਾਸੇ ਲਗਾਉਣਾ। ਸਾਨੂੰ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਵੀ ਸਾਨੂੰ ਆਪਣੇ ਲੈਵਲ ਤੇ ਇਹ ਚੀਜ਼ਾਂ ਸ਼ੁਰੂ ਕਰਨੀਆਂ ਪੈਣੀਆਂ ਨੇ। ਇੱਕ ਮਿੰਟ ਮੈਂ ਲੈ ਸਕਦਾ? ਜੇ ਅਸੀਂ ਆਪਣੇ ਲੈਵਲ ਤੇ ਇਹ ਸ਼ੁਰੂ ਨਾ ਕਰਾਂਗੇ ਚੀਜ਼ਾਂ, ਤੇ ਲੋਕ ਵੱਧ ਤੋਂ ਵੱਧ ਲੋਕ ਇਹ ਕਹਿ ਰਹੇ ਫਲਾਣੇ ਨੇ ਆਹ ਨਹੀਂ ਕੀਤਾ, ਬਥੇਰਿਆਂ ਨੇ ਮੈਨੂੰ ਇਹ ਕਿਹਾ ਬਈ ਤੂੰ ਕੰਜੂਸੀ ਕਰਦਾ। ਮੈਂ ਕੋਈ ਗੱਲ ਨਹੀਂ, ਮੈਂ ਕੰਜੂਸ ਹੀ ਚੰਗਾ, ਮੈਂ ਪਰ ਮੈਨੂੰ ਜਿਹੜੀ ਹੈ ਇਹ ਜਿਹੜੀ ਚੀਜ਼ ਹੈ ਉਹ ਦੂਜੇ ਥਾਂ ਤੇ ਜਿਹੜੀ ਉੱਥੇ ਜ਼ਿਆਦਾ ਮੈਨੂੰ ਪ੍ਰਫੁੱਲਤ ਲੱਗਦੀ ਹੈ, ਜਿਹਦੇ ਨਾਲ ਸਫਾਈ ਹੁੰਦੀ ਹੈ ਜਾਂ ਕੈਂਪ ਦੇ ਵਿੱਚ ਬੱਚਿਆਂ ਦਾ ਪ੍ਰਬੰਧ ਹੁੰਦਾ ਹੈ। ਮੈਂ ਮਿਸਾਲ ਦੇ ਰਿਹਾ ਇਸ ਤਰ੍ਹਾਂ ਹੋਰ ਬੜੀਆਂ ਅਨੇਕਾਂ ਚੀਜ਼ਾਂ ਨੇ, ਜਿਵੇਂ ਗੁਰਦੁਆਰੇ ਤੁਹਾਡੀ ਮਿਸਾਲ ਡਾਕਟਰ ਸਾਹਿਬ ਬਹੁਤ ਵਧੀਆ ਹੈ। ਪਰ ਮਾਸ ਲੈਵਲ ਉੱਤੇ ਜੋ ਤੁਸੀਂ ਦੇਖਦੇ ਹੋ ਨਾ, ਮਾਸ ਲੈਵਲ ਤੇ ਜਦੋਂ ਲੋਕੀ ਐਕਟ ਕਰਦੇ ਨੇ, ਉਹਦੇ ਪਿੱਛੇ ਕੋਈ ਲੌਜਿਕ ਨਹੀਂ ਹੁੰਦਾ। ਉਹ ਕੋਈ ਨਹੀਂ ਆ ਕੇ ਦੇਖਦੇ ਕਿ ਕੀ ਚਾਹੀਦਾ ਹੈ। ਉਹ ਤੇ ਵਧੀਆ, ਹੁਣ ਕਿਹੜੇ ਰੰਗ ਦਾ ਰੁਮਾਲਾ ਲਿਆਈਏ, ਸਰਦੀਆਂ ਆ ਗਈਆਂ ਹੁਣ ਗਰਮ ਰੁਮਾਲਾ ਲਿਆਈਏ, ਹੁਣ ਇਸ ਰੰਗ ਇਹ ਮੌਕਾ ਹੈ
ਇਸ ਵੇਲੇ ਨਹੀਂ, ਇਸ ਉਹ ਰੰਗ ਗੱਲ ਦਾ ਤੁਹਾਡੀ ਠੀਕ ਹੈ ਜੀ, ਉਹ ਗੱਲ ਤੁਹਾਡੀ ਠੀਕ ਹੈ, ਪਰ ਸਵਾਲ ਇਹ ਆ ਕਿ ਜੇ ਸ਼ੁਰੂਆਤ ਕਰਨੀ ਹੈ ਨਾ, ਸਾਨੂੰ ਜਿਹੜੇ ਥਿੰਕ ਕਰਦੇ ਨੇ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ, ਜੇ ਅਸੀਂ ਆਪ ਸ਼ੁਰੂ ਕਰਾਂਗੇ ਹੌਲੀ ਹੌਲੀ ਹੋ ਸਕਦਾ ਕਿਸੇ ਹੋਰ ਵੀ ਸ਼ੁਰੂ ਕਰ ਦੇਵੇ, ਪਰ ਜੇ ਅਸੀਂ ਸ਼ੁਰੂਆਤ ਹੀ ਨਹੀਂ ਕਰਾਂਗੇ, ਮਾਸਟਰ ਅਸੀਂ ਕੰਟਰੋਲ ਨਹੀਂ ਕਰ ਸਕਦੇ, ਤੇ ਫਿਰ ਇਹ ਚੇਂਜ ਆਰੰਭ ਕਿਵੇਂ ਹੋਗੀ? ਦਿਸ ਇਜ਼ ਮਾਈ ਪੁਆਇੰਟ। ਮੈਨੂੰ ਇਹਦੇ ਚ ਲੀਡਰਸ਼ਿਪ ਦੀ ਇੰਪੋਰਟੈਂਸ ਜਿਹੜੀ ਉਹ ਮੈਨੂੰ ਜ਼ਰੂਰ ਨਜ਼ਰ ਆਉਂਦੀ ਹੈ ਕਿ ਹਰ ਗੁਰਦੁਆਰੇ ਵਿੱਚ ਦੇਖੋ ਇੱਕ ਸਭਾ ਬਣੀ ਹੁੰਦੀ ਹੈ, ਇਲੈਕਟਿਡ ਮੈਂਬਰ ਹੁੰਦੇ ਨੇ, ਉਹ ਅਗਰ ਉੱਥੋਂ ਆਪਰੇਟ ਕਰਨ, ਸਟੇਜ ਤੋਂ ਆਪਰੇਟ ਕਰਨ ਤਾਂ ਇਹਦਾ ਬੜਾ ਉਹ ਨਹੀਂ ਕਰਨਗੇ ਜੀ, ਉਹ ਨਹੀਂ ਕਰਨਗੇ। ਅਸੀਂ ਵੀ ਟਰਾਈਡ ਦੋਸ ਥਿੰਗਸ, ਕਿਉਂਕਿ ਲੀਡਰਸ਼ਿਪ ਦਾ ਜਿਹੜਾ ਹੈਗਾ ਏਜੰਡਾ ਦਾ ਇੰਟਾਇਰਲੀ ਡਿਫਰੈਂਟ ਵਨ। ਮੈਨੂੰ ਇਜਾਜ਼ਤ ਦਿਓ ਤੇ ਬੋਲਾਂ ਕੁਛ। ਹਾਂਜੀ, ਉਹਦੇ ਚ ਹੈ ਜੋ ਤੁਸੀਂ ਕਹਿ ਰਹੇ ਹੋ ਵੀ ਠੀਕ ਹੈ ਕਿ ਜੇ ਲੀਡਰਸ਼ਿਪ ਹੈਗੀ ਤੇ ਜਸ ਆਰਡੀਨਰੀ ਪੀਪਲ ਉਹ ਕਹਿੰਦੇ ਅਸੀਂ ਧਰਮ ਦੀ ਸਾਨੂੰ ਸਮਝ ਨਹੀਂ, ਅਸੀਂ ਕਿਤੇ ਗਲਤ ਨਾ ਕਰ ਬੈਠੀਏ, ਲੇਕਿਨ ਜੇ ਸਾਡੇ ਗ੍ਰੰਥੀ ਸਾਹਿਬਾਨ ਨੇ, ਉਹ ਐਜੂਕੇਟਡ ਨੇ, ਉਹ ਮਿਸ਼ਨਰੀ ਸਕੂਲਾਂ 'ਚ ਕਾਲਜਾਂ 'ਚ ਪੜ੍ਹ ਕੇ ਆਏ ਹੋਏ ਨੇ, ਉਹਨਾਂ ਨੂੰ ਪਤਾ ਹੈ ਵੀ ਗੁਰਬਾਣੀ ਦਾ ਜੋ ਮਤਲਬ ਕੀ ਹੈ, ਉਹ ਇਹਦਾ ਜੋ ਪ੍ਰਭਾਵ ਕੀ ਹੈ, ਉਹ ਸਾਨੂੰ ਸਮਝਾ ਸਕਦੇ ਨੇ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਸਾਡੇ ਪਹਿਲੇ ਜਦੋਂ ਵਿਸਾਖੀ ਤੇ ਚੋਲਾ ਚੇਂਜ ਹੁੰਦਾ ਸੀ ਨਿਸ਼ਾਨ ਸਾਹਿਬ ਦਾ, ਉਹ ਜੀ ਬਾਲਟੀਆਂ ਦੇ ਬਾਲਟੀਆਂ ਦੁੱਧ ਪਾ ਕੇ ਉਹ ਸਟੀਲ ਦੀ ਰਾਡ ਹੁੰਦੀ ਉਹ ਤੇ ਸੁੱਟੀ ਜਾਣਾ, ਹੌਲੀ ਹੌਲੀ ਸਮਝਾ ਕੇ ਹੁਣੇ ਆ ਵੀ ਹੁਣ ਨਹੀਂ ਕਰਦੇ, ਬੰਦ ਹੋ ਗਏ ਨੇ, ਉਹਨੇ ਆ ਵੀ ਫੇਰ ਲਗਾਉਂਦੇ ਨੇ, ਕੱਚੀ ਲੱਸੀ ਜੀ ਬਣਾ ਕੇ ਟਾਵਲ ਜਿਹਾ ਗਿੱਲਾ ਕਰਕੇ ਉਹਨਾਂ ਵਾਈਪ ਕਰ ਲੈਂਦੇ ਨੇ। ਸੋ ਇਹ ਵੀ ਇਟ ਇਜ਼ ਪੋਸੀਬਲ ਟੂ ਚੇਂਜ, ਲੇਕਿਨ ਸਾਡੇ ਜੋ ਗ੍ਰੰਥੀ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਕਾਫੀ ਇਨਫਲੂਐਂਸ ਹੋਣਾ ਚਾਹੀਦਾ ਹੈ, ਕਿਉਂਕਿ ਉਹ ਗਿਆਨਵਾਨ ਨੇ, ਉਹਨਾਂ ਨੂੰ ਗੁਰਬਾਣੀ ਦਾ ਪਤਾ ਹੈ, ਉਹਨਾਂ ਨੂੰ ਮਰਿਆਦਾ ਦਾ ਪਤਾ ਹੈ, ਔਰ ਉਹ ਜ਼ਿਆਦਾ ਸਮਝਾ ਸਕਦੇ ਨੇ, ਔਰ ਕਮੇਟੀ ਨੂੰ ਵੀ ਉਹ ਸਮਝਾ ਸਕਦੇ ਨੇ ਕਿ ਤੁਸੀਂ ਇਨਫੋਰਸ ਕਰੋ ਇਹ ਗੱਲਾਂ ਤਾਂ ਕਿ ਇਹ ਚੀਜ਼ਾਂ ਚੇਂਜ ਹੋਣ ਸਾਰੀਆਂ। ਹਾਂਜੀ, ਮੈਂ ਤੁਹਾਨੂੰ ਇੱਕ ਗੱਲ, ਸਾਡੇ ਜਿਹੜੇ ਗਿਆਨੀ ਧਰਮ ਸਿੰਘ ਜੀ ਵੀ, ਅਸੀਂ ਸਾਰੇ ਜਣੇ ਧਾਰਮਿਕ ਲਾਈਨ ਨਾਲ ਸੰਬੰਧਿਤ ਹੈ, ਸਾਨੂੰ ਇੱਕ ਗੱਲ ਦੱਸੀ ਹੁੰਦੀ ਸੀ, ਕਹਿੰਦੇ ਵੀ ਜੇ ਆਪਣੀ ਇਸ ਲਾਈਨ ਤੋਂ ਪੈਸਾ ਕਮਾਉਣਾ ਨਾ ਤੇ ਧਰਮ ਨੂੰ ਇੰਨਾ ਕੰਪਲਿਕੇਟਡ ਕਰ ਦਿਓ ਵੀ ਅਗਲੇ ਬੰਦੇ ਪੈਸੇ ਦੇ ਕੇ ਆਪਣੇ ਕੰਮ ਨਿਬੇੜਨ। ਜਿਹੜੇ ਸਟਰੀਟ ਫਾਰਵਰਡ ਹੈ ਨਾ, ਫਿਰ ਉਹ ਇਹਦੇ ਤੋਂ ਆਰਥਿਕ ਤੌਰ ਤੇ ਲਾਹਾ ਵੀ ਉਹਨਾਂ ਕੀ ਲੈਂਦੇ। ਉਹਦਾ ਵੈਸੇ ਮੈਂ ਇਹ ਚੀਜ਼ਾਂ ਆਪਣੇ ਤੇ ਅਪਲਾਈ ਨਹੀਂ ਕਰਦਾ, ਬਟ ਇਹ ਗੱਲਾਂ ਜਿਹੜੀਆਂ ਹੁੰਦੀਆਂ ਵੀ ਜਿਹੜਾ ਬੰਦਾ ਜਿੰਨਾ ਇਹ ਚੀਜ਼ ਨੂੰ ਕੰਪਲਿਕੇਟਡ ਕਰੀ ਜਾਂਦਾ ਨਾ, ਉਹ ਆਪਣੇ ਜੇਬਾਂ ਭਰਨ ਦੇ ਵਿੱਚ ਉਹਦਾ ਖਿਆਲ ਹੁੰਦਾ ਆ, ਇਹਦੇ ਵਿੱਚ ਹੋਰ ਕੋਈ ਮਕਸਦ ਨਹੀਂ। ਜਿਹੜੇ ਸਟਰੀਟ ਫਾਰਵਰਡ ਹੁੰਦੇ ਆ ਵੀ ਇਹ ਚੀਜ਼ ਏਦਾਂ ਨਹੀਂ ਹੋਣੀ ਚਾਹੀਦੀ ਆ, ਉਹਦੇ ਪੱਲੇ ਵੀ ਉਨਾ ਕੀ ਪੈਂਦਾ, ਫਿਰ ਉਹਦੇ ਪੱਲੇ ਆਰਥਿਕ ਤੌਰ ਤੇ ਵੀ ਉਹਨੂੰ ਜਿਹੜਾ ਹੈਗਾ ਨਾ ਸਪੋਰਟ ਨਹੀਂ, ਫਿਰ ਜਿਹੜੇ ਹੈਗੇ ਆ ਉੱਥੋਂ ਦੀਆਂ ਸਭਾਵਾਂ ਜਾਂ ਸੰਗਤਾਂ ਕਰਦੀਆਂ, ਉਹ ਸੰਗਤਾਂ ਵੀ ਉਧਰ ਦੇਖਦੀਆਂ ਵੀ ਇਹ ਬਾਬਾ ਜੀ ਨੇ ਜੇ ਰੁਮਾਲੇ ਦੀ ਗੱਲ ਕੀਤੀ ਨਾ, ਇਹਦਾ ਮਤਲਬ ਵੀ ਹੁਣ ਬਾਬਾ ਜੀ ਦੀ ਵੀ ਸੇਵਾ ਕਰਨੀ ਪੈਣੀ। ਇੱਧਰ ਵੀ ਜੇ ਬਾਬਾ ਜੀ ਨੇ ਕਹਿੰਦਾ ਰੁਮਾਲਾ ਦੇਣ ਦੀ ਕੋਈ ਲੋੜ ਨਹੀਂ, ਉਹਨਾਂ ਨੇ ਕਹਿਣਾ ਫਿਰ ਰੁਮਾਲਾ ਵੀ ਕੱਢੋ ਤੇ ਬਾਬਾ ਜੀ ਦੀ ਵੀ ਸੇਵਾ ਕਰਨੀ ਪੈਣੀ। ਇਹਨੂੰ ਕੁਛ ਪਤਾ ਹੀ ਨਹੀਂ ਇਹਦੇ ਬਾਰੇ, ਉਹਨਾਂ ਨੇ ਸਾਡੇ ਤੇ ਉਲਟਾ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ। ਦਿਸ ਇਜ਼ ਅੰਗਰੇਜ਼ ਸੋਚ ਕੇ ਅਗਰ ਆਪਾਂ ਧਰਮ ਚੱਲਿਆ ਤੇ ਫਿਰ ਸਾਡਾ ਬੇੜਾ ਕਰਕੇ we have to change the direction of over here ਕਿ ਟਾਈਮ ਸਾਡਾ ਖਤਮ ਹੋ ਰਿਹਾ। ਸਾਡਾ ਹੋਲ ਆਈਡੀਆ ਜਿਹੜਾ ਹੈ ਨਾ ਸਿੰਘ ਸਭਾ ਲਹਿਰ ਦੀ ਮੂਵਮੈਂਟ ਨੂੰ ਡਿਸਕਸ ਕਰਨਾ ਇਹੀ ਹੈ ਕਿ ਜਿਵੇਂ ਉਹਨਾਂ ਨੇ ਜਦੋਜਹਿਦ ਕਰਕੇ, ਸੈਕਰੀਫਾਈਸਿਸ ਕਰਕੇ, ਉਹਨਾਂ ਨੇ ਸਮਾਜ ਦੀ ਸੇਵਾ ਦੇ ਲਈ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਚੰਗਾ ਨਹੀਂ ਲੋਕਾਂ ਨੇ ਸਮਝਿਆ। ਗਿਆਨੀ ਦਿੱਤ ਸਿੰਘ ਨੂੰ ਕਿੰਨਾ ਬੁਰਾ ਭਲਾ ਕਹਿੰਦੇ ਸੀ, ਗੁਰਮੁਖ ਸਿੰਘ ਨੂੰ ਕਿਵੇਂ ਕਹਿੰਦੇ ਸੀ, ਇਹ ਬਬਰਚੀ ਦਾ ਪੁੱਤਰ ਆਏ ਜਾਂ ਲੋਕ ਪੁੱਟ ਡਾਊਨ ਕਰਦੇ ਸੀ, ਪਰ ਉਹ ਫੇਰ ਵੀ ਆਪਣਾ ਅੱਗਾ ਜਿਹੜਾ ਸੀ ਨਾ ਅੱਗੇ ਵਧਦੇ ਗਏ ਨੇ। ਤੇ ਉਸ ਦਾ ਹੀ ਨਤੀਜਾ ਸੀ ਕਿ ਵੀ ਕੌਮ ਦੇ ਵਿੱਚ ਜਿਹੜੀਆਂ ਨੇ ਮੁੜ ਕੇ ਜਿਹੜੀ ਸੀਗੀ ਲਿਆਕਤ ਪੈਦਾ ਹੋਈ ਇਹਨਾਂ ਇਸ ਪਾਸੇ ਜਾਣ ਦੀ, ਕਰੇਜ ਆਈ ਸ਼ੁੱਡ ਸੇ ਵੀ ਪੈਦਾ ਹੋਇਆ ਇਸ ਪਾਸੇ ਜਾਣ ਦਾ, ਤੇ ਜਿਹੜੀਆਂ ਵਿਰੋਧੀ ਜਿਹੜੀਆਂ ਸੀਗੀਆਂ ਧਿਰਾਂ ਹੌਲੀ ਹੌਲੀ ਕਮਜ਼ੋਰ ਹੋ ਗਈਆਂ। ਇਹਦੇ ਤੋਂ ਸਾਨੂੰ ਇਹੋ ਹੀ ਸਬਕ ਮਿਲਦਾ ਕਿ ਵੀ ਅਸੀਂ ਕਿਵੇਂ ਰਲ ਮਿਲ ਕੇ ਉਹੀ ਹਮਲਾ ਜਿਹੜਾ ਉਹਨਾਂ ਨੇ ਮਾਰਿਆ, ਜਿਵੇਂ ਅਸੀਂ ਚਾਹੇ 4 ਬੰਦੇ ਹੀ ਆ, ਕੋਸ਼ਿਸ਼ ਕਰੀਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪਾਸੇ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਯਾਰਾਂ ਦੋਸਤਾਂ ਦੇ ਵਿੱਚ, ਆਪਣੇ ਆਲੇ ਦੁਆਲੇ ਵਿੱਚ ਚੇਂਜ ਲਿਆਈਏ, ਤੇ ਹੋਪਫੁਲੀ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ, ਕਿਰਪਾ ਦੇ ਨਾਲ ਹੀ ਸਭ ਕੁਝ ਹੋਣਾ। ਇਹ ਜਿਹੜੀ ਹੈ ਇੱਕ ਮੋਮਬੱਤੀ ਤੋਂ ਦੂਜੀ ਮੋਮਬੱਤੀ ਜਗੇਗੀ, ਦੂਜੀ ਤੋਂ ਤੀਜੀ ਜਗੇਗੀ। ਪਰ ਜੇ ਅਸੀਂ ਪੈਸਿਵ ਅਡਾਪਟ ਕਰ ਲਿਆ ਐਟੀਟਿਊਡ ਕਿ ਵੀ ਸਾਡੇ ਜਿੰਨਾ ਚਿਰ ਦੂਜੇ ਵੱਡੇ ਲੀਡਰ ਨਹੀਂ ਕਰਦੇ ਜਾਂ ਫਲਾਣੇ ਨਹੀਂ ਕਰਦੇ ਤੇ ਅਸੀਂ ਤਾਂ ਚੁੱਪ ਤੇ ਬੈਠੇ ਰਹੇ, ਉਹਦੇ ਨਾਲ ਫਿਰ ਕੋਈ ਭਲਾ ਨਹੀਂ ਹੋ ਸਕਦਾ। ਐਟ ਲੀਸਟ ਦੈਟਸ ਦ ਲੈਸਨ ਆਈ ਥਿੰਕ ਵਨ ਆਫ ਦ ਮੇਜਰ ਲੈਸਨ ਫਰਮ ਸਿੰਘ ਸਭਾ ਲਹਿਰ ਦੀ ਮੂਵਮੈਂਟ ਤੇ ਸਾਨੂੰ ਮਿਲਦਾ ਹੈ। ਇਸ ਬਾਬਤ ਕੋਈ ਹੋਰ ਚੀਜ਼ ਐਡ ਕਰਨੀ ਹੋਵੇਗੀ ਗਿਆਨੀ ਧਰਮ ਸਿੰਘ ਜੀ ਤੁਸੀਂ? ਮੈਂ ਇਹ ਕਹਾਂਗਾ ਇਹ ਸਭ ਬਹਾਨੇਬਾਜ਼ੀਆਂ ਹੈਗੀਆਂ, ਨਾ ਕਰਨ ਦਾ ਤਰੀਕਾ ਹੈਗਾ। ਇਹ ਸਭ ਬਹਾਨੇ ਹੈਗੇ ਨੇ, ਉਹ ਮੰਨਦੇ ਨਹੀਂ ਜੀ, ਉਹ ਮੰਨਦੇ ਨਹੀਂ ਜੀ। ਅਗਰ ਸਖਤੀ ਨਾਲ ਕੰਮ ਕੀਤਾ ਜਾਵੇ ਸਭ ਕੁਝ ਚੇਂਜ ਆ ਸਕਦੀ ਹੈ। ਥੈਂਕ ਯੂ।
ਭਾਟੀਆ ਜੀ ਨੇ ਠੀਕ ਗੱਲ ਕਹੀ ਆ ਵੀ ਸਭ ਕੁਝ ਮੁਮਕਿਨ ਵੀ ਆ ਤੇ ਪਰ ਜਦੋਂ ਨਿੱਜੀ ਤੌਰ ਤੇ ਵਿਚਰੀਦਾ ਆ ਕਿਉਂਕਿ ਹੁਣ ਭਾਈ ਮਨਦੀਪ ਸਿੰਘ ਹੋਇਆ, ਮੈਂ ਇਸ ਤਰ੍ਹਾਂ ਦੇ ਬਥੇਰੇ ਗੁਰਸਿੱਖ ਜਿਹੜੇ ਵਿਦਿਆਲਿਆਂ ਤੋਂ ਪੜ੍ਹ ਕੇ ਮਿਸ਼ਨਰੀ ਕਾਲਜਾਂ ਤੋਂ ਤੇ ਡਟੇ ਹੋਏ ਨੇ, ਪਰ ਜਿਹੜੇ ਹੁਣ ਸੰਗਤ ਦੇ ਵਿੱਚ ਇੱਕ ਤਰ੍ਹਾਂ ਦੇ ਨਹੀਂ ਨਾ ਬਹੁਤ ਸਾਰੇ ਉਹ ਆ ਜਿਹੜੇ ਸਾਡੇ ਵਰਗਿਆਂ ਨੂੰ ਸਿੱਖ ਵੀ ਨਹੀਂ ਸਮਝਦੇ ਤੇ ਉਹ ਫਿਰ ਧੜੇ ਬੰਦੀਆਂ ਕਰਕੇ ਤੇ ਵਿਰੋਧਤਾ ਇੰਨੀ ਹੋ ਜਾਂਦੀ ਆ ਵੀ ਰੱਬ ਦਾ ਰਹੇ ਰੱਬ ਦਾ ਨਾਂ, ਪਰ ਫਿਰ ਵੀ ਇਹ ਆ ਵੀ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਆ ਤੇ ਫਿਰ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਏ। ਸਾਡੇ ਲਈ ਹੁਕਮ ਮੰਨਣਾ ਗੁਰੂ ਦਾ ਉੱਤਮ ਆ ਤੇ ਉਹਦਾ ਪ੍ਰਚਾਰ ਕਰਨਾ ਫਿਰ ਜੋ ਮਰਜ਼ੀ ਹੋਵੇ। ਥੈਂਕ ਯੂ ਜੀ। ਤੇ ਡਾਕਟਰ ਇੰਦਰਜੀਤ ਸਿੰਘ ਤੁਸੀਂ ਇਸ ਬਾਬਤ ਕੋਈ ਲੈਸਨ ਜਿਹੜਾ ਨੇ ਸਿੰਘ ਸਭਾ ਤੋਂ ਅੱਜ ਦੇ ਸਮੇਂ ਲਈ ਕਿਵੇਂ ਅਸੀਂ ਕਰ ਸਕਦੇ ਹਾਂ, ਕੋਈ ਉਹਦੇ ਲਈ 1 ਮਿੰਟ ਦੇ ਵਿੱਚ ਆਪਣਾ ਵਿਚਾਰ ਦੱਸੋ। ਵੀ ਆਰ ਰਨਿੰਗ ਸ਼ਾਰਟ ਆਫ ਟਾਈਮ। ਡਾਕਟਰ ਇੰਦਰਜੀਤ ਸਿੰਘ। ਇਸੇ ਤਰ੍ਹਾਂ ਜੀ ਬਈ ਜਿਸ ਨੂੰ ਜਾਣਕਾਰੀ ਹੈ ਉਹ ਨਾਲ ਸਾਂਝੀਆਂ ਕਰੇ ਜਾ ਕੇ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਇੱਕ ਧਰਮ ਜਿਹੜਾ ਹੈ ਉਹ ਕਿਵੇਂ ਸਾਨੂੰ ਜੀਵਨ ਨੂੰ ਪਵਿੱਤਰ ਕਰਨ 'ਚ ਸਹਾਈ ਹੁੰਦਾ ਹੈ। ਉਹ ਧਰਮ ਦੀ ਸਾਦਗੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਲੋਕੀ ਤੰਗ ਆਏ ਨੇ ਰਸਮਾਂ ਰੀਤਾਂ ਤੋਂ ਤੇ ਇਹਨਾਂ ਰਸਮਾਂ ਰੀਤਾਂ ਤੋਂ ਆਜ਼ਾਦ ਕਰਨ ਲਈ ਸਾਨੂੰ ਯਤਨ ਕਰਨਾ ਚਾਹੀਦਾ। ਥੈਂਕ ਯੂ। ਡਾਕਟਰ ਸਰਦਾਰ ਸਰਬਜੀਤ ਸਿੰਘ ਤੁਸੀਂ ਕੋਈ ਐਡ ਕਰਨੀ ਚਾਹ ਰਹੇ ਇੱਥੇ ਚੀਜ਼? ਹਾਂਜੀ ਮੈਂ ਚਾਹੁੰਦਾ ਕੱਲ ਦੀ ਸੁਣ ਲਓ। ਮੈਂ ਕੱਲ ਭੋਗ ਪਾਇਆ, ਰੁਮਾਲੇ ਦੀ ਗੱਲ ਚੱਲ ਰਹੀ ਸੀ, ਉਹ ਮੈਂ ਆਪ ਜੀ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਕਰਨਾ ਚਾਹੁੰਦਾ। ਤੇ ਕੱਲ ਮੈਂ ਭੋਗ ਪਾਉਣ ਲੱਗਾ, ਮੈਂ ਪਰਸੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਰੁਮਾਲਾ ਨਾ ਲੈ ਕੇ ਆਏ, ਰੁਮਾਲੇ ਸਾਹਿਬ ਬਹੁਤ ਨੇ ਇੱਥੇ। ਕਹਿੰਦੇ ਅਸੀਂ ਤਾਂ ਹਰ ਸਾਲ ਚੜਾਈਦਾ ਆ। ਮੈਂ ਕਿਹਾ ਅੱਛਾ ਜੀ ਚਲੋ। ਮੈਂ ਕਿਹਾ ਕੋਈ ਹੋਰ ਕਿਸੇ ਲੋੜਵੰਦ ਦੀ ਸੇਵਾ ਕਰ ਦੋ। ਇਹ ਨਾਲ ਹੀ ਆਪਣੇ, ਮੈਂ ਤਿਲਕ ਨਗਰ ਰਹਿਣਾ ਹੈ ਦਿੱਲੀ 'ਚ, ਉੱਥੇ ਗ੍ਰੰਥੀ ਦੀ ਤੌਰ ਸੇਵਾ ਨਿਭਾ ਰਿਹਾ। ਤੇ ਉਹਦੇ ਨਾਲ ਇੱਕ ਉੱਥੇ ਵਿਦਿਆਲਿਆ ਹੈ, ਆਪਣੇ ਬੱਚੇ ਪੜ੍ਹਦੇ ਨੇ ਉੱਥੇ, ਕਈ ਯਤੀਮ ਨੇ, ਉਹਨਾਂ ਦੀ ਮਾਤਾ ਪਿਤਾ ਨਹੀਂ ਹੈ। ਤੇ ਉਹਨਾਂ ਨੂੰ ਮੈਂ ਕਿਹਾ ਉੱਥੇ ਸੇਵਾ ਕਰ ਲਓ, ਉਹਨਾਂ ਦੇ ਬੱਚਿਆਂ ਦੇ ਵਸਤ ਬਣਾ ਦਿਓ, ਉਹਨਾਂ ਨੂੰ ਕੋਈ ਚੱਪਲ ਲੈ ਕੇ ਦੇ ਦਿਓ। ਕਹਿੰਦੇ ਨੇ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਨੀ, ਅਸੀਂ ਤੁਹਾਡੇ ਪ੍ਰਬੰਧਕ ਨਾਲ ਗੱਲ ਕਰਨੀ ਹੈ, ਤੁਸੀਂ ਰੁਮਾਲਾ ਚੜਾਉਣ ਨੂੰ ਮਨਾ ਕਰ ਦਿਓ। ਮੈਂ ਕਿਹਾ ਜੇ ਉਹਨਾਂ ਨਾਲ ਕਰ ਲਓ ਕੋਈ ਗੱਲ, ਮੈਂ ਤਾਂ ਕੋਈ ਤੁਹਾਨੂੰ ਗਲਤ ਨਹੀਂ ਕਿਹਾ, ਮੈਂ ਤਾਂ ਇੱਕ ਵਿਚਾਰ ਰੱਖੀ ਹੈ, ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹੈ। ਮੈਂ ਕਿਸੇ ਲੋੜਵੰਦ ਨੂੰ, ਜਿੱਥੇ ਲੋੜਵੰਦ ਕੱਲ ਉਹ ਰੁਮਾਲਾ ਲੈ ਕੇ ਆਏ ਨੇ, 1900 ਰੁਪਏ ਦਾ ਰੁਮਾਲਾ ਲੈ ਕੇ ਆਏ ਨੇ, ਉਹ ਇੱਕ ਵਾਰੀ ਚੜਿਆ ਉਹਨੇ ਅੰਦਰ ਰੱਖਦਾ ਆ। ਮਤਲਬ ਕਿ ਵਿਚਾਰ ਗੱਲ ਚੱਲ ਰਹੀ ਹੈ, ਮਤਲਬ ਕਿ ਕਿਸੇ ਜਿਹੜੀ ਸਾਡੀ ਸਿੱਖ ਧਰਮ ਦੀ ਜਿਹੜੀ ਲਹਿਰ ਹੈ ਉਹ ਤਦੋਂ ਹੀ ਮਜ਼ਬੂਤ ਹੋਏਗੀ, ਤਦੋਂ ਹੀ ਸਟਰੋਂਗ ਹੋਏਗੀ ਜਦੋਂ ਅਸੀਂ ਉਸਨੂੰ ਸਮਝਾਂਗੇ। ਗੱਲ ਕਰ ਰਹੇ ਸੀ ਆਪਣੇ ਗਿਆਨੀ ਮਨਪ੍ਰੀਤ ਸਿੰਘ ਜੀ, ਉਹ ਸਹੀ ਕਹਿ ਰਹੇ ਨੇ ਬਈ ਅਸੀਂ ਜਿਹੜਾ ਸਾਨੂੰ ਇੱਕ ਸਟੇਜ ਬਣਾਤਾ ਵੀ ਇੱਥੇ ਤੱਕ ਤੁਹਾਡੀ ਸੀਮਿਤ, ਮਤਲਬ ਕਿ ਤੁਹਾਡੀ ਇੱਥੇ ਤੱਕ ਸਟੇਜ ਹੈ, ਉੱਤੇ ਅੱਗੇ ਨਹੀਂ ਤੁਸੀਂ ਬੋਲ ਸਕਦੇ। ਭਾਈਆਂ ਨੂੰ ਮਤਲਬ ਕਿ ਭਾਈ ਜੇ ਭਾਈ ਸੇਵਾ ਕਰਦੇ ਨੇ ਉਹਨਾਂ ਨੂੰ ਬਸ ਇੱਕ ਸੀਮਿਤ ਕਰਤਾ ਵੀ ਇੱਥੇ ਤੱਕ ਤੁਸੀਂ, ਤੁਹਾਡੀ ਉਹ ਹੈ, ਇਹ ਤੋਂ ਅੱਗੇ ਨਹੀਂ ਬੋਲ ਸਕਦੇ। ਮਤਲਬ ਕਿ ਗੱਲ ਇਹੀ ਹੈ, ਕੋਈ ਸਮਝਦਾ ਨਹੀਂ। ਜਿਹੜੇ ਉਹ ਕਹਿ ਰਹੇ ਸੀ ਉਹਨਾਂ ਨੇ ਤੁਸੀਂ ਸਟਰੋਂਗ ਕਰੋ, ਜਿਹੜੇ ਹੁਣੇ ਭਾਈ ਸਾਹਿਬ ਕਹਿ ਰਹੇ ਸੀ ਭਾਟੀਆ ਸਾਹਿਬ ਕਿ ਮਤਲਬ ਕਿ ਤੁਸੀਂ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਹੀਂ। ਅਗਲੇ ਸਾਨੂੰ ਤਾਂ ਭਾਈ ਸਾਹਿਬ ਵੀ ਸਮਝਦੇ ਨੇ, ਦੂਜਾ ਨਹੀਂ ਸਮਝਦੇ ਵੀ ਕਿਸ ਤਰ੍ਹਾਂ ਇਹਨਾਂ ਨੂੰ ਅੱਗੇ ਵੀ ਵਧਾਉਣਾ ਹੈ, ਕਿਸ ਤਰ੍ਹਾਂ ਕਰਨਾ ਹੈ। ਗੱਲ ਇਹੀ ਹੈ। ਮਤਲਬ ਕੱਲ ਦੀ ਮੇਰੀ ਹੱਡ ਬੀਤੀ, ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹੈ। 1900 ਰੁਪਏ ਦਾ ਲੈ ਕੇ ਆਏ ਨੇ, ਇੱਕ ਵਾਰੀ ਚੜਿਆ, ਉਹ ਅੰਦਰ ਰੱਖਦਾ ਹੈ ਮੈਂ ਕਮਰੇ 'ਚ। ਥੈਂਕ ਯੂ ਫॉर ਸ਼ੇਅਰਿੰਗ ਸਰਦਾਰ ਸਰਬਜੀਤ ਸਿੰਘ। ਥੈਂਕ ਯੂ। ਬਜਿੰਦਰ ਸਿੰਘ ਜੀ ਤੁਸੀਂ ਕਾਫੀ ਚਿਰ ਬੈਠੇ ਰਹੇ ਆ, ਸਾਰੀ ਸੁਣੀ ਹੈ। ਤੁਹਾਡੇ ਸਮਾਜ ਦੇ ਵਿੱਚ ਵੀ ਕਬੀਰ ਪੰਥੀਆਂ 'ਚ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ ਤੇ ਸਾਰੇ ਜਿਹੜੇ ਬਾਕੀ ਦੇ ਨੇ ਉਹਨਾਂ ਦੇ ਵਿੱਚ ਵੀ ਇਹੀ ਹਾਲ ਹੀ ਚੱਲ ਰਿਹਾ ਸਾਰੇ ਪਾਸੇ। ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਹੋਏ ਤੁਹਾਡਾ ਕੀ ਖਿਆਲ ਹੈ ਵੀ ਸਾਨੂੰ ਕੀ करना चाहिए? ਤੁਹਾਡੇ ਪਾਸੇ भी ਤੇ ਸਾਡੇ ਪਾਸੇ भी कोई विचार शेयर करो। देखिए साहब, मैं बिल्कुल क्लियर समझता हूँ इस बात को कि किसी भी विचारधारा का डाउनफॉल हो, चाहे राइज हो या पतन हो, वो उसकी लीडरशिप और उसकी एक्टिविस्ट पे, प्रचारक पे डिपेंड करता है। अगर प्रचारक की एजुकेशन टॉप क्लास की है, लीडर की एजुकेशन टॉप क्लास की है, तो वो फिर ये नहीं कहेगा कि आप भी ठीक हैं, आप भी ठीक हैं। जो ठीक है उसी को ठीक कहेगा और उसको दिग्भ्रमित भी नहीं कर सकते। किसी को भी कंफ्यूजन पैदा करके ही आप उसको भटका सकते हो। तो जो मंजीत सिंह ने कहा है एजुकेशन पे ध्यान देना,
एक्टिविस्ट की, जो प्रचारक की बहुत बढ़िया शिक्षा होनी चाहिए। जब वो खुद ही उसको नहीं सिद्धांतों का पता है, एसेंस का पता है, तो आम लोगों को वो खाली टाइम पास करेंगे। तो मेरे ख्याल से अब उत्थान के लिए जरूरी है सही लीडरशिप और सही प्रचारक की एजुकेशन। Thank you ji. Dr. Narendra Singh, just 1 minute, you like to say something more? ਠੀਕ ਹੈ, ਹੁਣੇ ਜ਼ਿਕਰ ਆਇਆ ਸੀ ਕਿ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਧਰਮ ਨੂੰ ਕੰਪਲੈਕਸ ਕਰੋਗੇ ਤਾਂ ਫਿਰ ਤੁਸੀਂ ਮਾਇਆ ਜ਼ਿਆਦਾ ਬਣਾ ਸਕਦੇ ਹੋ। ਮੈਨੂੰ ਫਿਰ ਯਾਦ ਆਇਆ ਕਿ ਤਾਂ ਫਿਰ ਉਹੀ ਬ੍ਰਾਹਮਣਵਾਦ ਹੈ ਜਿਹੜਾ ਜਿੰਨਾ ਔਖਾ ਕਰ ਦਿੰਦਾ ਹੈ ਤੁਹਾਡੀਆਂ ਸਾਰੀਆਂ ਕਿਰਿਆਵਾਂ ਨੂੰ, ਉਨੇ ਹੀ ਪੈਸੇ ਜ਼ਿਆਦਾ ਬਣਾਉਂਦਾ। ਤੇ ਉਹੀ ਗੱਲ ਮੈਂ ਕਹਿ ਰਿਹਾ, ਇਹ ਬੜਾ ਇੰਪੋਰਟੈਂਟ ਹੈ ਸਰ, ਇਸ ਵੇਲੇ ਬਹੁਤ ਇੰਪੋਰਟੈਂਟ ਹੈ ਇਹ ਸੋਚਣਾ ਕਿ ਅਸੀਂ ਕਿਹੜੀ ਸਟੇਜ ਉੱਤੇ ਮੂਰਤੀ ਪੂਜ ਹੋ ਰਹੇ ਹਾਂ ਔਰ ਕਿਹੜੀ ਸਟੇਜ ਉੱਤੇ ਅਸੀਂ ਵਾਪਸ ਸ਼ਬਦ ਨਾਲ ਜੁੜਨਾ ਹੈ। ਜੇ ਅਸੀਂ ਮੂਰਤੀ ਪੂਜ ਹੁੰਦੇ ਜਾਵਾਂਗੇ ਤਾਂ ਸਾਡੀ ਗਿਰਾਵਟ ਬਿਲਕੁਲ ਨਿਸ਼ਚਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਵਾਸਤੇ ਹੀ ਕਿਹਾ, ਜਬ ਇਹ ਕਰੇ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਤਾਂ ਫਿਰ ਅਸੀਂ ਵਾਕਈ ਹੀ ਬੜੇ ਅੰਦਰੋਂ ਕਿਤੋਂ ਵਿਪਰ ਨਾਲ ਜੁੜੀ ਜਾ ਰਹੇ ਹਾਂ। ਸਾਨੂੰ ਉਹੀ ਰੱਬ ਬਚਾਏ, ਅਸੀਂ ਬਹੁਤ ਗਹਿਰੇ ਤਰੀਕੇ ਨਾਲ मूर्ति पूज होते जा रहे हैं। थैंक यू जी, थैंक यू वेरी मच। मैं साहब एक पॉइंट और जरा ऐड करना चाहूंगा। हाँ जी, करो। जैसे आपके यहाँ आरएसएस वालों ने एक सिख संगत छोड़ रखी है, तो उनकी खास तौर से ट्रेनिंग ये होनी चाहिए कि भाई आपका सिद्धांत क्या है। ज्यादातर ये वो लोग हैं जिनको पता ही नहीं है कि क्या सिद्धांत है और क्या नहीं है, इसलिए ऐसे लोगों को ही कंफ्यूज किया जाता है और एजेंट की तरह छोड़ा जाता है। तो अगर अपने को शुद्ध रखना है तो खास तौर से वो जो दूसरों के एजेंट बन चुके हैं उनकी ट्रेनिंग पे ध्यान दीजिए। बताइए भाई ये है, फिर भी आप जाना चाहते हो जाओ। ठीक है आपकी बात। So I want you thank you all of you and all our audience for your valuable time. The summary is that problems continue to exist. They were in the past, they are now, and they will still be in the future. The idea is that we, following the footprints of Guru Nanak Sahib and our other gurus, we need to review how within our own lives we can bring about change, and it's with our associates, within our families, and then hopefully it'll have a snowballing effect for the rest of the community. Next time we will discuss about what is how Chief Diwan came into existence, what is their role, where they were, where they have been, where they are now, and what will be the future. So ਉਸ ਲਈ अब ਤੁਸੀਂ ਥੋੜੇ ਆਪਣੀ ਰਿਸਰਚ ਕਰਨੀ ਤੇ ਫਿਰ ਅਗਲੇ ਵੈਡਨਸਡੇ ਜੁੜਨਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਸਾਹਿਬ ਦੀ for participation। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਥੈਂਕ ਯੂ। ਵਾਹਿਗੁਰੂ ਜੀ। Thanks।